ਬਾਬਾ ਇਕਬਾਲ ਸਿੰਘ ਜੀ ਹੋਰਾਂ ਦਾ ਮਿਸ਼ਨ ਸੱਚਮੁੱਚ ਬਹੁਤ ਵੱਡਾ ਸੀ ਔਰ ਉਸ ਮਿਸ਼ਨ ਦੀ ਜਿਹੜੀ ਪੂਰਤੀ ਹੈ ਉਸ ਦੀ ਪੂਰਤੀ ਸਿਰਫ ਕਿਸੇ ਇੱਕ ਵਿਅਕਤੀ ਦੁਆਰਾ ਨਹੀਂ ਹੋ ਸਕਦੀ, ਵਿਅਕਤੀਆਂ ਦੀ ਇੱਕ ਸਮੂਹ ਦੁਆਰਾ ਹੋ ਸਕਦੀ ਹੈ। ਦੁਨੀਆ ਭਰ ਦੇ ਵਿੱਚ ਪੰਥ ਦਰਦੀ ਜਿਹੜੇ ਬੈਠੇ ਨੇ, ਉਹਨਾਂ ਪੰਥ ਦਰਦੀਆਂ ਦੇ ਵਿੱਚੋਂ ਨਿਊਯਾਰਕ ਤੋਂ ਖਾਸ ਤੌਰ ਦੇ ਉੱਤੇ ਉਚੇਚੇ ਤੌਰ ਦੇ ਉੱਤੇ ਸਰਦਾਰ ਹਰਭਜਨ ਸਿੰਘ ਜੀ ਤੇ ਸਰਦਾਰ ਮਸਤਾਨ ਸਿੰਘ ਜੀ ਸਾਡੇ ਦਰਮਿਆਨ ਨਿਊਯਾਰਕ ਤੋਂ USA ਤੋਂ ਉਚੇਚੇ ਤੌਰ ਦੇ ਉੱਤੇ ਪਹੁੰਚੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ, ਜੀ ਆਇਆਂ ਨੂੰ ਜੀ ਤੁਹਾਡਾ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਿੱਚ। ਹੋਰ ਸਿਹਤਾਂ ਠੀਕ ਜੀ? ਸਫ਼ਰ ਠੀਕ ਰਿਹਾ? ਇਹ ਤੁਹਾਡੀ ਵੱਡੀ ਘਾਲਨਾ ਕਿ ਤੁਸੀਂ ਵੀ ਬਾਬਾ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਵਿੱਚ ਲੱਗੇ ਹੋ ਤੇ ਵਾਹਿਗੁਰੂ ਨੇ ਤੁਹਾਡੇ ਤੇ ਮਿਹਰ ਕੀਤੀ ਹੈ। ਇਹ ਜੀ ਆਇਆਂ ਨੂੰ ਜੀ। ਆਓ ਜੀ। ਇਹ ਤੁਹਾਡੀ ਸੇਵਾ ਹੈ ਜੀ, ਸਾਰਿਆਂ ਦੀ, ਸਾਰੀ ਸੰਗਤ ਦੀ, ਤੇ ਤੁਹਾਡੇ ਹੱਥੋਂ ਮਾਲਕ ਆਪ ਲੈ ਰਹੇ ਆ ਕਿਉਂਕਿ ਬਾਬਾ ਜੀ ਦਾ ਸੁਪਨਾ ਸੀਗਾ। ਇਹ ਦੇਖੋ ਸੁਪਨਾ ਫਿਰ ਬੜਾ ਵਧੀਆ, ਅਸੀਂ ਵੀ ਦੇਣਾ ਚਾਹੁੰਦੇ ਸੀ, ਬਾਬਾ ਜੀ ਦੇ ਹੁੰਦੇ ਦੇਣਾ ਚਾਹੁੰਦੇ ਸੀ ਜੀ, ਪਰ ਚਲੋ ਪਰਮਾਤਮਾ ਨੇ ਨਹੀਂ ਮਿਲਾਪ ਕਰਾਇਆ, ਕਰੋਨਾ ਕਰਕੇ ਨਹੀਂ ਹੋ ਸਕਿਆ। ਤੇ ਅਸੀਂ ਉਹਨਾਂ ਦੇ ਨਾਲ ਹੁੰਦੇ ਵਿੱਚ ਸਾਡੇ ਬਾਬਾ ਜੀ ਵੀ ਹੁੰਦੇ ਤੇ ਹੋਰ ਮਜ਼ਾ ਆਉਣਾ ਸੀ ਇਸ ਕੰਮ ਦਾ, ਜੋ ਦੇਖਣ ਇਹ ਦਰਸ਼ਨ ਕਰਨ ਆਏ ਆ। ਤੇ ਸੱਚੇ ਪਾਤਸ਼ਾਹ ਕਿਰਪਾ ਕਰੇ, ਕੰਮ ਨੂੰ ਵਧਾਵੇ, ਸਾਨੂੰ ਵੀ ਉਤਸ਼ਾਹ ਦੇਵੇ ਤੇ ਅਸੀਂ ਬਾਕੀ ਸੰਗਤਾਂ ਨੂੰ ਵੀ ਨਾਲ ਉਤਸ਼ਾਹ ਦੇਵੇ, ਸਾਨੂੰ ਸਾਰਿਆਂ ਨੂੰ ਬਲ ਬਖਸ਼ੇ। ਮੈਂ ਚਾਹਾਂਗਾ ਸਰ ਨਾ ਇੱਕ ਵਾਰੀ ਸਰ, ਕਿਉਂਕਿ ਆਪਾਂ ਉਸ ਜਗ੍ਹਾ ਤੇ ਆ ਜਿਸ ਜਗ੍ਹਾ ਨੂੰ ਗੁਰੂ ਕੀ ਕਾਸ਼ੀ ਕਿਹਾ ਜਾਂਦਾ। ਜੇ ਤੁਸੀਂ ਸਾਰੀਆਂ ਸੰਗਤਾਂ ਨੂੰ, ਸਾਡੇ ਵਿਊਅਰਸ ਨੂੰ ਵੀ ਤੇ ਜਿਹੜੇ ਅਸੀਂ ਵੀ ਹਾਂ ਸਾਰੇ, ਸਾਨੂੰ ਇਸ ਦੇ ਕਨਸੈਪਟ ਤੋਂ ਜਾਣੂ ਕਰਾਓ ਕਿ ਦਸਮ ਪਾਤਸ਼ਾਹ ਨੇ ਕਿਉਂ ਗੁਰੂ ਕੀ ਕਾਸ਼ੀ ਦਾ ਕਨਸੈਪਟ ਲਿਆ ਸੀ ਤੇ ਫਿਰ ਉਸ ਕਨਸੈਪਟ ਨੂੰ ਅੱਗੇ ਸਾਕਾਰ ਕਰਨ ਵਾਸਤੇ ਕਿੱਦਾਂ ਕਲਗੀਧਰ ਟਰਸਟ ਨੇ ਜਾਂ ਬਾਬਾ ਇਕਬਾਲ ਸਿੰਘ ਜੀ ਨੇ ਉਹ ਸੁਪਨਾ ਸਿਰਜਿਆ। ਜੇ ਤੁਸੀਂ ਇਤਿਹਾਸਕ ਪਹਿਲੂ ਤੋਂ ਜਾਣੂ ਕਰਾ ਸਕਦੇ ਹੋ। ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਲਗਭਗ 300 ਵਰ੍ਹੇ ਤੋਂ ਪਹਿਲਾਂ ਜੀ ਇੱਥੇ ਆ ਕੇ ਜਿਹੜਾ ਹੈ ਉਹਨਾਂ ਨੇ ਬੜਾ ਕੀਤਾ ਤੇ ਉੱਥੇ ਆ ਕੇ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼੍ਰੀ ਆਦਿ ਗ੍ਰੰਥ ਦੇ ਰੂਪ ਦੇ ਵਿੱਚ ਜਿਹੜੀ ਹੈ ਉਹ ਸੰਪਾਦਨਾ ਕੀਤੀ। ਉਹਦੇ 'ਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਸੰਮਿਲਿਤ ਕੀਤੀ ਤੇ ਇਹ ਬਹੁਤ ਵੱਡਾ ਸਥਾਨ ਹੈ। ਔਰ ਇੱਥੇ ਇਹ ਕਾਰਜ ਉਹਨਾਂ ਨੇ ਭਾਈ ਮਨੀ ਸਿੰਘ ਜੀ ਦੇ ਕਿਰਪਾ ਕਰਕੇ ਆਪ ਲਿਖਵਾਇਆ, ਉਚਾਰਨ ਕਰਕੇ ਉਹਨਾਂ ਨੇ, ਤੇ ਭਾਈ ਮਨੀ ਸਿੰਘ ਜੀ ਨੇ ਲਿਖਣ ਦੀ ਸੇਵਾ ਕੀਤੀ। ਤੇ ਤੁਸੀਂ ਦੇਖੋ ਕਿ ਇੱਥੇ ਜਦੋਂ ਆਪਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਤਾਂ ਨਾਲ ਹੀ ਉਹਦੇ ਬਿਲਕੁਲ ਸਾਹਮਣੇ ਹੀ ਗੁਰਦੁਆਰਾ ਸਾਹਿਬ ਲਿਖਣ ਸਰ ਸਾਹਿਬ ਤੇ ਮਹਾਰਾਜ ਜੀ ਨੇ ਫਿਰ ਜਦੋਂ ਉਹ ਜਿਹੜੀ ਕਲਮ ਦਵਾਤ ਜਿਹੜੀਆਂ ਬਣਾਈਆਂ ਗਈਆਂ ਸੀ ਇਸ ਕਾਰਜ ਲਈ, ਤਾਂ ਉਹ ਸਾਰੀਆਂ ਦੀ ਸਾਰੀਆਂ ਸਰੋਵਰ ਦੇ ਵਿੱਚ ਜਿਹੜੀਆਂ ਉਹ ਜਿਵੇਂ ਉੱਥੇ ਇਤਿਹਾਸ ਆਪਾਂ ਦੇਖਦੇ ਹਾਂ ਉਹ ਪ੍ਰਵਾਹ ਕਰ ਦਿੱਤੀਆਂ। ਤੇ ਮਹਾਰਾਜ ਜੀ ਨੇ ਬਚਨ ਕੀਤਾ ਕਿ ਇਹ ਧਰਤੀ ਜਿਹੜੀ ਹੈ ਉਹ ਗੁਰੂ ਕੀ ਕਾਸ਼ੀ ਜੋ ਜਿਹੜਾ ਹੈ ਪ੍ਰਗਟ ਹੋਏਗੀ। ਉਹਦਾ ਕਾਰਨ ਇਹ ਸੀ ਕਿ ਕਿਉਂਕਿ 300 ਵਰ੍ਹੇ ਪਹਿਲਾਂ ਜਿਹੜਾ ਕਾਸ਼ੀ ਵਿਸ਼ਵਨਾਥ ਜਿਹੜਾ ਅਸਥਾਨ ਹੈ, ਬਨਾਰਸ ਜਿਹਨੂੰ ਆਪਾਂ ਕਹਿੰਦੇ ਹਾਂ, ਵਾਰਾਣਸੀ ਵੀ ਕਿਹਾ ਜਾਂਦਾ, ਤਾਂ ਉੱਥੇ ਜਿਹੜਾ ਹੈ ਉਹ ਵਿੱਦਿਆ ਦੇ ਉਸ ਟਾਈਮ ਦੀ ਜਿਹੜੀ ਵਿੱਦਿਆ ਹੈ ਦਿੱਤੀ ਜਾਂਦੀ ਸੀ ਤੇ ਲੋਕ ਵੱਡੇ ਵੱਡੇ ਵਿਦਵਾਨ ਬਣਨ ਲਈ, ਪੰਡਤ ਬਣਨ ਲਈ ਜਿਹੜਾ ਹੈ ਉਸ ਅਸਥਾਨ ਤੇ ਜਾਂਦੇ ਸੀ। ਤੇ ਮਹਾਰਾਜ ਜੀ ਨੇ ਫਿਰ ਇੱਥੇ ਆ ਕੇ ਬਚਨ ਕੀਤੇ ਸੀ, ਇਹ ਹੈ ਪ੍ਰਗਟ ਹਮਾਰੀ ਕਾਸ਼ੀ, ਪੜ੍ਹੈ यहाँ ਢੋਰ ਮਤਰਾਸੀ, ਲੇਖਕ ਗਣਿਕ ਵਿੰਦ ਗਿਆਨੀ, ਬੁੱਧ ਸਿੰਧ ਹੈ ਹਿਤ ਆਨੀ। ਤੇ ਇੱਥੇ ਆ ਕੇ ਜਿਹੜੇ ਵੱਡੇ ਵੱਡੇ ਸਕਾਲਰ ਬਣਨਗੇ ਤੇ ਉਹ ਫਿਰ ਜਦੋਂ ਬਾਬਾ ਜੀ ਨੂੰ ਬਾਬਾ ਇਕਬਾਲ ਸਿੰਘ ਜੀ ਅਕਸਰ ਉਤਸ਼ਾਹ 'ਚ ਆ ਜਾਂਦੇ ਸੀ ਜਦੋਂ ਦੇਖਦੇ ਸੀ ਕਿ ਇਹ ਇੰਨੀਆਂ ਅਕੈਡਮੀਆਂ ਤੋਂ ਬਾਅਦ ਹੁਣ ਇੱਕ ਯੂਨੀਵਰਸਿਟੀ ਬਣਨ ਜਾ ਰਹੀ ਹੈ, ਮਹਾਰਾਜ ਜੀ ਦੇ ਬਚਨਾਂ ਨੂੰ ਪੂਰਨ ਕਰਨ ਵੱਲ ਉਹਨਾਂ ਦਾ ਜਿਹੜਾ ਹੈ ਉਹ ਕਦਮ ਵੱਧ ਰਿਹਾ ਤੇ ਉਦੋਂ ਫਿਰ ਉਤਸ਼ਾਹ ਨਾਲ ਭਰ ਜਾਂਦੇ ਸੀ ਤੇ ਉਹਨਾਂ ਨੂੰ ਐਂ ਲੱਗਦਾ ਸੀ ਕਿ ਮੈਂ ਮਹਾਰਾਜ ਜੀ ਦੀ ਜਿਹੜੇ ਬਚਨ ਹੈ ਉਹਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ। ਤਾਂ ਉਹ ਤੁਸੀਂ ਦੇਖੋ ਵੀ ਹੁਣ ਇਸ ਯੂਨੀਵਰਸਿਟੀ ਦੇ ਵਿੱਚ ਪਿਛਲੇ 2015 ਤੋਂ ਤਕਰੀਬਨ ਹੁਣ 7ਵਾਂ ਸਾਲ ਜਾ ਰਿਹਾ ਹੈ, ਅਕੈਡਮਿਕ ਸੈਸ਼ਨ ਜਾ ਰਿਹਾ ਤੇ ਇਹਦੇ 'ਚ ਦੂਰੋਂ ਨੇੜਿਓਂ ਬਹੁਤ ਸਾਰੇ ਵਿਦਿਆਰਥੀ ਪੜ੍ਹਨ ਆਉਂਦੇ ਨੇ ਔਰ ਉਹ ਵਿੱਦਿਆ ਲੈ ਕੇ ਪੂਰੀ ਦੁਨੀਆ ਦੇ ਵਿੱਚ ਫੈਲਣਗੇ। ਤੇ ਇੱਥੋਂ ਜਿਹੜਾ ਇੱਕ ਵੱਡਾ ਸੁਨੇਹਾ ਜਿਹੜਾ ਹੈ ਉਹ ਜਿਵੇਂ ਟਰਸਟ ਦਾ ਜਿਹੜਾ ਮੈਂਡੇਟ ਹੈ ਕਿ ਜਿਹੜਾ ਯੂਨੀਵਰਸਲ ਜਿਹੜੀ ਪੀਸ ਹੋਵੇ, ਬ੍ਰਦਰਹੁੱਡ ਹੋਵੇ, ਯੂਨੀਵਰਸਲ ਬ੍ਰਦਰਹੁੱਡ ਹੋਵੇ, ਪੀਸ ਹੋਵੇ, ਸ਼ਾਂਤੀ ਹੋਵੇ, ਭਾਈਚਾਰਾ ਹੋਵੇ, ਤਾਂ ਉਹ ਸੁਨੇਹਾ ਇਸ ਧਰਤੀ ਤੋਂ ਮਹਾਰਾਜ ਜੀ ਦੇ ਹੁਕਮਾਂ ਦੁਆਰਾ ਜਿਹੜਾ ਉਹਨਾਂ ਨੇ ਪਹੁੰਚਾਉਣ ਲਈ ਜਿਹੜਾ ਹੈ ਐਡਾ ਵੱਡਾ ਸੇਵਾ ਦਾ ਕਾਰਜ ਆਰੰਭਿਆ। ਔਰ ਉਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੀ ਸੰਗਤਾਂ ਨੇ ਔਰ ਇੱਥੋਂ ਦੇ ਜਿਹੜੇ ਲੋਕਲ ਵਸਨੀਕ ਨੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਸਾਰਿਆਂ ਨੇ ਮਿਲ ਕੇ ਜਿਹੜਾ ਹੈ ਉਹ ਬਾਬਾ ਜੀ ਦੀ ਅਗਵਾਈ ਹੇਠ ਇਸ ਕਾਰਜ ਨੂੰ ਜਿਹੜਾ ਹੈ ਉਹ ਨੇਪਰੇ ਚਾੜਨ 'ਚ ਬਹੁਤ ਵੱਡਾ ਜਿਹੜਾ ਹੈ ਉਹ ਸੇਵਾ ਨਿਭਾਈ। ਅਸੀਂ ਚਾਹਾਂਗੇ ਜੀ ਕਿ ਇੱਕ ਵਾਰੀ ਤੁਸੀਂ, ਕਿਉਂਕਿ ਦੂਰੋਂ ਆਏ ਨੇ ਸਾਰੇ
ਤੇ ਇੱਕ ਵਾਰੀ ਸਾਰੇ ਕੈਂਪਸ ਦੀ ਝਾਤ ਆਪਾਂ ਇਹਨਾਂ ਨੂੰ ਦਿਖਾਈਏ ਕਿ ਅਸਲ ਦੇ ਵਿੱਚ ਜਿਹੜੇ ਇਹਨਾਂ ਦੇ ਦਸਵੰਧ ਨੇ ਉਹ ਕਿਵੇਂ ਕਿਵੇਂ ਆਪਾਂ ਲਾਉਣ ਦਾ ਯਤਨ ਕਰਦੇ। ਸਾਨੂੰ ਇਹ ਜਿਹੜਾ ਪਾਰਟ ਹੈ ਇਹਦਾ ਕੀ ਮਤਲਬ ਹੈ? ਇਹ ਇੱਥੇ ਵੀਰ ਜੀ ਇਹ ਜਿਹੜਾ ਨਾ ਆਕਟਾਗਨਲ ਸ਼ੇਪ ਹੈ, 8 ਭੁਜੀ ਜਿਹੜੀ ਬਿਲਡਿੰਗ ਹੈ, ਠੀਕ ਹੈ। ਮਤਲਬ 8 ਬਿਲਡਿੰਗਾਂ ਨੇ ਜਿਹਨੂੰ ਆਪਸ 'ਚ ਜੋੜਿਆ ਹਾਂਜੀ ਗਿਆ ਮੈਂ ਤਾਂ ਔਰ ਉਹਦੇ 'ਚ ਅਲੱਗ-ਅਲੱਗ ਬਲਾਕਸ ਨੇ ਜਿਹਦੇ ਵਿੱਚ ਸਾਇੰਸ ਦੇ ਜਿਹੜੇ ਵਿਸ਼ੇ ਦੇ ਵਿੱਚ ਤੇ ਨਾਲ ਹੀ ਜਿਹੜਾ ਹੈ ਉਹ ਹਿਊਮੈਨਿਟੀਜ਼ ਦੇ ਵਿਸ਼ੇ ਦੇ ਵਿੱਚ, ਇੰਜੀਨੀਅਰਿੰਗ ਦੇ ਵਿਸ਼ਿਆਂ ਦੇ ਵਿੱਚ ਔਰ ਜਿਹੜਾ ਹੈ ਸੋਸ਼ਲ ਸਾਇੰਸਿਸ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਐਸੇ ਕੋਰਸ ਜਿਨ੍ਹਾਂ ਨਾਲ ਵਿਦਿਆਰਥੀ ਪੜ੍ਹ ਕੇ ਸਮਰੱਥ ਬਣਨਗੇ ਤੇ ਰੁਜ਼ਗਾਰਯੋਗ ਬਣਨਗੇ, ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਪੱਖ ਹੈ ਜਿਹੜਾ ਬਾਬਾ ਜੀ ਕਹਿੰਦੇ ਹੁੰਦੇ ਸੀ ਕਿ ਜਿਹੜੇ ਸਾਡੇ ਵਿਦਿਆਰਥੀ ਪੜ੍ਹ ਲਿਖ ਕੇ ਡਿਗਰੀਆਂ ਲੈ ਕੇ ਉਹ ਜਿਹੜਾ ਹੈ ਉਹ ਇੱਧਰ ਉੱਧਰ ਨਾ ਭਟਕਣ, ਉਹ ਤਿਆਰ ਹੋਣ ਰੁਜ਼ਗਾਰਮੁਖੀ ਸਿੱਖਿਆ ਜਿਹੜੀ ਹੈ ਨਾਲ ਤੇ ਉਹਨਾਂ ਨੂੰ ਤਿਆਰੀ ਕਰਵਾਉਣੀ, ਚਾਹੇ ਉਹਨਾਂ ਨੇ ਬੈਂਕ ਪੀਓ ਜਾਣਾ ਹੈ, ਚਾਹੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੇ ਪਹੁੰਚਣਾ ਹੈ, ਤਾਂ ਇੱਕ ਵੱਡਾ ਮਿਸ਼ਨ ਤੇ ਵਿਜ਼ਨ ਲੈ ਕੇ ਉਹਨਾਂ ਨੇ ਸਾਰਾ ਇਹ ਕਾਰਜ ਆਰੰਭਿਆ ਔਰ ਉਹਦੇ 'ਚ ਸਫਲਤਾਪੂਰਵਕ ਜਿਹੜਾ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਿਹਰ ਦੇ ਨਾਲ ਉਹ ਕਦਮ ਵਧਾਏ ਜਾ ਰਹੇ ਨੇ, ਜਿਹਦੇ 'ਚ ਸਾਡੇ ਵਾਈਸ ਚਾਂਸਲਰ ਸਾਹਿਬ ਡਾਕਟਰ ਗੁਰਮੇਲ ਸਿੰਘ ਜੀ ਉਹ ਤਨਦੇਹੀ ਨਾਲ ਪਿਛਲੇ ਲਗਭਗ ਜਦੋਂ 2015 ਤੋਂ ਇੱਥੇ ਆ ਗਏ ਸੀ ਤੇ ਉਹ ਲੱਗੇ ਹੋਏ ਨੇ, ਦਿਨ ਰਾਤ ਉਹ ਬਾਬਾ ਜੀ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਉਹਨਾਂ ਨੇ ਆਪਣਾ ਤਨ ਮਨ ਧਨ ਵੀ ਅਰਪਿਆ ਹੋਇਆ। ਆਓ ਜੀ ਫਿਰ ਆਪਾਂ ਇੱਕ ਵਾਰੀ ਵਿਜ਼ਿਟ ਕਰਦੇ ਹਾਂ। ਇਹ ਕਿਸੇ ਨੇ ਦਾਨ ਕੀਤੀ ਕਿ ਪਹਿਲਾਂ ਦੀ ਗੁਰੂ ਦੇ ਹੁੰਦਿਆਂ ਦੀ ਅੱਜ? ਇਹ ਵੀ ਜੀ ਇੱਥੇ ਆਪਣਾ ਬੁੰਗਾ ਮਸਤਵਾਣਾ ਹੈ, ਜਿਹਨੂੰ ਗੁਰਮਤਿ ਵਿਦਿਆਲਿਆ ਬਾਬਾ ਅਤਰ ਸਿੰਘ ਜੀ ਨੇ 100 ਸਾਲ ਪਹਿਲਾਂ ਲਗਭਗ ਸਥਾਪਨ ਕੀਤਾ ਸੀਗਾ, ਠੀਕ ਹੈ। ਤੇ ਉਹਨਾਂ ਦੇ ਅਧੀਨ ਇਹ ਜਗ੍ਹਾ ਆਉਂਦੀ ਸੀ। ਅੱਛਾ, ਇਹ ਮਤਲਬ ਜਿਹੜਾ ਆਪਣਾ ਗੁਰਦੁਆਰਾ ਸਾਹਿਬ ਮਸਤੂਆਣਾ ਅਤੇ ਉਹਨਾਂ ਦਾ ਬੁੰਗਾ ਮਸਤੂਆਣਾ ਜਿਹੜਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਿਛਲੇ ਸਾਈਡ ਤਕਰੀਬਨ ਅੱਜ ਤੋਂ 100 ਵਰੇ ਤੋਂ ਪਹਿਲਾਂ ਸਮੇਂ ਬਾਬਾ ਅਤਰ ਸਿੰਘ ਜੀ ਨੇ ਇੱਥੇ ਆ ਕੇ ਜਿਹੜਾ ਹੈ ਉਹ ਗੁਰਮਤਿ ਵਿਦਿਆਲਿਆ ਬਣਾਇਆ, ਕਿਉਂਕਿ ਉਹਨਾਂ ਵੇਲਿਆਂ 'ਚ ਜਿਹੜੀ ਵਿੱਦਿਆ ਪ੍ਰਦਾਨ ਕਰਨ ਦੇ ਇਹੀ ਸਾਧਨ ਹੁੰਦੇ ਸਨ। ਕਾਲਜਾਂ, ਯੂਨੀਵਰਸਿਟੀਆਂ, ਸਕੂਲਾਂ ਦਾ ਚੱਲਣ ਉਹਨਾਂ ਜ਼ਿਆਦਾ ਨਹੀਂ ਸੀ, ਤਾਂ ਇੱਥੇ ਗੁਰਮਤਿ ਵਿਦਿਆਲਿਆ ਬਣਾ ਕੇ ਉਹਨਾਂ ਨੇ ਮਹਾਰਾਜ ਜੀ ਦੇ ਬਚਨਾਂ ਵੱਲ ਬਹੁਤ ਵੱਡੀ ਪਹਿਲਕਦਮੀ ਕੀਤੀ 100 ਸਾਲ ਪਹਿਲਾਂ, ਤੇ ਫਿਰ ਉਹਨਾਂ ਦੇ ਹੀ ਬਚਨਾਂ ਨੂੰ ਮੰਨਦੇ ਹੋਏ ਬਾਬਾ ਅਤਰ ਸਿੰਘ ਜੀ ਦੇ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ, ਉਸ ਤੋਂ ਬਾਅਦ ਫਿਰ ਬਾਬਾ ਇਕਬਾਲ ਸਿੰਘ ਜੀ ਮਹਾਰਾਜ, ਉਹਨਾਂ ਨੇ ਫਿਰ ਇਹ ਕਾਰਜ ਨੂੰ ਅੱਗੇ ਲਗਾਤਾਰ ਜਿਹੜਾ ਜਾਰੀ ਰੱਖਿਆ ਔਰ ਉਹ ਬੁੰਗਾ ਮਸਤੂਆਣਾ ਦੀ ਇਹ ਜਗ੍ਹਾ ਸੀ। ਉਹਨਾਂ ਨੇ ਫਿਰ ਇਹ ਜਗ੍ਹਾ ਇੱਥੇ ਉਹਦਾ ਯੋਗਦਾਨ ਪਾਇਆ। ਬਾਬਾ ਮਿੱਠਾ ਸਿੰਘ ਜੀ ਜਿਹਨਾਂ ਦੀ ਤਸਵੀਰ ਰਿਸੈਪਸ਼ਨ ਤੇ ਲੱਗੀ ਹੋਈ ਹੈ, ਤਾਂ ਉਹਨਾਂ ਵੱਲੋਂ ਇਹ ਜਿਹੜੀ ਜਗ੍ਹਾ ਕਲਗੀਧਰ ਟਰਸਟ ਨੂੰ ਦਿੱਤੀ ਗਈ ਤਾਂ ਕਿ ਇੱਥੇ ਮਹਾਰਾਜ ਜੀ ਦਾ ਜਿਹੜਾ ਹੈ ਉਹ ਕੀਤਾ ਹੋਇਆ ਬਚਨ ਪੂਰਾ ਕਰਨ ਵੱਲ ਕਦਮ ਵਧਾਏ ਜਾਣ। ਇਹਦੇ ਪਿੱਛੇ ਵੀ ਨਾ ਇੱਕ ਕਾਫੀ ਜ਼ਿਆਦਾ ਏਰੀਆ ਲੱਗਦਾ, ਏਰੀਆ 40 ਏਕੜ ਹੈ ਜੀ, ਉਹਨਾਂ ਨੇ ਜਿਹੜੀ ਦਿੱਤੀ ਸੀ 40 ਏਕੜ ਦੇ ਲਗਭਗ ਹੈਗਾ ਜੀ। ਇਹਦੇ ਪਿੱਛੇ ਵੀ ਨਾ ਇੱਕ ਥੋੜਾ ਜਿਹਾ ਇਤਿਹਾਸਕ ਮਤਲਬ ਇੱਕ ਦਿਲਚਸਪ ਪਹਿਲੂ ਹੈ ਕਿ ਬਾਬਾ ਮਿੱਠਾ ਸਿੰਘ ਜੀ ਹੋਰਾਂ ਕੋਲੇ ਬਾਬਾ ਇਕਬਾਲ ਸਿੰਘ ਜੀ ਹੋਰਾਂ ਨੇ ਪਹੁੰਚ ਕੀਤੀ ਸੀ ਕਿ ਸਾਨੂੰ ਯੂਨੀਵਰਸਿਟੀ ਲਈ ਕੋਈ ਜਗ੍ਹਾ ਚਾਹੀਦੀ ਹੈ। ਚਲੋ ਉਦੋਂ ਉਹਨਾਂ ਦਾ ਮਨ ਨਹੀਂ ਬਣਿਆ, ਉਹਨਾਂ ਨੇ ਜਵਾਬ ਵੀ ਨਹੀਂ ਦਿੱਤਾ ਪਰ ਮਨ ਵੀ ਨਹੀਂ ਬਣਿਆ। ਇੱਕ ਰਾਤ ਸੁਪਨੇ ਦੇ ਵਿੱਚ ਉਹ ਕਹਿੰਦੇ ਕਿ ਮੈਨੂੰ ਦਸਮ ਪਿਤਾ ਆਉਂਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੇ ਅਗਲੇ ਦਿਨ ਹੀ ਸਵੇਰੇ ਕਾਕਾ ਵੀਰ ਜੀ ਨੂੰ ਫੋਨ ਜਾਂਦਾ, ਸਵੇਰੇ ਨਹੀਂ ਰਾਤ ਨੂੰ ਮਿੱਠਾ ਸਿੰਘ ਜੀ ਦਾ, ਕਿ ਆ ਜਾਓ ਜੀ ਸਵੇਰੇ, ਮੈਂ ਤਹਿਸੀਲਦਾਰ ਦੇ ਬੈਠਾ ਹੋਊਂਗਾ ਤੇ 40 ਏਕੜ ਦੀ ਰਜਿਸਟਰੀ ਕਰਾ ਲਓ। ਤੇ ਭਾਈ ਸਾਹਿਬ ਕਹਿੰਦੇ ਕਿ ਐਡੀ ਜਲਦੀ ਕਿਵੇਂ ਸੰਭਵ ਹੋ ਸਕਦਾ, ਪੇਪਰ ਵਰਕ ਕਰਨਾ ਹੋਰ ਸਾਰਾ ਕੁਝ। ਕਹਿੰਦੇ ਆ ਜਾਓ ਜੀ, ਕਹਿੰਦੇ ਮੈਨੂੰ ਤਾਂ ਗੁਰੂ ਪਾਤਸ਼ਾਹ ਦਾ ਹੁਕਮ ਹੋਇਆ ਦਸਮ ਪਿਤਾ ਦਾ ਕਿ ਇਹ ਜ਼ਮੀਨ ਤਾਂ ਹੁਣ ਮੈਂ ਕਲਗੀਧਰ ਟਰਸਟ ਬੜੂ ਸਾਹਿਬ ਨੂੰ ਦੇਣੀ ਹੀ ਦੇਣੀ ਹੈ, ਇੱਥੇ ਯੂਨੀਵਰਸਿਟੀ ਬਣੇਗੀ। ਮਤਲਬ ਬਾਬਾ ਮਿੱਠਾ ਸਿੰਘ ਜੀ ਦਾ ਮਤਲਬ ਕਾਰਜ ਕਿਵੇਂ ਰਾਸ ਆਉਂਦੇ ਨੇ ਜਾਂ ਕੁਦਰਤ ਕਿਵੇਂ ਕਰਾਉਂਦੀ ਹੈ। ਬਾਬਾ ਇਕਬਾਲ ਸਿੰਘ ਜੀ ਦੀ ਵੀ ਪ੍ਰੇਰਣਾਵਾਂ ਦਾ ਇਹ ਅਸਰ ਹੈ ਕਿ ਉਹਨਾਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ, ਉਹਨਾਂ ਨੂੰ ਜਿਹੜਾ ਹੈ ਉਹ ਇਸ ਗੱਲ ਲਈ ਪ੍ਰੇਰਿਆ ਜੀ, ਤਾਂ ਕਿਉਂਕਿ ਮਹਾਂਪੁਰਸ਼ਾਂ ਦੇ ਜਿਹੜੇ ਬਚਨ ਹੁੰਦੇ ਨੇ ਉਹਨਾਂ ਦੇ ਅਸਰ ਅਸੀਂ ਵੀ ਨਹੀਂ ਜਾਣ ਸਕਦੇ ਵੀ ਉਹਨਾਂ ਦੇ ਅਸਰ ਕਿੰਨੇ ਡੂੰਘੇ ਹੁੰਦੇ, ਜੀਵਨ ਜਿਹੜਾ ਬਦਲਾਉਣ ਵਾਲੇ ਬਚਨ ਹੁੰਦੇ ਆ ਉਹਨਾਂ ਦੇ ਮਹਾਂਪੁਰਸ਼ਾਂ ਦੇ। ਆਓ ਜੀ ਚਲੋ ਤੁਰੇ ਚਲੇ ਕਾਫੀ ਜੀ ਦੇਖਣਾ ਹੈ ਆਂਦੇ ਇੱਥੇ ਕਾਰਜਾਂ ਲਈ ਬਸ ਜੀ। ਵੈਸੇ ਵੀ ਗੁਰੂ ਮਹਾਰਾਜ ਜੀ ਦਾ ਬਚਨ ਹੈ ਸੰਤਾਂ ਕੇ ਕਾਰਜ ਆਪ ਭਲੋਆ, ਹਰ ਕੰਮ ਕਰਾਵਣ ਆਇਆ ਰਾਮ, ਤੇ ਉਹ ਸੰਤਾਂ ਦੇ ਕਾਰਜ ਜਿਹੜੇ ਆ ਉਹ ਅਕਾਲ ਪੁਰਖ ਵਾਹਿਗੁਰੂ ਆਪ ਅੱਗੇ ਹੋ ਕੇ ਜਿਹੜਾ ਹੈ ਅਗਵਾਈ ਕਰਦੇ ਨੇ। ਤੇ ਇਸੇ ਤਰੀਕੇ ਨਾਲ ਜਿਹੜੀਆਂ ਵੱਖ-ਵੱਖ ਬਿਲਡਿੰਗਾਂ ਆਪ ਜੀ ਦੇਖ ਰਹੇ ਹੋ ਇਹ ਹੁਣ ਹੋਇਆ ਬਣਾ ਲੈ ਕੇ ਇਹ ਆਡੀਟੋਰੀਅਮ ਤੇ ਜਿਹੜਾ ਨਾਲ ਹੈ ਜੀ ਸਟੇਡੀਅਮ ਦਾ ਜਿਹੜਾ ਹੈ ਨਿਰਮਾਣ ਉਹ ਇਸ ਕਾਰਜ ਅਧੀਨ ਹੈਗਾ ਜੀ। ਇਸ ਪ੍ਰੋਜੈਕਟ ਬਾਰੇ ਮੈਂ ਸਹਿਯੋਗੀ ਨੂੰ ਕਹਾਂਗਾ, ਕੈਮਰਾ ਸਹਿਯੋਗੀ ਨੂੰ ਮੇਰੇ ਰੁਪਿੰਦਰ ਨੂੰ, ਕਿ ਇੱਕ ਵਾਰ ਜਿਹੜੇ ਉਹ ਨਾ ਅੰਡਰ ਕੰਸਟਰਕਸ਼ਨ ਜਿਹੜਾ ਵਰਕ ਹੈ, ਜਿਹੜੇ ਉਹ ਪਿੱਲਰ ਖੜੇ ਨੇ, ਇਹਨਾਂ ਰੁਕਿਆ ਹੋਇਆ ਹੈ ਕੰਮ, ਪਿਛਲੇ ਕਈ ਸਾਲ ਤੋਂ ਰੁਕਿਆ ਹੋਇਆ। ਔਰ ਮੈਂ ਸਰ ਤੋਂ ਇਹਦੀ ਬਰੀਫ ਜਿਹੜੀ ਜਾਣਕਾਰੀ ਉਹ ਚਾਹਾਂਗਾ ਕਿ ਇੱਥੇ ਬਣੇਗਾ ਕੀ, ਔਰ ਸਾਡੇ ਵਿਦਿਆਰਥੀਆਂ ਨੂੰ, ਬੱਚਿਆਂ ਨੂੰ ਜੇਕਰ ਇਹ ਪ੍ਰੋਜੈਕਟ ਪੂਰਾ ਹੋ ਜਾਂਦਾ
ਕਿਉਂਕਿ ਮਹਿੰਗਾ ਵੀ ਹੋਏਗਾ। ਤਾਂ ਇਸ ਪ੍ਰੋਜੈਕਟ ਦਾ ਫਾਇਦਾ ਸਾਨੂੰ ਕੀ ਹੋਏਗਾ ਭਾਈ ਸਾਹਿਬ, ਇਹਦੀ ਸਰ ਜਾਣਕਾਰੀ ਦਿਓ, ਕਿਉਂਕਿ ਆਪਾਂ ਪਿਛਲੀ ਵਾਰੀ ਅਨਅਫੀਸ਼ੀਅਲੀ ਡਿਸਕਸ ਕੀਤਾ ਸੀ ਇਸ ਪ੍ਰੋਜੈਕਟ ਬਾਰੇ। ਖਰਚਾ ਤੇ ਹੋ ਹੀ ਗਿਆ ਜੀ। ਇਹਦੇ 'ਚ ਵੀਰ ਜੀ ਇਹ ਜਿਹੜਾ ਕਾਰਜ ਆਰੰਭਿਆ ਗਿਆ ਸੀ ਕਿ ਵਿਦਿਆਰਥੀ ਜਿਹੜੇ ਜਿੱਥੇ ਕਿ ਆਪਣੀ ਜਿਹੜੀ ਬੌਧਿਕ ਜਿਹੜੀ ਸਮਰੱਥਾ ਨੂੰ ਵਧਾਉਣ ਦੇ ਨਾਲ ਇੰਟੈਲੈਕਚੁਅਲ ਗਰੋਥ ਦੇ ਨਾਲ ਆਪਣੀ ਸਰੀਰਕ ਸਮਰੱਥਾ ਵੱਲ ਵੀ ਧਿਆਨ ਦੇਣ, ਸਿਹਤਮੰਦ ਰਹਿਣ। ਉਸ ਇਹ ਲਈ ਫਿਰ ਜਿਹੜਾ ਹੈ ਇੱਥੇ ਸਟੇਡੀਅਮ ਦੀ ਉਸਾਰੀ ਲਈ ਤੇ ਆਡੀਟੋਰੀਅਮ ਨਾਲ, ਕਿਉਂਕਿ ਦੋਵੇਂ ਕਾਰਜ ਨੇ ਜਿੱਥੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਕੋਈ ਜਿੱਦਾਂ ਹੈ ਜਿਵੇਂ ਕੋਈ ਸੈਮੀਨਾਰ ਹੈ, ਕਾਨਫਰੰਸ ਹੈ, ਉਹਦੇ ਲਈ ਕੋਈ ਵੱਡਾ ਇਕੱਠ ਹੁੰਦਾ ਤੇ ਉਹਦੇ ਲਈ ਇਸ ਤਰ੍ਹਾਂ ਦਾ ਭਵਨ ਚਾਹੀਦਾ ਸੀ। ਤੇ ਨਾਲ ਦੀ ਨਾਲ ਜਿਹੜਾ ਹੈ ਇੱਥੇ ਜਿਹੜਾ ਪੈਵੀਲੀਅਨ ਹੁੰਦਾ, ਸਪੋਰਟਸ ਪੈਵੀਲੀਅਨ ਹੁੰਦਾ, ਤਾਂ ਉਸ ਤਰੀਕੇ ਨਾਲ ਵਿਦਿਆਰਥੀ ਇੱਥੇ ਆ ਕੇ ਆਪਣਾ ਅਭਿਆਸ ਕਰਨ ਤੇ ਆਪਣੇ ਆਪ ਨੂੰ ਸਰੀਰਕ ਤੌਰ ਤੇ ਵੀ ਰਿਸ਼ਟ ਪੁਸ਼ਟ ਰੱਖਣ। ਜਿਵੇਂ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਸਰੀਰਕ ਤੌਰ ਤੇ ਵੀ ਬਲਵਾਨ ਹੋਣਾ ਚਾਹੀਦਾ, ਮਾਨਸਿਕ ਤੌਰ ਤੇ ਵੀ ਬਲਵਾਨ ਹੋਣਾ ਚਾਹੀਦਾ। ਤੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਸ ਵੱਲ ਨੌਜਵਾਨਾਂ ਨੂੰ ਪ੍ਰੇਰਿਆ ਔਰ ਹੋਲੇ ਮਹੱਲੇ ਦੀ ਖੇਡਾਂ ਜਗਤ ਪ੍ਰਸਿੱਧ ਨੇ, ਆਪ ਜੀ ਨੂੰ ਪਤਾ ਹੀ ਹੈ। ਤਾਂ ਉਹ ਫਿਰ ਵਿਜ਼ਨ ਤੇ ਮਿਸ਼ਨ ਦੇ ਨਾਲ ਫਿਰ ਐਦਾਂ ਦੇ ਜਿਹੜੇ ਨਿਰਮਾਣ ਕਾਰਜ ਜਿਹੜੇ ਹਲੇ ਕਾਰਜ ਅਧੀਨ ਹਲੇ ਨੇਪਰੇ ਚੜ੍ਹਨ ਵੱਲ ਵੱਧ ਰਹੇ ਹੈ। ਸੋ ਇਸ ਤਰ੍ਹਾਂ ਵਾਸਤੇ ਜਿਹੜਾ ਇਸ ਤਰ੍ਹਾਂ ਦੇ ਕਾਰਜ ਵਾਸਤੇ ਫਿਰ ਇਹਦਾ ਜਿਹੜਾ ਹੈ ਉਹ ਤਸੱਵਰ ਕੀਤਾ ਗਿਆ, ਇਹਨੂੰ ਲਿਖਿਆ ਗਿਆ। ਇਹ ਮੇਰੇ ਖਿਆਲ 'ਚ ਕੋਵਿਡ ਕਾਲ ਦੌਰਾਨ ਬੰਦ ਹੋ ਗਿਆ ਸੀ, ਇਹ ਕੰਮ ਰੁਕ ਗਿਆ ਸੀ। ਜੀ ਉਸ ਤੋਂ ਬਾਅਦ ਕਿਉਂਕਿ 2 ਸਾਲ ਤਕਰੀਬਨ ਜਿਹੜਾ ਹੈ ਉਹ ਵਿਦਿਆਰਥੀ ਘਰਾਂ ਦੇ ਵਿੱਚ ਆਪਣੀ ਪੜ੍ਹਾਈ ਕਰਦੇ ਰਹੇ। ਔਰ ਕਮਾਲ ਦੀ ਗੱਲ ਇਹ ਹੈ ਕਿ ਅਕਾਲ ਯੂਨੀਵਰਸਿਟੀ ਵੱਲੋਂ ਜਿਹੜਾ ਹੈ ਉਪਰਾਲਾ ਕੀਤਾ ਗਿਆ ਕਿ ਕੋਈ ਵੀ ਵਿਦਿਆਰਥੀ ਜਿਹੜਾ ਹੈ ਕਰੋਨਾ ਕਾਲ ਦੇ ਦੌਰਾਨ ਆਪਣੀ ਪੜ੍ਹਾਈ ਤੋਂ ਵੰਚਿਤ ਨਾ ਰਹੇ। ਤਾਂ ਬਹੁਤ ਇਫੈਕਟਿਵ ਤਰੀਕੇ ਨਾਲ ਆਨਲਾਈਨ ਪੜ੍ਹਾਈ ਨੂੰ ਲਾਗੂ ਕੀਤਾ ਗਿਆ। ਸ਼ਾਇਦ ਹੀ ਵਿਸ਼ਵ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਕੀਤਾ ਗਿਆ ਹੋਏ, ਜਿਹਦੇ ਵਿੱਚ ਜਿਹੜਾ ਹੈ ਵਿਦਿਆਰਥੀਆਂ ਦੀਆਂ ਕਲਾਸਾਂ ਲੱਗ ਰਹੀਆਂ ਨੇ, ਉਹ ਸਹੀ ਢੰਗ ਨਾਲ ਲਗਾ ਪਾ ਰਹੇ ਨੇ। ਇਸ ਗੱਲ ਦਾ ਉਚੇਚੇ ਤੌਰ ਤੇ ਪ੍ਰਬੰਧ ਕੀਤਾ ਗਿਆ। ਬਹੁਤ ਸ਼ੁਕਰੀਆ। ਤੇ ਮੈਂ ਚਾਹਾਂਗਾ ਕਿ ਇੱਕ ਵਾਰੀ ਇਹ ਪ੍ਰੋਜੈਕਟ ਦੀ ਸਰ ਲਾਗਤ ਕਿੰਨੀ ਆਉਣੀ ਹੈ, ਜੇ ਤੁਹਾਡੇ ਧਿਆਨ ਹਿੱਤ ਹੋਵੇ ਤੁਹਾਨੂੰ? ਇਹ ਮੇਰੇ ਖਿਆਲ ਵਾਈਸ ਚਾਂਸਲਰ ਸਾਹਿਬ ਇਸ ਸੰਬੰਧੀ ਜ਼ਿਆਦਾ ਵਧੇਰੇ ਜਾਣਕਾਰੀ ਪ੍ਰਦਾਨ ਕਰ ਸਕਦੇ ਆ, ਕਿਉਂਕਿ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਜਿਹੜੇ ਇਨਫਰਾਸਟ੍ਰਕਚਰ ਨਾਲ ਰਿਲੇਟਡ ਬਜਟਰੀ ਜਿਹੜੇ ਆਸਪੈਕਟਸ ਹੈਗੇ ਉਹ ਫਿਰ ਉਹੀ ਸਾਨੂੰ ਜੀ ਉਹਨਾਂ ਤੋਂ ਹੀ ਆਪਾਂ ਜਿਹੜੀ ਜਾਣਕਾਰੀ ਉਹ ਜ਼ਰੂਰ ਲਵਾਂਗੇ। ਆਓ ਜੀ ਸਰ ਪਲੀਜ਼। ਸੰਤ ਬਾਬਾ ਅਤਰ ਸਿੰਘ ਜੀ ਜਿਨ੍ਹਾਂ ਦੁਆਰਾ ਚਲਾਏ ਗਏ ਇਹ ਕਾਰਜ ਨੇ ਅੱਜ ਤੋਂ ਲਗਭਗ 100 ਸਾਲ ਪਹਿਲਾਂ ਦੇ, ਕਿਉਂਕਿ ਉਹਨਾਂ ਦਾ ਹੀ ਜਿਹੜਾ ਹੈ ਸਾਨੂੰ ਅਗਵਾਈ ਸੀ, ਸੇਧ ਸੀ ਕਿ ਜਿਹੜਾ ਹੈ ਵਿੱਦਿਆ ਦਾ ਵੀ ਪ੍ਰਚਾਰ ਪ੍ਰਸਾਰ ਜਿਹੜਾ ਹੈ, ਮਾਡਰਨ ਵਿੱਦਿਆ ਦਾ ਪ੍ਰਚਾਰ ਪ੍ਰਸਾਰ ਵੀ ਹੋਵੇ, ਨਾਲ ਬੱਚੇ ਸਾਡੇ ਬ੍ਰਹਮ ਵਿੱਦਿਆ ਨਾਲ ਵੀ ਜੁੜਨ, ਸਪਿਰਿਚੁਅਲ ਐਜੂਕੇਸ਼ਨ ਨਾਲ ਵੀ ਜੁੜਨ। ਤੇ ਉਹਦੇ 'ਚ ਫਿਰ ਜਿਹੜਾ ਹੈ ਉਹ ਸੀਰਾ ਤਾਤਾ ਠੰਡਾ ਚੀਜ਼ਾਂ ਫਿਰ ਜਿਹੜੀਆਂ ਜਦੋਂ ਵੈਲਿਊ ਐਜੂਕੇਸ਼ਨ ਜਿਹੜੀ ਅਸਰ ਕਰਨਾ ਸ਼ੁਰੂ ਕਰਦੀ ਹੈ ਤਾਂ ਫਿਰ ਉਹ ਮਹਿਸੂਸ ਨਹੀਂ ਹੁੰਦਾ। ਠੰਡ ਵੀ ਤੇ ਗਰਮੀ ਵੀ ਉਹ ਇੱਕ ਸਾਰੀ ਮਹਿਸੂਸ ਹੁੰਦੇ ਨੇ। ਤੇ ਇਸੇ ਲਈ ਫਿਰ ਇਹ ਸਾਰੇ ਪ੍ਰਬੰਧ ਸਜੇ ਗਏ ਕਿ ਵਿਦਿਆਰਥੀ ਵੀ ਸਾਡੇ ਜਿਹੜੇ ਹੈ ਆਪਣੇ ਵੱਡਿਆਂ ਤੋਂ ਸੇਧ ਲੈ ਕੇ ਇਸ ਤਰ੍ਹਾਂ ਦੇ ਆਪਣੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ। ਜੀ ਬਿਲਕੁਲ। ਇਸੇ ਕਰਕੇ ਤੁਸੀਂ ਦੇਖੋ ਯੂਨੀਵਰਸਿਟੀ ਦੇ ਅੰਦਰ ਹੀ ਆਪਾਂ ਜਿਸ ਪਾਸੇ ਵੱਧ ਰਹੇ ਹਾਂ ਉੱਥੇ ਸਾਡੇ ਵਿਦਿਆਰਥੀ ਇੱਕ ਸੋਹਣੇ ਤੇ ਸਾਫ਼ ਸੁਥਰੇ ਤੇ ਸਿਕਿਉਰ ਮਾਹੌਲ ਦੇ ਵਿੱਚ ਜਿਹੜਾ ਆਪਣੀ ਪੜ੍ਹਾਈ ਨੂੰ ਜਿਹੜਾ ਹੈ ਉਹ ਇੱਥੇ ਰਹਿ ਕੇ ਕੈਂਪਸ ਦੇ ਵਿੱਚ ਉਹ ਅੰਜਾਮ ਦਿੰਦੇ ਨੇ। ਤੇ ਇਸੇ ਲਈ ਲੜਕੀਆਂ ਦਾ ਹੋਸਟਲ ਵਿਸ਼ੇਸ਼ ਤੌਰ ਤੇ ਕੈਂਪਸ ਦੇ ਅੰਦਰ ਬਣਾਇਆ ਗਿਆ ਤੇ ਲੜਕਿਆਂ ਦਾ ਕੈਂਪਸ ਤੋਂ ਥੋੜੀ ਬਾਹਰ ਹੈ। ਇਹ ਵਧੀਆ। ਤੇ ਆਪ ਜੀ ਜਿਹੜੀ ਬਿਲਡਿੰਗ ਦੇਖ ਰਹੇ ਹੋ ਸਾਹਮਣੇ, ਤੇ ਇਹ ਸਟਾਫ ਬਿਲਡਿੰਗ ਹੈ। ਇਹਦੇ 'ਚ ਜਿਹੜਾ ਹੈ ਦੇਸ਼ੋਂ ਵਿਦੇਸ਼ੋਂ ਪੜ੍ਹ ਕੇ ਆਏ ਪ੍ਰੋਫੈਸਰ, ਕੋਈ ਹਾਰਵਰਡ ਯੂਨੀਵਰਸਿਟੀ ਤੋਂ, ਕੋਈ IITs ਤੋਂ, ISC ਬੈਂਗਲੌਰਸ ਤੋਂ, ਦਿੱਲੀ ਯੂਨੀਵਰਸਿਟੀ ਤੋਂ, ਵੱਡੀਆਂ ਜਿਹੜੀਆਂ ਸੰਸਥਾਵਾਂ ਤੋਂ ਟ੍ਰੇਨਿੰਗ ਹਾਸਲ ਕਰਕੇ ਇੱਥੇ ਆ ਕੇ ਸਾਡੇ ਵਿਦਿਆਰਥੀਆਂ ਨੂੰ ਉਹ ਵਧੀਆ ਪੜ੍ਹਾਈ ਜਿਹੜੀ ਪ੍ਰਦਾਨ ਕਰ ਰਹੇ ਨੇ। ਉਹ ਬਿਲਡਿੰਗ ਜਿਹੜੀ ਉਹ ਵੀਰ ਜੀ ਉਹ ਲੜਕੀਆਂ ਦਾ ਹੀ ਹੋਸਟਲ ਹੈ ਜੀ। ਉਹਦੇ 2 ਵੱਡੇ ਬਲਾਕ ਨੇ ਤੇ ਤਕਰੀਬਨ ਜਿਹੜਾ ਹੈ ਉਹ 400 ਤੋਂ 500 ਵਿਦਿਆਰਥੀ ਇਸ ਬਿਲਡਿੰਗ ਦੇ ਵਿੱਚ ਰਹਿ ਸਕਦੇ ਨੇ, ਉਹਨਾਂ ਵਾਸਤੇ ਪ੍ਰਬੰਧ ਹਨ। ਤੇ ਨਾਲ ਹੀ ਇਹਦੇ 'ਚ ਜਿਵੇਂ ਮੁੱਖ ਜਿਹੜੀ ਬਿਲਡਿੰਗ ਹੈ ਇਹਦੇ ਉੱਪਰ ਜਿਵੇਂ ਸੋਲਰ ਪੈਨਲ ਲੱਗੇ ਹੋਏ ਨੇ, ਕਿਉਂਕਿ ਜਿਹੜੀਆਂ ਲੋੜਾਂ ਨੇ એનર્ਜੀ ਦੀਆਂ ਜਾਂ ਬਿਜਲੀ ਦੀਆਂ ਉਹ ਇਨ ਹਾਊਸ ਪੂਰੀਆਂ ਕੀਤੀਆਂ ਜਾ ਰਹੀਆਂ ਨੇ। ਕਿਉਂਕਿ ਬਾਬਾ ਜੀ ਨੇ ਕਿਹਾ ਸੀ ਔਰ ਡਾਕਟਰ ਦਵਿੰਦਰ ਸਿੰਘ ਜੀ ਜੋ ਕਿ ਸਾਡੇ ਮੌਜੂਦਾ ਸਾਨੂੰ ਹੁਣ ਗਾਈਡ ਕਰ ਰਹੇ ਨੇ, ਉਹਨਾਂ ਦਾ ਵਿਜ਼ਨ ਤੇ ਮਿਸ਼ਨ ਸੀ ਕਿ ਜਿਹੜੀ એનર્ਜੀ ਦੀ ਲੋੜਾਂ ਜਿਹੜੀਆਂ ਇਨ ਹਾਊਸ ਪੂਰੀਆਂ ਕੀਤੀਆਂ ਜਾਣ। ਤਾਂ ਤਕਰੀਬਨ 70 ਤੋਂ 80% ਜਿਹੜੇ ਬਿਜਲੀ ਦਾ ਖਰਚਾ ਬਿਲਡਿੰਗਾਂ ਦੇ ਵਿੱਚ ਜਾਂ ਕੈਂਪਸ ਦੇ ਅੰਦਰ ਹੀ ਪੂਰਾ ਹੋ ਜਾਂਦਾ ਹੈ। ਇਹਦੇ ਨਾਲ ਤਾਂ ਆਪਾਂ ਨੇਚਰ ਫ੍ਰੀ ਵੀ ਬਣਦੇ ਹਾਂ, ਕੁਦਰਤ ਨੂੰ ਸਾਫ਼ ਰੱਖਣ ਦੀ ਜਿਹੜੀ ਗ੍ਰੀਨ এনवायरमेंट ਦੀ ਆਪਾਂ ਗੱਲ ਕਰਦੇ ਹਾਂ, ਕਲੀਨ এনवायरमेंट ਦੀ ਗੱਲ ਕਰਦੇ ਹਾਂ, ਤਾਂ ਉਸ ਵੱਲ ਵੀ ਪੂਰੀ ਤਵੱਜੋ ਦਿੱਤੀ ਜਾਂਦੀ ਹੈ। ਤੇ ਇਸੇ ਤਰੀਕੇ ਨਾਲ ਜਿਹੜਾ ਹੈ ਪਾਣੀ ਰੀਸਾਈਕਲ ਕਰਕੇ ਬੂਟਿਆਂ ਵਾਸਤੇ ਵੀ ਜਿਹੜਾ ਹੈ ਤੁਸੀਂ ਪਿੱਛੇ ਦੇਖੋ ਕਿ ਥਰਮਲ ਜਿਹੜਾ ਹੈ ਪਾਵਰ ਪਲਾਂਟ ਹੈਗਾ, ਇੱਕ ਜਿਹੜਾ ਸੀਵਰੇਜ ਜਿਹੜਾ ਟ੍ਰੀਟਮੈਂਟ ਪਲਾਂਟ ਹੈਗਾ ਉਹ ਵੀ ਇਸ ਬਿਲਡਿੰਗ ਤੋਂ ਪਿੱਛੇ ਲਗਾਇਆ ਗਿਆ ਔਰ ਉਹਨੂੰ ਜਿਹੜਾ ਪਾਣੀ ਨੂੰ ਰੀਸਾਈਕਲ ਕਰਕੇ ਫਿਰ ਜਿਹੜਾ ਹੈ ਬੂਟਿਆਂ ਲਈ ਤੇ ਜਿਹੜਾ ਹੈ ਪਲਾਂਟੇਸ਼ਨ ਲਈ, ਵੈਜੀਟੇਸ਼ਨ ਲਈ ਇਹ ਅਫਸਰਾਂ ਵਾਸਤੇ ਹੋ ਗਿਆ, ਉਹ ਬੱਚਿਆਂ ਵਾਸਤੇ ਹੋ ਗਿਆ। ਤੇ ਬੱਚੇ ਪੜ੍ਹਦੇ ਕਿੱਥੇ ਨੇ?
ਬੱਚੇ ਜਿਹੜੇ ਹੈਗੇ ਜੀ ਉਹ ਇਸ ਬਿਲਡਿੰਗ ਦੇ ਵਿੱਚ ਉਹਨਾਂ ਦੀ ਕਲਾਸਿਸ ਲੱਗਦੀਆਂ ਨੇ, ਉਹਨਾਂ ਦੀਆਂ ਜਿਹੜੀਆਂ ਲੈਬੋਰਟਰੀਜ਼ ਨੇ ਉਹ ਇੱਥੇ ਹੀ ਇਸ ਬਿਲਡਿੰਗ ਦੇ ਵਿੱਚ ਨੇ। ਹਾਂਜੀ, ਕੁਝ ਵਿਦਿਆਰਥਣਾਂ ਸਨ ਤੁਰੀਆਂ ਜਾਂਦੀਆਂ ਸਨ, ਇੱਕੋ ਤਰ੍ਹਾਂ ਦਾ ਡਰੈਸ ਕੋਡ ਹੈ, ਤਾਂ ਮਨ ਦੇ ਵਿੱਚ ਉਤਸੁਕਤਾ ਹੋਈ ਕਿ ਗੱਲ ਕੀਤੀ ਜਾਵੇ। ਸਤਿ ਸ਼੍ਰੀ ਅਕਾਲ ਬੇਟਾ, ਕੀ ਨਾਮ ਹੈ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਰਸਲੀਨ ਕੌਰ ਹੈ। ਜਸਲੀਨ, ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ ਬੇਸਿਕਲੀ? ਸਰ ਬੇਸਿਕਲੀ ਮੈਂ ਮਾਨਸਾ ਤੋਂ ਬਿਲੋਂਗ ਕਰਦੀ ਹਾਂ। ਕਿਹੜਾ ਪਿੰਡ ਹੈ ਤੁਹਾਡਾ? ਜੋਗਾ ਪਿੰਡ ਹੈ ਜੋਗਾ ਪਿੰਡ, ਜੋਗਾ ਰੇਲੇ ਜਿਹੜੇ ਦੋ ਇਕੱਠੇ ਆ ਜੀ ਹੈ। ਜੀ। ਤੇ ਰਸਲੀਨ, ਇਹ ਦੱਸੋ ਕਿ ਕਿੱਥੇ ਐਜੂਕੇਸ਼ਨ ਗ੍ਰਹਿਣ ਕਰ ਰਹੇ ਹੋ ਤੁਸੀਂ? ਮੈਂ MBA ਸਟੱਡੀ ਕਰ ਰਹੀ ਹਾਂ ਕਾਲੀ ਯੂਨੀਵਰਸਿਟੀ ਜੋ ਤਲਵੰਡੀ ਸਾਬੋ ਵਿਖੇ। ਹਾਂਜੀ ਕਦੋਂ ਤੋਂ ਕਿਹੜਾ ਸਮੈਸਟਰ ਹੈ ਤੁਹਾਡਾ, ਕਿਹੜਾ ਈਅਰ ਹੈ? ਸਰ ਐਕਚੁਅਲੀ ਮੇਰੇ MBA ਦਾ ਫਸਟ ਸਮੈਸਟਰ ਹੈ, ਫਸਟ ਈਅਰ ਚੱਲ ਰਿਹਾ ਹੈ। BCom ਵੀ ਮੈंने ਇੱਥੇ ਹੀ ਕੀਤੀ ਹੈ। ਅੱਛਾ, ਤੁਸੀਂ ਪੁਰਾਣੇ 올ਡ ਸਟੂਡੈਂਟ ਹੋ ਇੱਕ ਤਰ੍ਹਾਂ ਦੇ। ਕਿੱਦਾਂ ਦਾ ਐਕਸਪੀਰੀਅੰਸ ਹੈ ਤੁਹਾਡਾ ਇੱਥੇ ਅਕਾਲ ਯੂਨੀਵਰਸਿਟੀ ਦੇ ਨਾਲ, ਇੱਥੋਂ ਦੇ ਸਟਾਫ ਦੇ ਨਾਲ, ਇੱਥੋਂ ਦੇ এনवायरमेंट ਨਾਲ, ਜਾਂ ਇੱਥੋਂ ਦੀ ਸਟੱਡੀ ਦੇ ਨਾਲ? ਸਰ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਗਿਆ। ਮੈਨੂੰ BCom ਦੇ ਵਿੱਚ ਕਾਫੀ ਅੱਛਾ ਸਟਾਫ ਮਿਲ ਰਿਹਾ ਸੀਗਾ। ਐਜੂਕੇਸ਼ਨ ਜੋ ਫੈਸਿਲਿਟੀ ਹੈ ਬਹੁਤ ਅੱਛੀ ਹੈ। ਮੇਰੇ ਸਾਰੇ PhD ਨੇ, ਕੋਈ IIM ਤੋਂ ਹੈ, ਕੋਈ ਬੈਂਗਲੌਰ ਤੋਂ, ਕੋਈ ਇੰਦੌਰ ਤੋਂ, ਤੇ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਗਿਆ। ਮੈਨੂੰ BCom ਦੇ ਵਿੱਚ ਮੈਨੂੰ ਸੈਟੀਸਫੈਕਸ਼ਨ ਮਿਲੀ ਕਿ ਹਾਂ ਮੈਂ ਬਹੁਤ ਅੱਛਾ ਕਰ ਰਹੀ ਹਾਂ, ਮੇਰੇ ਮਾਰਕਸ ਬਹੁਤ ਅੱਛੇ ਹੈ। ਇਸ ਲਈ ਫਿਰ ਮੈਂ ਤਾਂ ਕਰਕੇ ਇੱਥੇ ਆਪਦਾ ਡਿਸੀਜਨ ਲਿੱਤਾ ਕਿ ਮੈਂ MBA ਵੀ ਇੱਥੇ ਹੀ ਪਰਸਿਊ ਕਰਾਂ। ਤੇ ਜੋ ਮੇਰੀ MBA ਚੱਲ ਰਹੀ ਹੈ ਉਹਦੇ ਅੰਦਰ ਬਹੁਤ ਜ਼ਿਆਦਾ ਫੋਰਨ ਫੈਸਿਲਿਟੀ ਆ ਰਹੀ ਹੈ। ਮੋਰਓਵਰ ਅਸੀਂ ਲੰਡਨ ਦੇ ਵਿੱਚ ਵੀ ਅੱਜ ਕੱਲ੍ਹ ਅਸੀਂ ਕੰਮ ਕਰ ਰਹੇ ਹਾਂ। ਹਾਂਜੀ, ਸਾਡੀ ਲੰਡਨ ਦੇ ਵਿੱਚ ਵੀ ਇੰਟਰਨਸ਼ਿਪਸ ਵਗੈਰਾ ਚੱਲ ਰਹੀਆਂ, ਅਸੀਂ ਲੰਡਨ 'ਚ ਕੰਮ ਕਰ ਰਹੇ ਹਾਂ। ਬਾਕੀ ਜਿਹੜੀ ਸਾਡੀ ਫੈਸਿਲਿਟੀ ਹੈ ਸਰ, ਸਾਡੀ USA ਤੋਂ ਵੀ ਹੈ, ਇੰਦੌਰ ਤੋਂ, ਬੈਂਗਲੌਰ ਤੋਂ, ਸਾਰੀਆਂ ਜਗ੍ਹਾ ਸਾਡੀ ਫੈਸਿਲਿਟੀ ਹੈ। ਤੇ ਸਾਨੂੰ ਇੰਡਸਟਰੀਅਲ ਵਿਜ਼ਿਟ ਵਗੈਰਾ ਬਹੁਤ ਕਰਾਏ ਜਾਂਦੇ ਨੇ। ਅਸੀਂ ਬਹੁਤ ਖੁਸ਼ ਹਾਂ ਇੱਥੋਂ ਪੜ੍ਹ ਕੇ। ਇਟ ਮੀਨਸ ਕਿ ਤੁਸੀਂ ਇੰਟਰਨੈਸ਼ਨਲ ਸਟੈਂਡਰਡ ਦੀ ਜਿਹੜੀ ਸਟੱਡੀ ਹੈ ਉਹਦੇ ਇਕੁਅਲ ਦੀ ਸਟੱਡੀ ਜਿਹੜੀ ਹੈ ਉਹ ਇੱਥੇ ਤਲਵੰਡੀ 'ਚ ਰਹਿ ਕੇ ਕਰ ਰਹੇ ਹੋ, ਤਲਵੰਡੀ ਸਬ ਜਿਹੜੇ? ਯੈਸ ਸਰ, ਸਰ ਰੂਰਲ ਏਰੀਆ ਦੇ ਵਿੱਚ ਅਸੀਂ ਉਹ ਤੋਂ ਜ਼ਿਆਦਾ ਹੀ ਕਰ ਰਹੇ ਹਾਂ। ਮੈਂ ਕਹਿ ਸਕਦੀ ਹਾਂ ਕਿ ਮੈਂ ਪਹਿਲਾਂ ਪੂਨੇ, ਬੈਂਗਲੌਰ ਵੀ ਟਰਾਈ ਕੀਤਾ ਸੀ, ਲੇਕਿਨ ਮੈਨੂੰ ਉਸ ਤੋਂ ਚੰਗਾ ਇੱਥੇ ਲੱਗ ਰਿਹਾ ਕਿਉਂਕਿ ਇੱਥੋਂ ਦੀ ਫੈਸਿਲਿਟੀ ਜੋ ਆ ਰਹੀ ਹੈ ਸਭ ਤੋਂ ਬੈਸਟ ਮੈਨੂੰ ਅੱਜ ਕੱਲ੍ਹ ਮੰਨੀ ਜਾ ਰਹੀ ਹੈ। ਵੈਰੀ ਗੁੱਡ। ਤੁਹਾਡਾ ਕੀ ਨਾਮ ਬੱਚੇ? ਸਾਕਸ਼ੀ ਸਰ। ਸਾਕਸ਼ੀ, ਕਿੱਥੋਂ ਤੁਸੀਂ? ਸਰ ਓਡਾ ਤੋਂ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਐਜੂਕੇਸ਼ਨ ਲੈਂਦੇ ਨੂੰ, ਔਰ ਕਿਹੜੇ ਡਿਪਾਰਟਮੈਂਟ ਦੇ ਵਿੱਚੋਂ? ਜੂਲੋਜੀ ਡਿਪਾਰਟਮੈਂਟ ਦੇ ਫਾਈਨਲ ਈਅਰ ਹੈ, BSc ਫਾਈਨਲ। ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ, ਕਿਵੇਂ ਰਿਹਾ ਇੱਥੇ ਆਉਣ ਦਾ ਔਰ ਇੱਥੇ ਐਜੂਕੇਸ਼ਨ ਲੈਣ ਦਾ? ਸਰ ਹੁਣ ਤੱਕ ਜਿੰਨਾ ਵੀ ਦੇਖਿਆ ਬਹੁਤ ਵਧੀਆ ਐਕਸਪੀਰੀਅੰਸ ਹੈ। ਬਹੁਤ ਵਧੀਆ ਚੰਗਾ ਸਟੱਡੀ ਕਰਾ ਰਹੇ ਹੈ, ਮੰਡੇ ਟੈਸਟ ਹੋ ਰਹੇ ਹੈ, ਜਿੰਨਾ ਸਾਡੀ ਨੌਲੇਜ ਹੋਰ ਵੱਧਦੀ ਹੈ। ਤਾਂ ਜਿੰਨਾ ਵੀ ਦੇਖਿਆ ਬਹੁਤ ਵਧੀਆ ਤਰੀਕੇ ਨਾਲ ਹੈ ਸਭ। ਥੈਂਕ ਯੂ। ਤੁਹਾਡੀ ਕਲਾਸਾਂ ਲਈ ਤੁਹਾਨੂੰ ਦੇਰ ਹੁੰਦੀ ਹੋਏਗੀ, ਤੁਸੀਂ ਜਾ ਸਕਦੇ ਹੋ। ਸ਼ੁਕਰੀਆ ਬੱਚਿਓ। ਇਹ ਪ੍ਰਤੱਖ ਨੂੰ ਪ੍ਰਮਾਣ ਹੈ ਜੀ ਕਿ ਜੋ ਤੁਹਾਡੇ ਜ਼ਿਹਨ ਦੇ ਵਿੱਚ ਆਉਂਦਾ ਉਹਦੇ ਉੱਤਰ ਵਿਦਿਆਰਥੀਆਂ ਦੁਆਰਾ ਆਪ ਦਿੱਤੇ ਜਾਂਦੇ ਆ। ਔਰ ਆਓ ਤਾਂ ਇੱਕ ਵਾਰ ਕੈਂਪਸ ਵਿਜ਼ਿਟ ਕਰਾਈਏ। ਜਿਹੜੇ ਸਾਡੇ ਸੱਜਣ NRI ਸੱਜਣ ਜਿਹੜੇ USA ਤੋਂ ਖਾਸ ਤੌਰ ਦੇ ਉੱਤੇ ਆਏ ਹੋਏ ਨੇ, ਆਓ ਇੱਕ ਵਾਰੀ ਕੈਂਪਸ ਵਿਜ਼ਿਟ ਕਰਵਾਉਂਦੇ ਸਾਰਿਆਂ ਨੂੰ। ਆਓ ਜੀ ਪਲੀਜ਼। ਇੱਧਰ ਵੀ ਬੱਚੀਆਂ ਆ ਰਹੀਆਂ ਨੇ, ਇੱਧਰ ਵੀ ਹੋਏਗਾ। ਇਹਦੇ 'ਚ ਵੀਰ ਜੀ 4 ਉਹ ਹੋਸਟਲ ਚੋਂ ਆ ਰਹੀਆਂ ਸਰ, ਜਿਹੜੇ ਪਿੰਡਾਂ ਤੋਂ ਲਿਵੇ ਤੋਂ ਆ ਰਹੀਆਂ ਪਹਿਲਾਂ ਜਿਹੜੀ ਵੈਨਸ ਆਈਆਂ ਨੇ। ਤਕਰੀਬਨ ਸਾਡਾ ਜਿਹੜਾ 600-700 ਵਿਦਿਆਰਥੀ ਜਿਹੜਾ ਹੈ ਬਾਹਰੋਂ ਆਪਣੇ ਘਰਾਂ 'ਚੋਂ ਆਉਂਦਾ ਹੈ ਜੀ, ਤੇ ਉਹ ਡੇ ਸਕਾਲਰਸ ਨੇ। ਤੇ ਉਹਨਾਂ ਨੇ ਜਿਹੜਾ ਹੈ ਆ ਕੇ ਇੱਥੇ ਫਿਰ ਸ਼ਾਮ ਨੂੰ ਇਹਨਾਂ ਦੀਆਂ ਜਦੋਂ ਛੁੱਟੀ ਵੇਲੇ 4:20 ਤੋਂ ਬਾਅਦ ਬੱਸਿਸ ਚੱਲਦੀਆਂ ਨੇ ਤਾਂ ਕਿ ਟਾਈਮ ਨਾਲ ਆਪਣੇ ਘਰਾਂ 'ਚ ਪਹੁੰਚ ਜਾਣ। ਜਿਹੜੇ ਦੂਰੋਂ ਵਿਦਿਆਰਥੀ ਨੇ ਜੀ ਉਹ ਇੱਥੇ ਹੋਸਟਲ ਦੇ ਅੰਦਰ ਰਹਿੰਦੇ ਨੇ ਜੀ, ਤਾਂ ਕਿ ਉਹ ਫਿਰ ਆਉਣਾ ਜਾਣਾ ਥੋੜ੍ਹਾ, ਉਹ ਫਿਰ ਵੀਕਐਂਡ 'ਤੇ ਆਪਣੇ ਘਰਾਂ 'ਚ ਜਾਂਦੇ ਨੇ ਜੀ, ਜਿਵੇਂ ਉਹਨਾਂ ਨੂੰ ਲੋੜ ਮਹਿਸੂਸ ਹੁੰਦੀ ਹੈ। ਇਹ ਵਿਦਿਆਰਥੀ ਸਾਡੇ ਸਵੇਰੇ ਆ ਕੇ ਤੇ ਫਿਰ ਸ਼ਾਮ ਨੂੰ ਜਿਹੜੀ ਯੂਨੀਵਰਸਿਟੀ ਵੈਨਸ ਦੇ ਵਿੱਚ ਜਿਹੜਾ ਹੈ ਉਹ ਆਪਣੇ ਘਰਾਂ ਨੂੰ ਵਾਪਸ ਪਰਤਦੇ ਨੇ। ਤੇ ਆਓ ਆਪਾਂ ਹੁਣ ਜਿਹੜਾ ਹੈ ਉਹ ਅਕੈਡਮਿਕ ਬਲਾਕ ਦੇ ਵਿੱਚ ਐਂਟਰ ਹੋਣ ਤੋਂ ਬਾਅਦ ਇੱਥੇ ਡੋਨਰ ਵਾਲਸ ਵੀ ਨੇ, ਜਿਹੜਾ ਸੱਜਣਾ ਨੇ ਜਿਹੜਾ ਹੈ ਉਹ USA ਤੋਂ ਜਾਂ UK ਤੋਂ ਜਾਂ ਆਸਟ੍ਰੇਲੀਆ ਤੋਂ, ਅਲੱਗ-ਅਲੱਗ ਮੁਲਕਾਂ ਤੋਂ ਜਿਹੜਾ ਉਹਨਾਂ ਨੇ ਯੋਗਦਾਨ ਦਿੱਤਾ ਇਸ ਬਿਲਡਿੰਗ ਨੂੰ ਖੜਾ ਕਰਨ ਦੇ ਵਿੱਚ। ਉਹ ਡੋਨਰ ਵਾਲ ਦੇ ਉੱਤੇ ਆਪ ਜੀ ਦੇਖੋਗੇ ਕਿ ਉਹਨਾਂ ਸੱਜਣਾ ਦੇ ਨਾਮ ਉਕਰੇ ਹੋਏ ਨੇ, ਉਹਨਾਂ ਦੀ ਯਾਦ ਉਕਰੀ ਹੋਈ ਹੈ ਕਿ ਉਹਨਾਂ ਨੇ ਜਿਹੜਾ ਹੈ ਇਸ ਕਾਰਜ ਨੂੰ ਵਧਾਉਣ ਦੇ ਲਈ ਆਪਣਾ ਯੋਗਦਾਨ ਪਾਇਆ। ਸੋ ਸਾਹਮਣੇ ਜਿਹੜੀ ਆ ਉਹ ਅਕਾਲ ਯੂਨੀਵਰਸਿਟੀ ਦੀ ਜਿਹੜੀ ਡੋਨਰ ਵਾਲ ਹੈ UK ਸੰਗਤ ਦੁਆਰਾ ਭਾਈ ਯੋਗਦਾਨ ਨੂੰ ਦਰਸਾਉਂਦੀ ਹੈ। ਤੇ ਇੱਧਰਲੇ ਪਾਸੇ ਖੱਬੇ ਪਾਸੇ ਜਿਹੜਾ ਹੈ ਉਹ USA ਦੀ ਸੰਗਤ ਦੁਆਰਾ ਜਿਹੜਾ ਯੋਗਦਾਨ ਪਾਇਆ ਗਿਆ ਉਹਨੂੰ ਦਰਸਾਉਂਦੀ ਹੈ। ਇਹ ਦਸਵੰਧ ਦੀ ਕਮਾਈ ਹੈ, ਜਿਹੜੀ ਕਮਾਈ ਨੇਕ ਕਮਾਈ ਦੇ ਰੂਪ ਦੇ ਵਿੱਚ ਲਾਉਣ ਦੀ ਔਰ ਲੱਗਣ ਦੀ ਇੱਕ ਜਿਹੜੀ ਕੋਸ਼ਿਸ਼ ਹੈ ਉਹ ਕੋਸ਼ਿਸ਼ ਕੀਤੀ ਗਈ। ਅਕਾਲ ਯੂਨੀਵਰਸਿਟੀ ਗੁਰੂ ਕੀ ਕਾਸ਼ੀ ਡੋਨਰਵਾਲ USA ਸੰਗਤ। ਇੱਥੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਮਸਤਾਨ ਸਿੰਘ ਜੀ ਐਂਡ ਹਰਭਜਨ ਸਿੰਘ ਜੀ, ਵੈਲੀ ਸਟਰੀਮ ਨਿਊਯਾਰਕ, ਇਹ ਸਾਡੇ ਦੋਵੇਂ ਸਤਿਕਾਰਤ ਬਜ਼ੁਰਗ ਸਰਦਾਰ ਮਸਤਾਨ ਸਿੰਘ ਜੀ ਤੇ ਸਰਦਾਰ ਹਰਭਜਨ ਸਿੰਘ ਜੀ, ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਵੱਡਾ ਯੋਗਦਾਨ ਪਾਇਆ ਤਾਂ ਕਿ ਸਾਡੇ ਜਿਹੜੇ ਪੰਜਾਬ ਦੇ ਹੀ ਨਹੀਂ, ਉੱਤਰੀ ਭਾਰਤ ਦੇ ਔਰ ਦੁਨੀਆ ਭਰ ਦੇ ਜਿਹੜੇ ਨੌਜਵਾਨ ਵਿਦਿਆਰਥੀ ਨੇ ਉਹ ਇੱਕ ਮਿਆਰੀ ਐਜੂਕੇਸ਼ਨ, ਸਟੈਂਡਰਡ ਐਜੂਕੇਸ਼ਨ ਲੈ ਕੇ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਉੱਚਾ ਸੁੱਚਾ ਬਣਾ ਸਕਣ। ਸੋ ਉਹਦੇ ਲਈ ਜਿਹੜਾ ਹੈ ਇਹਨਾਂ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਆ ਜਿਹੜੀ ਉਸਾਰੀ ਗਈ ਵਾਲ ਹੈ ਉਹਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਹੈ ਉਹ
ਆਪ ਜੀ ਦੇਖ ਸਕਦੇ ਹੋ ਕਿ ਬਹੁਤ ਸਾਰੇ ਸੱਜਣ USA ਤੋਂ ਜਿਨ੍ਹਾਂ ਨੇ ਇਹਦੇ ਕਾਰ ਦੇ ਵਿੱਚ ਯੋਗਦਾਨ ਪਾਇਆ। ਤੇ ਜਿਵੇਂ ਹੁਣੇ ਵੀਰ ਜੀ ਨੇ ਦੱਸਿਆ ਕਿ ਸਰਦਾਰ ਮਸਤਾਨ ਸਿੰਘ ਜੀ ਤੇ ਸਰਦਾਰ ਹਰਭਜਨ ਸਿੰਘ ਜੀ ਜਿਹੜੇ ਸਾਡੇ ਦਰਮਿਆਨ ਮੌਜੂਦ ਨੇ, ਸਾਨੂੰ ਮਾਣ ਹਾਸਲ ਹੈ ਕਿ ਅੱਜ ਅਸੀਂ ਉਹਨਾਂ ਨੂੰ ਇੱਥੇ ਜਿਹੜਾ ਹੈ ਉਹ ਜੀ ਆਇਆਂ ਕਹਿ ਰਹੇ ਹਾਂ ਔਰ ਉਹਨਾਂ ਨੂੰ ਇਹ ਸਾਰੇ ਕਾਰਜ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਕਿੱਦਾਂ ਸਾਡੇ ਵਿਦਿਆਰਥੀ ਵੱਖ-ਵੱਖ ਵਿਭਾਗਾਂ ਦੇ ਵਿੱਚ, ਚਾਹੇ ਸਾਇੰਸ ਹੋਵੇ, ਚਾਹੇ ਸੋਸ਼ਲ ਸਾਇੰਸਿਸ ਹੋਣ, ਚਾਹੇ ਕਾਮਰਸ ਹੋਵੇ, ਚਾਹੇ ਮੈਨੇਜਮੈਂਟ ਹੋਵੇ ਔਰ ਚਾਹੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਹੋਵੇ। ਸੋ ਗ੍ਰੈਜੂਅਲੀ ਹਰ ਸਾਲ ਇਹਦੇ ਵਿੱਚ ਨਵੇਂ-ਨਵੇਂ ਕੋਰਸ, ਜਿਵੇਂ ਇਸ ਸਾਲ ਅਸੀਂ ਫਿਜ਼ੀਓਥੈਰੇਪੀ ਦਾ ਕੋਰਸ ਜਿਹਦੇ 'ਚ ਬਿਨਾਂ ਦਵਾਈਆਂ ਜਿਹੜਾ ਹੈ ਉਹ ਕਿਸੇ ਨੂੰ ਕੋਈ ਜੁਆਇੰਟਸ ਦੀ ਪ੍ਰੋਬਲਮ ਹੈ, ਜਿਵੇਂ ਅੱਜ ਦਾ ਯੁੱਗ ਹੈ ਥੋੜ੍ਹਾ ਆਰਾਮ ਜ਼ਿਆਦਾ ਹੋ ਗਿਆ ਹੈ, ਏਅਰ ਕੰਡੀਸ਼ਨਰ ਮਾਹੌਲ ਹੋ ਗਿਆ ਹੈ, ਤਾਂ ਉਹ ਉਸ ਦੇ ਚੱਲਦੇ ਆ ਫਿਰ ਕਈ ਤਰ੍ਹਾਂ ਦੇ ਰੋਗ ਵੀ ਆ ਜਾਂਦੇ ਨੇ ਤੇ ਉਹਨਾਂ ਦੇ ਨਿਵਾਰਨ ਦੇ ਲਈ ਜਿਹੜਾ ਹੈ ਉਹ ਇਸ ਸਾਲ ਜਿਹੜਾ ਹੈ ਅਸੀਂ ਬੀਟੈਕ ਜਿਹੜਾ ਹੈ ਉਹ BPT ਬੈਚਲਰ ਇਨ ਫਿਜ਼ੀਓਥੈਰੇਪੀ ਦਾ ਸ਼ੁਰੂ ਕਰਨ ਜਾ ਰਹੇ ਹਾਂ ਔਰ ਮੈਡੀਕਲ ਲੈਬ ਟੈਕਨੋਲੋਜੀ ਜਿਹਦੀ ਕਿ ਹੁਣ ਲੋੜ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਸਭ ਤੋਂ ਵੱਡਾ ਹੁੰਦਾ ਹੈ ਕਿ ਰੋਗ ਦਾ ਜਿਹੜਾ ਹੈ ਉਹ ਨਿਵਾਰਨ ਕਰਨ ਤੋਂ ਪਹਿਲਾਂ ਉਹਦੀ ਪਛਾਣ ਕਰਨੀ, ਤਾਂ ਉਹ ਮੈਡੀਕਲ ਲੈਬ ਟੈਕਨੋਲੋਜੀ ਦਾ ਜਿਹੜਾ ਕੋਰਸ ਸ਼ੁਰੂ ਕਰ ਰਹੇ ਹਾਂ ਔਰ ਉਹਦੇ 'ਚ ਸਾਡਾ ਇਹ ਕੋਸ਼ਿਸ਼ ਰਹੇਗੀ ਕਿ ਇਸ ਸਮਾਜ ਦੀ ਆਲੇ ਦੁਆਲੇ ਦੇ ਲੋਕਾਂ ਦੀ ਸੇਵਾ ਦੇ ਲਈ ਫ੍ਰੀ ਜਿਹੜੀ ਮੈਡੀਕਲ ਲੈਬ ਟੈਕਨੋਲੋਜੀ ਦੀ ਜਿਹੜੀ ਫੈਸਿਲਿਟੀ ਇੱਥੇ ਖੜੀ ਕੀਤੀ ਜਾਵੇ। ਤੁਸੀਂ ਕਦੇ ਕਲਪਨਾ ਕੀਤੀ ਸੀ ਕਿ ਆਪਣੇ ਪੰਜਾਬ ਦੇ ਵਿੱਚ ਜਾਂ ਇਹੋ ਜਿਹੇ ਬਠਿੰਡੇ ਵਾਲੇ ਇਲਾਕੇ 'ਚ, ਤਲਵੰਡੀ ਸਾਬੋ ਵਾਲੇ ਇਲਾਕੇ 'ਚ ਇੱਦਾਂ ਦਾ ਮਤਲਬ ਇੱਕ ਸਟਰਕਚਰ ਖੜਾ ਹੋਊਗਾ ਜਿਹਦੇ ਵਿੱਚ ਫਿਜ਼ੀਓਥੈਰੇਪੀ ਵੀ ਹੋਊਗੀ, ਜਿਹਦੇ ਵਿੱਚ ਮੈਡੀਕਲ ਲੈਬ ਵੀ ਹੋ ਸਕਦੀ ਹੈ, ਜਿਹਦੇ ਵਿੱਚ ਸਾਇੰਸ ਦੀ ਪੜ੍ਹਾਈ ਵੀ ਹੋਊਗੀ, ਜਿਹਦੇ ਵਿੱਚ ਬਾਕੀ ਪੜ੍ਹਾਈਆਂ ਵੀ ਹੋਣਗੀਆਂ, ਸੰਗੀਤ ਪੜ੍ਹਾਈ ਵੀ ਹੋਏਗੀ, ਜਿਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੱਡੀ ਦਾ ਵੀ ਕਦੇ ਕਲਪਨਾ ਕੀਤੀ ਸੀ ਉੱਧਰ ਬੈਠਿਆਂ ਵੀ ਇੱਦਾਂ ਦਾ ਵੀ ਕੁਝ ਹੋ ਜਾਊ? ਨਹੀਂ ਜੀ, ਇਹ ਤਾਂ ਬਸ ਸੰਤਾਂ ਦੀ ਮਿਹਰਬਾਨੀ ਨਾਲ ਜ਼ਿਆਦਾ ਹੋਇਆ ਤੇ ਪਰਮਾਤਮਾ ਜੀ ਦਾ। ਕਿਵੇਂ ਲੱਗਿਆ ਵੀ ਬਹੁਤ ਵਧੀਆ ਲੱਗਾ ਜੀ, ਸਾਨੂੰ ਦਿਲ ਖੁਸ਼ ਹੋ ਗਿਆ ਵੇਖ ਕੇ ਤੁਹਾਡਾ ਵੀ ਜਿਹੜੀ ਸੇਵਾ ਸੰਤ ਮਹਾਰਾਜ ਕਰਾਉਂਦੇ ਰਹੇ ਕਰਦੇ ਰਹੇ ਉਹ ਸਫਲ ਹੋ ਗਈ ਉਹਦੀ। ਹੁਣ ਇਸ ਗੱਲ ਦੇ ਸਰਿਆ ਰੰਗ ਉਹਨਾਂ ਦਾ ਇਸ ਗੱਲ ਦੀ ਖੁਸ਼ੀ ਹੈ ਕਿ ਦਿੱਤਾ ਹੋਇਆ ਦਸਵੰਧ ਸਹੀ ਜਗ੍ਹਾ ਗਿਆ। ਹਾਂਜੀ ਬਿਲਕੁਲ ਜੀ, ਬਿਲਕੁਲ ਸਹੀ। ਚਲੋ ਪਰਮਾਤਮਾ ਇਹ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦੇ ਵਿਦਿਆਰਥੀ ਨੇ ਮਨਮੋਹਨ ਸਿੰਘ ਜੀ, ਤੇ ਇਹ ਉਹ ਕੋਰਸ ਸ਼ੁਰੂ ਕੀਤਾ ਬਾਬਾ ਜੀ ਨੇ ਉਚੇਚੇ ਤੌਰ ਤੇ ਸੰਤ ਬਾਬਾ ਇਕਬਾਲ ਸਿੰਘ ਮਹਾਰਾਜ ਜੀ ਨੇ ਸ਼ੁਰੂ ਕਰਵਾਇਆ ਕਿ ਸਾਡੇ ਵਿਦਿਆਰਥੀ ਜਿਹੜੇ ਆ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆਵਾਂ ਨੂੰ ਦੁਨੀਆ ਭਰ ਦੇ ਵਿੱਚ ਲੈ ਕੇ ਜਾਣ ਦੇ ਕਾਬਲ ਬਣ, ਸਮਰੱਥ ਬਣ, ਤੇ ਉਹਦੇ ਲਈ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦਾ ਵਿਸ਼ੇਸ਼ ਪ੍ਰੋਗਰਾਮ ਉਹ ਲਿਖਿਆ ਗਿਆ। ਇਹਦੀ ਵਿਸ਼ੇਸ਼ਤਾ ਇਹ ਹੈ ਕਿ ਵਿਦਿਆਰਥੀ ਨੂੰ ਇਹਦੇ ਲਈ ਕੋਈ ਫੀਸ ਦੇਣ ਦੀ ਲੋੜ ਨਹੀਂ, ਬਿਲਕੁਲ ਹੀ ਮੁਫਤ, ਔਰ ਉਹਨਾਂ ਦਾ ਖਾਣਾ ਵੀ ਰਹਿਣਾ ਵੀ ਬਿਲਕੁਲ ਮੁਫਤ, ਤਾਂ ਕਿ ਬੱਚਾ ਨਿਸ਼ਚਿੰਤ ਹੋ ਕੇ ਆਪਣੇ ਮਾਪਿਆਂ 'ਤੇ ਕਿਸੇ ਕਿਸਮ ਦਾ ਬੋਝ ਮਹਿਸੂਸ ਨਾ ਕਰਦਿਆਂ ਹੋਇਆ ਆਪਣੀ ਪੜ੍ਹਾਈ ਲਈ ਜਿਹੜਾ ਹੈ ਉਹ ਮਿਹਨਤ ਕਰ ਸਕੇ, ਲਗਨ ਦੇ ਨਾਲ ਪੜ੍ਹ ਸਕੇ। ਔਰ ਸਾਨੂੰ ਮਾਣ ਹੈ ਕਿ ਸਾਡੇ ਜਿਹੜੇ ਇਹ ਵਿਦਿਆਰਥੀ ਨੇ ਮਨਮੋਹਨ ਸਿੰਘ, ਉਸ ਜਿਹੜਾ ਕੋਰਸ ਦਾ ਲਾਹਾ ਲੈ ਕੇ ਜਿਹੜਾ ਹੈ ਉਹ ਇਸ ਸਮਾਜ ਦੇ ਵਿੱਚ ਜਿਹੜਾ ਹੈ ਉਹ ਵਧੀਆ ਯੋਗਦਾਨ ਪਾਉਣ ਦੇ ਯੋਗ ਬਣ ਰਹੇ ਨੇ। ਸੋ ਇਹ ਮਨਮੋਹਨ ਸਿੰਘ ਜੀ ਨੇ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦੇ ਵਿਦਿਆਰਥੀ। ਮਨਮੋਹਨ ਸਿੰਘ, ਮੈਂ ਇੱਕ ਵਾਰੀ ਤਕਨੀਕੀ ਤੌਰ ਦੇ ਉੱਤੇ ਥੋੜਾ ਸਾਈਡ ਤੇ ਆਵਾਂਗਾ। ਮਨਮੋਹਨ ਜੀ ਵੀਰ ਕਿਵੇਂ ਲੱਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੱਡੀ ਦਾ ਅਧਿਐਨ ਕਰਦੇ ਹੋਏ ਤੁਹਾਨੂੰ? ਦੇਖੋ ਜੀ, ਗੱਲ ਇਦਾਂ ਹੁੰਦੀ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਬਚਨ ਕੀਤਾ, ਇਹ ਹੈ ਪ੍ਰਗਟ ਹਮਾਰੀ ਕਾਂਸ਼ੀ ਪੜ੍ਹਾਂਗੇ ਜਹਾਂ ਢੋਰ ਮਤ ਰਾਸੀ। ਉਸ ਸਮੇਂ ਦੇ ਵਿੱਚ ਉਚੇਚੀ ਵਿੱਦਿਆ ਲੈਣ ਲਈ ਬਨਾਰਸ ਕਾਂਸ਼ੀ ਜਾਣਾ ਪਿਆ ਕਰਦਾ ਸੀਗਾ, ਤਾਂ ਬਾਬਾ ਕਵਾਲ ਸਿੰਘ ਨੇ ਉਚੇਚਾ ਉਪਰਾਲਾ ਕੀਤਾ, ਇਹ ਯੂਨੀਵਰਸਿਟੀ ਸਥਾਪਿਤ ਕੀਤੀ, ਤੇ ਖਾਸ ਕਰ ਇਹ ਕੋਰਸ ਜਿਹਦੇ ਵਿੱਚ ਕਿ ਸਾਨੂੰ 3 ਸਾਲਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਸਮੇਤ ਅਰਥਾਂ ਦੀ ਕਰਵਾਈ ਜਾਂਦੀ ਹੈ। ਬੜਾ ਜੋ ਉਚੇਚਾ ਉਪਰਾਲਾ ਹੋਰ ਕੋਈ ਯੂਨੀਵਰਸਿਟੀ, ਹਾਲਾਂਕਿ ਜਿੱਥੋਂ ਤੱਕ ਮੇਰੀ ਨੌਲੇਜ ਹੈਗੀ, ਹੋਰ ਕੋਈ ਯੂਨੀਵਰਸਿਟੀ ਉਹ ਨਹੀਂ ਕਰਦੀ। ਇਹ ਜੋ ਯੂਨੀਵਰਸਿਟੀ ਦਾ ਜੋ ਆਪਾਂ ਕਹਿ ਲਈਏ ਸਥਾਪਿਤ ਹੈਗੀ, ਇਹ ਕੋਈ ਪੰਜਾਬ ਦੇ ਉਹ 'ਤੇ ਹੈ ਨਹੀਂ, ਇਹ ਤਿੰਨੋਂ ਸਟੇਟ ਦੇ ਬਾਰਡਰਸ 'ਤੇ ਲੱਗਦੀ ਹੈ, ਪੰਜਾਬ, ਹਰਿਆਣਾ ਤੇ ਰਾਜਸਥਾਨ। ਮੀਨਸ ਵੀ ਤਿੰਨੇ ਸਟੇਟਸ ਤੋਂ ਜਿਹੜੇ ਆ ਸਟੂਡੈਂਟ ਬੜੇ ਉੱਭਰ ਕੇ ਆਉਂਦੇ ਆ, ਤੇ ਖਾਸ ਕਰ ਸਾਡੇ ਕੋਰਸ ਦੇ ਵਿੱਚ ਬੜਾ ਉਚੇਚਾ ਉਪਰਾਲਾ, ਧੰਨਵਾਦ ਵੀ ਹੈ ਸਾਰੀ ਜਿਹੜਾ ਕਲਗੀਧਰ ਟਰਸਟ ਹੈ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ ਕਿ ਜਿਹੜੇ ਮੀਨਸ ਬੱਚੇ ਉਹਨਾਂ ਨੂੰ 12ਵੀਂ ਤੋਂ ਬਾਅਦ ਕੋਈ ਆਪਾਂ ਨੂੰ ਇਹ ਲਾਈਨ ਦੇ ਵਿੱਚ ਉਹ ਕੁਝ ਨਹੀਂ ਦਿੰਦਾ ਹੈਗਾ, ਤਾਂ ਇਹ ਕੋਰਸ ਬਹੁਤ ਵਧੀਆ, ਜਿੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਗਨ ਵੀ ਲੱਗਦੀ ਹੈ, ਉਹ ਕੰਮ ਨਾਲੇ ਪੁੰਨ ਨਾਲੇ ਫਲੀਆਂ ਨਾਲ, ਤਾਂ ਆਪਾਂ ਨੂੰ ਆਪਣਾ ਜੀਵਨ ਐਂ ਸਫਲਾ ਹੁੰਦਾ ਕਿ ਬਾਣੀ ਪੜ੍ਹਿਆ, ਤੇ ਨਾਲੇ ਆਪਾਂ ਕੌਮ ਲਈ ਜੋ ਸੇਵਾਵਾਂ ਦੇਣੀਆਂ ਨੇ ਉਹ ਵੱਖਰੀਆਂ ਜੋ ਮਹਾਰਾਜ ਆਪ ਦਿੰਦੇ ਨੇ। ਇਹ ਬੜੀ ਮਹੱਤਵਪੂਰਨ ਗੱਲ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸਮੇਤ ਅਰਥਾਂ ਜਿਹੜੇ ਉਹ 3 ਸਾਲ ਦਾ ਇੱਕ ਤਾਂ ਫ੍ਰੀ ਕੋਰਸ ਹੈ, ਪਹਿਲੀ ਗੱਲ। ਉਸ ਨੂੰ ਪੂਰਾ ਕਰਨ ਤੋਂ ਬਾਅਦ ਕਿੱਤਾ ਮੁਖੀ ਵੀ ਬਣ ਸਕਦੇ ਨੇ ਇਹ ਵਿਦਿਆਰਥੀ। ਔਰ ਦੂਸਰੀ ਸਭ ਤੋਂ ਮਹੱਤਵਪੂਰਨ ਗੱਲ ਕਿ ਬਾਣੀ ਦੇ ਫੈਲਾਅ ਦੇ ਲਈ ਔਰ ਬਾਣੇ ਦੇ ਫੈਲਾਅ ਦੇ ਲਈ ਔਰ ਪੰਥ ਦੀਆਂ ਜਿਹੜੀਆਂ ਰਹੁ ਰੀਤਾਂ ਰਵਾਇਤਾਂ ਨੇ ਉਹਨਾਂ ਨੂੰ ਅੱਗੇ ਤੋਰਨ ਦੇ ਲਈ ਸਾਡੇ ਕੋਲ ਇੱਕ ਪੂਰੀ ਦੀ ਪੂਰੀ ਲੜੀ ਤਿਆਰ ਹੋ ਰਹੀ ਹੈ ਅੱਗੇ ਵਿਦਿਆਰਥੀਆਂ ਦੇ ਰੂਪ ਦੇ ਵਿੱਚ। ਕਿਵੇਂ ਲੱਗਿਆ ਜੀ ਇਹ ਉਪਰਾਲਾ? ਇਹ ਕੋਈ ਹੋਰ ਯੂਨੀਵਰਸਿਟੀ ਨਹੀਂ ਕਰਦੀ ਹੈ। ਨਹੀਂ ਕਰਦੇ, ਉਹ ਵਧੀਆ ਹੈ, ਸਾਡੀ ਉਹਨੀ ਲਾਈਫ ਹੈ ਨਹੀਂ ਜਿਹਨਾਂ ਕੰਮ ਕਰਨ ਵਾਲਾ, ਸੇਵਾ ਕਰਨ ਵਾਲੀ।
ਇਹ ਵੀਰ ਜੀ BA ਸ਼੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਐਸਾ ਕੋਰਸ ਹੈ ਵਾਕਈ ਹੀ ਕਿ ਕਿਸੇ ਦੁਨੀਆ ਦੀ ਕਿਸੇ ਵੀ ਯੂਨੀਵਰਸਿਟੀ ਦੇਸ਼ ਜਾਂ ਵਿਦੇਸ਼ ਦੀ ਨਹੀਂ ਕਰਵਾਇਆ ਜਾਂਦਾ। ਇਹ ਆਪਣੇ ਆਪ 'ਚ ਜਿਹੜਾ ਹੈ ਬਹੁਤ ਯੂਨੀਕ ਹੈ ਔਰ ਕਮਾਲ ਦੀ ਗੱਲ ਹੈ ਕਿ BA ਸ਼੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਕਰਕੇ ਵਿਦਿਆਰਥੀ ਦਾ ਜੇ ਚਾਹੇ ਕਿਸੇ ਹੋਰ ਖੇਤਰ ਦੇ ਵਿੱਚ ਯੋਗਦਾਨ ਪਾਉਣ ਦਾ ਮਨ ਹੈ ਤੇ ਉਹਦੇ 'ਚ ਯੋਗਦਾਨ ਪਾ ਸਕਦਾ, ਜਾ ਸਕਦਾ। ਲਾਅ ਦੇ ਵਿੱਚ ਵੀ ਜਾ ਸਕਦਾ ਹੈ, ਡਿਪਟੀ ਕਮਿਸ਼ਨਰ ਤੱਕ ਵੀ ਜਾ ਸਕਦਾ ਹੈ ਤੇ ਕਿਸੇ ਵੀ ਖੇਤਰ 'ਚ ਜਾ ਕੇ ਆਪਣਾ ਯੋਗਦਾਨ ਪਾ ਸਕਦਾ। ਬਿਲਕੁਲ ਹਾਂ, ਹਾਲਾਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ, ਉਸ ਦੀ ਪੜ੍ਹਾਈ ਨਾਲ ਜੁੜ ਕੇ ਉਹ ਆਪਣਾ ਅੰਦਰਲਾ ਉੱਜਲ ਕਰ ਸਕਦਾ ਤੇ ਨਾਲ ਹੋਰਾਂ ਨੂੰ ਵੀ ਕਰ ਸਕਦਾ। ਯੈਸ, ਹਾਂਜੀ। ਤੇ ਇਸ ਕਰਕੇ ਜਿਹੜਾ ਹੈ ਇਹ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦਾ ਜਿਹੜਾ ਕੋਰਸ ਹੈ BA ਦਾ, ਉਹ ਆਪਣੇ ਆਪ 'ਚ ਹੀ ਬਹੁਤ ਹੀ ਕਹਿ ਲਓ ਵੀ ਪੂਰੀ ਮਾਨਵਤਾ ਲਈ, ਲੋਕਾਈ ਲਈ ਬਹੁਤ ਵੱਡਾ ਜਿਹੜਾ ਸਟੈਪ ਹੈ, ਕਦਮ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਅਸੀਂ ਜਿਹੜਾ ਹੈ ਉਮੀਦ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ ਅਕਾਲ ਪੁਰਖ ਵਾਹਿਗੁਰੂ ਅੱਗੇ ਤੇ ਸਾਡੇ ਵਿਦਿਆਰਥੀ ਇਹ ਕੋਰਸ ਦਾ ਲਾਹਾ ਲੈ ਕੇ ਦੁਨੀਆ ਭਰ ਦੇ ਵਿੱਚ ਚਾਨਣ ਬਣ ਕੇ ਫੈਲਣਗੇ। ਪਿਆਰੇ ਦਰਸ਼ਕੋ, ਇਹ ਜਿਹੜੀ ਡੋਨਰਸ ਵਾਲ ਹੈ, ਇਹ ਦਿਖਾਉਣ ਦਾ ਮਤਲਬ ਸਿਰਫ ਤੁਹਾਨੂੰ ਇਹ ਨਹੀਂ ਕਿ ਇੱਥੇ ਅਸੀਂ ਨਾਮ ਚਮਕਾਉਣ ਦੇ ਲਈ ਤੁਹਾਨੂੰ ਇਹ ਡੋਨਰ ਵਾਲ ਬਣਾਈ ਹੈ ਜਾਂ ਦਿਖਾਈ ਹੈ। ਇਹ ਸਿਰਫ ਸਾਡੇ ਵੱਲੋਂ ਇੱਕ ਡੈਡੀਕੇਸ਼ਨ ਹੈ, ਇਹ ਸਾਡੇ ਵੱਲੋਂ ਸਿਰਫ ਇੱਕ ਕ੍ਰਿਤಜ್ಞਤਾ ਹੈ, ਇਹ ਇੱਕ ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪਣੀ ਸਖਤ ਮਿਹਨਤ ਦੇ ਵਿੱਚੋਂ, ਕਿਉਂਕਿ ਆਪਣੀ ਜਨਮ ਭੋਏ ਛੱਡ ਕੇ ਦੂਜੀ ਜਨਮ ਭੋਏ ਦੇ ਉੱਤੇ ਜਾ ਕੇ ਸਟਰਗਲ ਕਰਨੀ, ਮਿਹਨਤ ਕਰਨੀ, ਧੱਕੇ ਖਾਣ ਤੋਂ ਬਾਅਦ ਇੱਕ ਮੁਕਾਮ ਹਾਸਲ ਕਰਨਾ ਤੇ ਉਸ ਮੁਕਾਮ ਨੂੰ ਹਾਸਲ ਕਰਨ ਤੋਂ ਬਾਅਦ ਆਪਣੀ ਨੇਕ ਕਮਾਈ ਦੇ ਵਿੱਚੋਂ ਇੱਕ ਬੂੰਦ ਦੇਣੀ, ਇੱਕ ਪੈਸਾ ਇੱਕ ਪਾਈ ਦੇਣੀ, ਉਹ ਸਫਲ ਹੋ ਜਾਂਦੀ ਹੈ। ਤੇ ਸਾਡੇ ਵੱਲੋਂ ਇੱਕ ਧੰਨਵਾਦ ਹੈ, ਕਲਗੀਧਰ ਟਰੱਸਟ ਵੱਲੋਂ ਇੱਕ ਸਿਰਫ ਧੰਨਵਾਦ ਦੇ ਤੌਰ ਦੇ ਉੱਤੇ ਤੁਹਾਡੇ ਜਿਹੜੇ ਨਾਮ ਨੇ ਉਹ ਅਸੀਂ ਲਾਉਣ ਦਾ ਯਤਨ ਕੀਤਾ ਤਾਂ ਕਿ ਅਸੀਂ ਤੁਹਾਡਾ ਧੰਨਵਾਦ ਵੀ ਕਰ ਸਕੀਏ ਤੇ ਤੁਹਾਨੂੰ ਵੇਖ ਕੇ ਦੂਸਰਿਆਂ ਦਾ ਹੌਸਲਾ ਵਧੇ ਕਿ ਇਸ ਮਹਾਨ ਕਾਰਜ ਨੂੰ ਅੱਗੇ ਵਧਾਉਣ ਦੇ ਲਈ ਉਹ ਵੀ ਆਪਣਾ ਯੋਗਦਾਨ ਪਾਉਣ ਦੇ ਲਈ ਅੱਗੇ ਆਉਣ, ਤਾਂ ਜੋ ਅਸੀਂ ਇੱਦਾਂ ਦੀਆਂ ਹੋਰ ਯੂਨੀਵਰਸਿਟੀਆਂ ਤੇ 500 ਅਕੈਡਮੀਆਂ ਦਾ ਜਿਹੜਾ ਸੰਕਲਪ ਸੀ ਬਾਬਾ ਇਕਬਾਲ ਸਿੰਘ ਜੀ ਦਾ, ਉਸ ਨੂੰ ਪੂਰਨ ਕਰਨ ਵੱਲ ਜਿਹੜੇ ਆਪਣੇ ਕਦਮ ਨੇ ਅੱਗੇ ਵਧਾ ਸਕੀਏ। ਆਓ ਜੀ। ਜੀ ਮੈਂ ਆਪ ਜੀ ਨਾਲ ਗੱਲ ਐਡ ਕਰ ਦਵਾਂ। ਜੀ ਅਸੀਂ ਗੱਲ ਕਰ ਰਹੇ ਸੀ ਕਿ ਇਹ ਡੋਨਰ ਵਾਲ ਨਹੀਂ ਹੈ, ਇਹ ਇੰਸਪੀਰੇਸ਼ਨਲ ਵਾਲ ਹੈ। ਇੰਸਪੀਰੇਸ਼ਨਲ ਵਾਲ ਹੈ ਕਿ ਜਿਹੜੇ ਨੌਜਵਾਨ ਵਰਗ ਦੇ ਜਿਹੜੇ ਸਾਡੇ ਜਿਹੜੇ ਬਿਊਰੋਕਰੈਟਸ ਵੀ ਹੋਣਗੇ, ਉਹਨਾਂ 'ਚੋਂ ਬਹੁਤ ਸਾਰੇ ਬਿਜ਼ਨਸਮੈਨ ਵੀ ਹੋਣਗੇ, ਤਾਂ ਕਿ ਉਹ ਵੀ ਅੱਗੇ ਆਉਣ ਇਹੋ ਜਿਹੇ ਕਾਰਜਾਂ ਦੇ ਲਈ। ਕਿਉਂਕਿ ਇੱਕ ਐਸਾ ਕਾਰਜ ਹੈ, ਦੇਖੋ ਜਿਵੇਂ ਮੈਂ ਆਪ ਜੀ ਨਾਲ ਗੱਲ ਕਰ ਰਿਹਾ ਸੀ ਕਿ ਬਾਬਾ ਜੀ ਨੂੰ ਉਸ ਸਮੇਂ ਦੀ ਸਰਕਾਰ ਨੇ ਕਿਹਾ ਕਿ ਇਹ ਯੂਨੀਵਰਸਿਟੀ ਤੁਸੀਂ ਮੋਹਾਲੀ ਦੇ ਕੋਲ ਖੋਲ੍ਹ ਲਿਓ, ਨਾਭੇ ਖੋਲ੍ਹ ਲਿਓ, ਪਟਿਆਲੇ ਖੋਲ੍ਹ ਲਿਓ, ਇੱਥੇ ਬਹੁਤ ਵਿਦਿਆਰਥੀ ਆਉਣਗੇ। ਤਾਂ ਬਾਬਾ ਜੀ ਦਾ ਸੀ ਕਿ ਇੱਥੇ ਆਲਰੇਡੀ ਬਹੁਤ ਵੱਡੇ ਅਦਾਰੇ, ਯੂਨੀਵਰਸਿਟੀਆਂ, ਥਾਪਰ ਕਾਲਜ ਜਾਂ ਹੋਰ ਇਸ ਤਰ੍ਹਾਂ ਬਹੁਤ ਵੱਡੇ ਅਦਾਰੇ ਨੇ, ਮੈਡੀਕਲ ਕਾਲਜ। ਉਹ ਕਹਿੰਦੇ ਇਸ ਇਲਾਕੇ ਨੂੰ ਜਿਹੜਾ ਹੈ ਬਹੁਤ ਵੱਡੀ ਲੋੜ ਹੈ ਇਹਨਾਂ ਅਦਾਰਿਆਂ ਦੀ, ਤੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਬਚਨ ਨੇ ਉਹਨਾਂ ਨੂੰ ਜਿਹੜਾ ਪੂਰਨ ਕਰਨ ਦਾ ਜਿਹੜਾ ਉਹਨਾਂ ਦਾ ਉਤਸ਼ਾਹ ਸੀ ਉਹ ਦੇਖਿਆ ਹੀ ਬਣਦਾ ਸੀ। ਔਰ ਜਦੋਂ ਵੀ ਇੱਥੇ ਆਉਂਦੇ ਸੀ ਤਾਂ ਉਹ ਅਲੱਗ ਹੀ ਜਲਾਅ ਦੇਖਣ ਵਾਲਾ ਹੁੰਦਾ ਸੀ ਕਿ ਕਿਵੇਂ ਉਹਨਾਂ ਨੇ ਜਿਹੜਾ ਹੈ ਆਪਣੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਸੁਪਨਾ ਹੈ ਜਾਂ ਜਿਹੜਾ ਉਹਨਾਂ ਦੇ ਬਚਨ ਨੇ ਉਹਨਾਂ ਨੂੰ ਆਪਣੇ ਸੁਪਨੇ ਦੇ ਰੂਪ ਦੇ ਵਿੱਚ ਸਾਕਾਰ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਵੱਡੀ ਯੂਨੀਵਰਸਿਟੀ ਹੈ, ਬਹੁਤ ਸਾਰੇ ਡਿਪਾਰਟਮੈਂਟਸ ਨੇ, ਲੈਬਸ ਨੇ, ਕਲਾਸਰੂਮਸ ਨੇ, ਪਰ ਅਸੀਂ ਥੋੜ੍ਹਾ ਜਿਹੜਾ ਇੱਕ ਦੋ ਡਿਪਾਰਟਮੈਂਟ ਨੂੰ ਵਿਸ਼ੇਸ਼ ਤੌਰ ਤੇ ਦੇਖਾਂਗੇ ਕਿਉਂਕਿ ਬਿਕੋਜ਼ ਉੱਦਾਂ ਦੀ ਰੈਪਲੀਕੇਸ਼ਨ ਲਗਭਗ ਹਰ ਡਿਪਾਰਟਮੈਂਟ 'ਚ ਹੈ, ਭਾਵੇਂ ਉਹ ਫਿਜ਼ਿਕਸ ਦਾ ਹੈ, ਕੈਮਿਸਟਰੀ ਦਾ ਹੈ, ਬੋਟਨੀ ਦਾ ਹੈ, ਜੂਲੌਜੀ ਦਾ ਹੈ, ਜਾਂ ਫਿਰ ਸਾਡਾ ਕੰਪਿਊਟਰ ਸਾਇੰਸ ਦਾ ਹੈ, ਜਾਂ ਅੰਗਰੇਜ਼ੀ ਵਿਭਾਗ ਹੈ। ਤੇ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਵਿਭਾਗ ਨੇ, ਚਾਹੇ ਪੰਜਾਬੀ ਦਾ ਵਿਭਾਗ ਹੈ, ਉਹ ਸਾਰੇ ਦੇ ਸਾਰੇ ਆਪਣੇ ਵੈਲ ਇਕੁਇਪਡ ਨੇ ਕਲਾਸਰੂਮਸ ਦੇ ਰੂਪ ਦੇ ਵਿੱਚ ਤੇ ਆਪਣੀ ਲੈਬੋਰਟਰੀਜ਼ ਦੇ ਰੂਪ ਦੇ ਵਿੱਚ। ਆਓ ਫਿਜ਼ਿਕਸ ਜਿਹੜਾ ਹੈ ਲੈਬ ਵੱਲ ਆਪਣੇ ਕਦਮ ਵਧਾਈਏ ਜੀ। ਉਹ ਕਲਾਸਿਸ ਜਿਹੜੀਆਂ ਹੈਗੀਆਂ ਵਿਦਿਆਰਥੀਆਂ ਦੀਆਂ ਉਹ ਕਲਾਸਰੂਮਸ 'ਚ ਲੱਗਦੀਆਂ ਨੇ ਤੇ ਤਕਰੀਬਨ ਜਿਹੜਾ ਹੈ ਉਹ ਦੂਸਰੇ ਭਾਗ ਦੇ ਵਿੱਚ ਜਿਹੜਾ ਹੈ ਉਹ ਲੈਬੋਰਟਰੀਜ਼ ਜਿਹੜੀਆਂ ਹੈਗੀਆਂ ਵਿਦਿਆਰਥੀਆਂ ਦੀ ਲਗਾਈ ਜਾਂਦੀਆਂ ਨੇ। ਤੋ ਇਹ ਸਾਡੇ ਪ੍ਰੋਫੈਸਰ ਨੇ ਡਾਕਟਰ ਅਮਨਦੀਪ ਸ਼ਰਮਾ ਜੀ, ਔਰ ਇਹ ਵੀ ਉੱਚ ਵਿਦਿਅਕ ਅਦਾਰਿਆਂ ਤੋਂ ਸਿੱਖਿਆ ਹਾਸਲ ਕਰਕੇ ਇੱਥੇ ਵਿਦਿਆਰਥੀਆਂ ਨੂੰ ਜਿਹੜਾ ਹੈ ਪ੍ਰੋਫੈਸਰ ਦੇ ਤੌਰ ਤੇ ਸੇਧ ਦੇ ਰਹੇ ਨੇ। ਤੇ ਇਹ ਜਿਹੜੀ ਲੈਬਾਂ ਬਾਰੇ ਆਪ ਜੀ ਨਾਲ ਜਾਣਕਾਰੀ ਵੀ ਸਾਂਝੀ ਕਰਨਗੇ ਕਿ ਜਿਹੜੇ ਸਾਡੇ ਇੱਥੇ ਜਿੰਨੀ ਵੀ ਫੈਸਿਲਿਟੀਜ਼ ਹੈਗੀਆਂ ਲੈਬੋਰਟਰੀਜ਼ ਦੇ ਰੂਪ ਦੇ ਵਿੱਚ, ਇੱਥੇ ਜਿਹੜਾ ਇਕੁਇਪਮੈਂਟ ਹੈ, ਜਿਹੜੇ ਕਿ ਲੋੜੀਂਦੇ ਸਾਧਨ ਨੇ ਵਿਦਿਆਰਥੀਆਂ ਨੂੰ ਵਧੀਆ ਟ੍ਰੇਨਿੰਗ ਦੇਣ ਦੇ ਲਈ, ਉਹ ਆਪਣੇ ਆਪ ਦੇ ਵਿੱਚ ਬਾ ਕਮਾਲ ਨੇ। ਔਰ ਇਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਨਵੀਂ ਤੋਂ ਨਵੀਂ ਟੈਕਨੋਲੋਜੀ ਜਿਹੜੀ ਹੈ ਉਹ ਇਕੁਇਪਮੈਂਟਸ ਐਡ ਕਰਦੇ ਰਹੇ ਜਾਣ ਤਾਂ ਕਿ ਉਹ ਅਪਡੇਟ ਵੀ ਹੁੰਦਾ ਰਹੇ ਨਾਲ ਦੀ ਨਾਲ। ਸੋ ਇਹ ਮੇਰੇ ਸਾਥੀ ਨੇ ਡਾਕਟਰ ਅਮਨਦੀਪ ਸ਼ਰਮਾ ਜੀ। ਸੋ ਆਪ ਜੀ ਇਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ ਕਿਉਂਕਿ ਇਹ ਲੈਬੋਰਟਰੀ ਨੂੰ ਮੇਨਟੇਨ ਕਰਨ ਦੇ ਵਿੱਚ ਇਹ ਅਗਵਾਈ ਦਿੰਦੇ ਨੇ ਸਾਡੇ ਨਿਚਲੇ ਸਟਾਫ ਨੂੰ। ਸ਼ਰਮਾ ਜੀ, ਜਾਣਕਾਰੀ ਦਿਓ ਤੁਹਾਡੀ ਇਸ ਲੈਬ ਦੇ ਬਾਰੇ, ਕਿਉਂਕਿ ਆਪਣੇ ਜਿਹੜੇ ਵਿਜ਼ਿਟਰ ਨੇ ਦੇ ਆਰ ਫਰੋਮ USA, ਨਿਊਯਾਰਕ, ਇਹ ਸਾਡੇ ਵਿਜ਼ਿਟਰ ਨਹੀਂ ਹੈਗੇ, ਇਹ ਨਾਲ ਆਪਣੇ ਫੈਮਿਲੀ ਦੇ ਮੈਂਬਰ ਵੀ ਨੇ ਕਲਗੀਧਰ ਟਰੱਸਟ ਦੇ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਜੋ ਕੁਝ ਇਹ ਡੋਨੇਟ ਕਰਦੇ ਨੇ ਉਹ ਕਿਸ ਤਰੀਕੇ ਨਾਲ ਆਪਾਂ ਸਹੀ ਉਸ ਦਾ ਜਿਹੜਾ
ਖਰਚ ਕਰਦੇ ਹੋ? ਠੀਕ ਹੈ ਜੀ, ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਇੱਥੇ ਆਉਣ ਲਈ, ਸਾਡੀਆਂ ਲੈਬੋਰਟਰੀਜ਼ ਔਰ ਯੂਨੀਵਰਸਿਟੀ ਨੂੰ ਵਿਜ਼ਿਟ ਕਰਨ ਦੇ ਲਈ। ਤਾਂ ਇਸ ਟਾਈਮ ਆਪਾਂ ਫਿਜ਼ਿਕਸ ਡਿਪਾਰਟਮੈਂਟ ਦੇ ਵਿੱਚ ਜਿਹੜਾ ਹੈਗਾ ਜੀ ਅੰਡਰ ਗ੍ਰੈਜੂਏਸ਼ਨ ਦੀ ਲੈਬ ਦੇ ਵਿੱਚ ਖੜੇ ਹੋਏ ਹਾਂ। ਸਾਡੇ ਕੋਲੇ 2 ਲੈਬਸ ਨੇ। ਇਹ ਸਾਡੀ ਅੰਡਰ ਗ੍ਰੈਜੂਏਸ਼ਨ ਦੀ ਲੈਬ ਹੈ ਜੀ, BSc ਆਨਰਸ ਫਿਜ਼ਿਕਸ ਕਰਦੇ ਆ ਜਿਹੜੇ ਬੱਚੇ, ਤਾਂ ਉਹ ਆਪਣੇ ਐਕਸਪੈਰੀਮੈਂਟਸ ਇੱਥੇ ਪਰਫਾਰਮ ਕਰਦੇ ਆ। ਨਾਲ ਸਾਡੇ ਕੋਲੇ ਪੋਸਟ ਗ੍ਰੈਜੂਏਸ਼ਨ ਦੀ ਲੈਬ ਹੈ, MSc ਵਾਲੇ ਬੱਚੇ ਨੇ ਜਿਹੜੇ ਉਹ ਨਾਲ ਦੀ ਲੈਬੋਰਟਰੀ ਦੇ ਵਿੱਚ ਐਕਸਪੈਰੀਮੈਂਟਸ ਕਰਦੇ ਆ ਜੀ। ਤਾਂ ਇਸ ਤਰ੍ਹਾਂ ਹੈ ਜੀ, ਸਾਡੇ ਕੋਲੇ ਫਿਜ਼ਿਕਸ ਦੇ ਵਿੱਚ ਜਿੱਦਾਂ ਅਦਰ ਸਬਜੈਕਟਸ, ਡਿਫਰੈਂਟ ਸਬਜੈਕਟਸ ਦੀਆਂ ਸਪੈਸ਼ਲਾਈਜੇਸ਼ਨਸ ਹੁੰਦੀਆਂ ਨੇ। ਇਲੈਕਟ੍ਰੋਨਿਕਸ ਹੈ, ਸੋਲਿਡ ਸਟੇਟ ਫਿਜ਼ਿਕਸ ਹੈ, ਨਿਊਕਲੀਅਰ ਹੈ, ਕੰਡੈਂਸ ਮੈਟਰ ਹੈ, ਆਪਟਿਕਸ ਹੈ, ਤਾਂ ਇਲੈਕਟ੍ਰਿਸਿਟੀ ਮੈਗਨੇਟਿਜ਼ਮ ਹੈ। ਤਾਂ ਉਹ ਅਲੱਗ-ਅਲੱਗ ਸਪੈਸ਼ਲਾਈਜੇਸ਼ਨਸ ਦੀਆਂ ਸਾਡੇ ਕੋਲ ਇਕੁਇਪਮੈਂਟ ਸਾਰੇ ਅਵੇਲੇਬਲ ਨੇ ਜੀ। ਜੋ ਵੀ UGC ਦੀਆਂ ਰਿਕਮੈਂਡੇਸ਼ਨਸ ਨੇ ਕਿ ਇਸ ਸਬਜੈਕਟ ਅਗਰ ਬੱਚਾ ਪੜ੍ਹ ਰਿਹਾ ਤਾਂ ਉਸ ਨੂੰ ਸਪੋਰਟਿੰਗ ਐਕਸਪੈਰੀਮੈਂਟਸ ਨੇ ਜਿਹੜੇ ਇਹ ਹੋਣੇ ਚਾਹੀਦੇ ਆ ਉਹਦੇ ਕਰਿਕੂਲਮ ਦੇ ਵਿੱਚ ਜਾਂ ਲੈਬੋਰਟਰੀਜ਼ ਦੇ ਵਿੱਚ, ਉਹ ਸਾਰਾ ਇਨਫਰਾਸਟ੍ਰਕਚਰ ਸਾਡੇ ਕੋਲ ਅਵੇਲੇਬਲ ਹੈ। ਇੱਕ ਸਮੈਸਟਰ ਦੇ ਵਿੱਚ ਅਸੀਂ 8 ਤੋਂ 10 ਐਕਸਪੈਰੀਮੈਂਟਸ ਨੇ ਜੀ ਬੱਚੇ ਨੂੰ ਜਿਹੜੇ ਉਹ ਕਰਵਾ ਦਿੰਦੇ ਆ ਇੱਕ ਸਪੈਸ਼ਲਾਈਜੇਸ਼ਨ ਦੇ। ਤਾਂ ਤੁਸੀਂ ਸਮਝੋ ਕਿ 3 ਸਾਲਾਂ ਦੇ ਵਿੱਚ ਬੱਚਾ ਸਾਡੇ ਕੋਲੇ 6 ਸਮੈਸਟਰ ਪੜ੍ਹਦਾ, ਤਾਂ 6 ਸਮੈਸਟਰ ਦੇ ਵਿੱਚ ਜਿਹੜਾ ਹੈਗਾ ਅਸੀਂ ਅਪਰੋਕਸੀਮੇਟਲੀ ਬੱਚਾ 55 to 60 ਐਕਸਪੈਰੀਮੈਂਟ ਹੈ ਉਹ ਸਾਡੇ ਕੋਲੋਂ ਅੰਡਰ ਗ੍ਰੈਜੂਏਸ਼ਨ ਦੇ ਵਿੱਚ ਕੰਪਲੀਟ ਕਰਕੇ ਜਾਂਦਾ। ਤਾਂ ਜਨਰਲੀ ਇਹ ਹੁੰਦਾ ਜੀ, ਇਹ ਨਹੀਂ ਹੈ ਕਿ ਅਸੀਂ ਜਿਹੜਾ ਹੈਗਾ ਲੈਬੋਰਟਰੀ ਜਿੰਨਾ ਅਸੀਂ ਥਿਊਰੀ ਤੇ ਫੋਕਸ ਕਰਦੇ ਹਾਂ ਉਨਾ ਹੀ ਫੋਕਸ ਸਾਡਾ ਪ੍ਰੈਕਟੀਕਲ ਦਾ ਰਹਿੰਦਾ, ਕਿਉਂਕਿ ਸਾਇੰਸ ਸਬਜੈਕਟ ਹੋਣ ਦੇ ਨਾਤੇ ਅਗਰ ਸਾਡਾ ਪ੍ਰੈਕਟੀਕਲ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਸਟਰੋਂਗ ਨਹੀਂ ਹੋਏਗਾ ਤਾਂ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਉਸ ਤਰ੍ਹਾਂ ਜਸਟੀਫਾਈ ਚੀਜ਼ਾਂ ਨਹੀਂ ਕਰ ਪਾਉਂਦੇ। ਤਾਂ ਇਸ ਕਰਕੇ ਇਨਫਰਾਸਟ੍ਰਕਚਰ ਦੀ ਸਾਡੇ ਕੋਲੇ ਕੋਈ ਕਮੀ ਨਹੀਂ ਹੈ ਜੀ। ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਹੈ ਨਾ, ਤੇ ਬਹੁਤ ਸਾਰੇ ਜਿਹੜਾ ਹੈਗਾ ਸੱਜਣ ਪੁਰਸ਼ਾਂ ਦੀ ਹੈਲਪ ਦੇ ਨਾਲ ਅਸੀਂ ਜੋ ਵੀ ਟਾਈਮ ਦੀ ਸਮੇਂ ਦੀ ਡਿਮਾਂਡ ਹੈ ਉਹਦੇ ਅਕੋਰਡਿੰਗਲੀ ਜੋ ਵੀ ਇਕੁਇਪਮੈਂਟ ਸਾਨੂੰ ਲੈਬ ਦੇ ਵਿੱਚ ਚਾਹੀਦੇ ਨੇ ਉਹ ਅਸੀਂ ਟਾਈਮ ਟੂ ਟਾਈਮ ਸਾਰੇ ਅਰੇਂਜ ਕਰਦੇ ਹਾਂ ਜੀ। ਸਾਨੂੰ ਯੂਨੀਵਰਸਿਟੀ ਇਮੀਡੀਏਟਲੀ ਵਿਦਆਊਟ ਐਨੀ ਡਿਲੇ ਪ੍ਰੋਵਾਈਡ ਕਰਦੀ ਹੈ ਔਰ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਜੀ ਬੈਸਟ ਇਨਫਰਾਸਟ੍ਰਕਚਰ ਦੇ ਨਾਲ, ਤਾਂ ਕਿ ਸਾਇੰਸ ਦੇ ਜਿਹੜੇ ਪ੍ਰੈਕਟੀਕਲਸ ਨੇ ਉਹ ਵੀ ਉਹ ਵਧੀਆ ਤਰੀਕੇ ਨਾਲ ਉਨਾ ਹੀ ਆਪਣੇ ਆਪ ਨੂੰ ਸਟਰੈਂਥਨ ਕਰਨ ਜਿੰਨਾ ਕਿ ਉਹ ਥਿਊਰੀ ਦੇ ਵਿੱਚ ਸਟਰੋਂਗ ਨੇ। ਉਹ ਸਾਰੀਆਂ ਚੀਜ਼ਾਂ ਦਾ ਅਸੀਂ ਖਾਸ ਧਿਆਨ ਰੱਖਦੇ ਹਾਂ ਜੀ। ਫਾਰ ਐਗਜ਼ਾਮਪਲ ਇਹ ਸਾਡੇ ਕੋਲੇ ਆਪਟਿਕਸ ਦੀ ਡਾਰਕ ਰੂਮ ਹੈ ਜੀ, ਅਗਰ ਆਪਾਂ ਕਰ ਸਕਦੇ ਹਾਂ ਵਿਜ਼ਿਟ, ਆ ਜਾਓ ਤੁਸੀਂ ਅੰਦਰ। ਇਹਦੇ ਵਿੱਚ ਇਹ ਹੁੰਦਾ ਜੀ, ਸਾਨੂੰ ਕੁਝ ਐਕਸਪੈਰੀਮੈਂਟਸ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਅਸੀਂ ਬਾਹਰ ਤੋਂ ਜਿਹੜੀ ਬਾਹਰੋਂ ਲਾਈਟ ਆ ਰਹੀ ਹੈ ਇਹਨੂੰ ਕੱਟ ਕਰਕੇ ਅੰਦਰ ਬੱਚਿਆਂ ਨੇ ਜਿਹੜਾ ਹੈਗਾ ਲਾਈਟ ਨੂੰ ਕੱਟ ਕਰਕੇ ਡਾਰਕ ਦੇ ਵਿੱਚ ਐਕਸਪੈਰੀਮੈਂਟ ਕਰਨਾ ਹੁੰਦਾ। ਤਾਂ ਇੱਥੇ ਅਸੀਂ ਫਿਰ ਜਿਹੜਾ ਹੈਗਾ ਜੀ ਬੱਚੇ ਇਹ ਲਾਈਟ ਆਫ ਕਰਕੇ ਇਹ ਲੇਜ਼ਰ ਸੋਰਸ ਵਗੈਰਾ ਜਾਂ ਸਾਡੇ ਕੋਲੇ ਸੋਡੀਅਮ ਲੈਂਪ ਜੋ ਵੀ ਆਪਟਿਕਸ ਲਾਈਟ ਦੇ ਨਾਲ ਸੰਬੰਧਿਤ ਐਕਸਪੈਰੀਮੈਂਟਸ ਨੇ ਉਹ ਬੱਚੇ ਸਾਡੇ ਸਾਰੇ ਇੱਥੇ ਪਰਫਾਰਮ ਕਰਦੇ ਆ। ਤਾਂ ਸਾਡੇ ਕੋਲੇ ਜਿੰਨੇ ਵੀ ਮਤਲਬ ਉਹਨਾਂ ਦੀ ਡਿਮਾਂਡ ਦੇ ਅਕੋਰਡਿੰਗਲੀ ਜੀ ਕਾਸਟਲੀ ਤੋਂ ਕਾਸਟਲੀ ਐਕਸਪੈਰੀਮੈਂਟ ਹੈ, ਚਾਹੇ ਹਰ ਤਰ੍ਹਾਂ ਦਾ ਇਨਫਰਾਸਟ੍ਰਕਚਰ ਸਾਡੇ ਕੋਲੇ ਅਵੇਲੇਬਲ ਰਹਿੰਦਾ। ਫਾਰ ਐਗਜ਼ਾਮਪਲ ਇਹ ਤੁਸੀਂ ਇਸ ਸਮੈਸਟਰ ਦੇ ਐਕਸਪੈਰੀਮੈਂਟਸ ਦੇਖ ਰਹੇ ਹੋ, ਜਿਵੇਂ ਸਮੈਸਟਰ ਚੇਂਜ ਹੋਏਗਾ ਤਾਂ ਇਹ ਐਕਸਪੈਰੀਮੈਂਟ ਸੈਟਅਪਸ ਨੇ ਜਿਹੜੇ ਚੇਂਜ ਹੋ ਜਾਣਗੇ। ਇਹਨਾਂ ਨੂੰ ਅਸੀਂ ਸਟੋਰ ਕਰ ਦਿੰਦੇ ਹਾਂ ਔਰ ਅਗਲੇ ਸਮੈਸਟਰ ਦੀ ਜੋ ਰਿਕੁਆਇਰਮੈਂਟ ਹੋਏਗੀ ਉਹ ਅਸੀਂ ਇੱਥੇ ਪਲੇਸ ਕਰ ਦਾਂਗੇ। ਸੋ ਇਹ ਇਸ ਤਰ੍ਹਾਂ ਸਾਡਾ ਜਿਹੜਾ ਹੈਗਾ ਜੀ ਰੋਟੇਸ਼ਨ ਦੇ ਵਿੱਚ ਅਪਡੇਟਸ ਰਹਿੰਦੇ ਨੇ ਔਰ ਬੱਚੇ ਨੇ ਜਿਹੜਾ ਇਹਨਾਂ ਨੂੰ ਯੂਟਿਲਾਈਜ਼ ਕਰਦੇ ਆ ਫਰੂਟਫੁਲੀ ਔਰ ਬਹੁਤ ਅੱਛਾ ਆਪਣੇ ਆਪ ਨੂੰ ਜਿਹੜਾ ਹੈਗਾ ਸਾਇੰਸ ਸਬਜੈਕਟ ਦੀ ਜੋ ਐਕਸਪੈਕਟੇਸ਼ਨ ਹੈ ਉਹਨਾਂ ਦੀ ਫੁੱਲਫਿਲ ਹੁੰਦੀ ਹੈ। ਬੀਇੰਗ ਅ ਟੀਚਰ ਤੁਸੀਂ ਸੈਟੀਸਫਾਈ ਹੋ? ਮਤਲਬ ਯੂਨੀਵਰਸਿਟੀ ਦੁਆਰਾ ਇੱਕ ਜ਼ਰੂਰਤ ਹੁੰਦੀ ਹੈ ਟੀਚਰ ਦੀ ਇਕਵਿਪਮੈਂਟ ਤੋਂ ਲੈ ਕੇ ਬਾਕੀ ਸਾਰੀਆਂ ਚੀਜ਼ਾਂ ਦੀ। ਬਿਲਕੁਲ ਜੀ, ਜਿਸ ਤਰ੍ਹਾਂ ਜੀ ਜਨਰਲੀ ਅਸੀਂ ਦੇਖਦੇ ਹਾਂ, ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਪੜ੍ਹਾਇਆ ਕਿ ਸਪੈਸ਼ਲੀ ਜਿਹੜਾ ਲੈਬ ਵਰਕ ਹੈ ਜਾਂ ਲੈਬ ਇਨਫਰਾਸਟ੍ਰਕਚਰ ਹੈ ਉਹ 'ਤੇ ਧਿਆਨ ਨਹੀਂ ਦਿੱਤਾ ਜਾਂਦਾ ਹੈ ਨਾ। ਜਨਰਲੀ ਜਿਹੜਾ ਹੈਗਾ ਕਿ ਲੈਬ ਨੂੰ ਥੋੜ੍ਹਾ ਜਿਹਾ ਅਣਗੌਲਿਆਂ ਕਰਕੇ ਸਾਈਡ 'ਤੇ ਕਰਕੇ ਇਨਵੈਸਟਮੈਂਟ ਦਾ ਪਾਰਟ ਵੀ ਆ ਜਾਂਦਾ ਹੈ ਨਾ ਕਿਤੇ ਅਸੀਂ ਇਗਨੋਰ ਕਰਕੇ ਚੱਲਦੇ ਹਾਂ। ਬਟ ਇੱਥੇ ਅਸੀਂ ਜਦੋਂ ਵੀ ਕੋਈ ਲੈਬ ਦੀ ਰਿਕੁਆਇਰਮੈਂਟ ਭੇਜੀ ਹੈ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਆਪਰੇਟਸ ਹੈ, ਤਾਂ ਸਾਨੂੰ ਬਿਨਾਂ ਕਿਸੇ ਡਿਲੇ ਤੋਂ ਉਹ ਆਪਰੇਟਸ ਮਿਲਿਆ। ਅਤੇ ਇਸ ਕਰਕੇ ਬੱਚਿਆਂ ਨੂੰ ਸਪੈਸ਼ਲੀ ਇਸ ਏਰੀਆ ਦੇ ਵਿੱਚ ਅਗਰ ਮੈਂ ਗੱਲ ਕਹਾਂ ਵੀ ਐਟਲੀਸਟ ਮੈਂ ਇੰਸ਼ੋਰ ਕਰਦਾ ਕਿ ਨੇੜੇ ਤੇੜੇ 200 ਕਿਲੋਮੀਟਰ ਤੱਕ ਮੈਨੂੰ ਨਹੀਂ ਲੱਗਦਾ ਕਿ ਕੋਈ ਇੰਸਟੀਚਿਊਟ ਹੋਏਗੀ ਜਿੱਥੇ ਕਿ ਲੈਬ ਇਨਫਰਾਸਟ੍ਰਕਚਰ ਇਸ ਤਰ੍ਹਾਂ ਦਾ ਹੋਏਗਾ। ਸੋ ਸਮੇਂ ਦੀ ਡਿਮਾਂਡ ਮੁਤਾਬਕ ਜੀ ਬਿਲਕੁਲ ਵੈਲ ਵਰਕਿੰਗ ਕੰਡੀਸ਼ਨ ਦੇ ਵਿੱਚ ਤੁਸੀਂ ਸਾਰੇ ਇਕਵਿਪਮੈਂਟ ਦੇਖ ਰਹੇ ਹੋ। ਇੱਧਰ ਸਾਡੇ ਕੋਲੇ ਨਾਲ ਦੀ ਪੋਸਟ ਗ੍ਰੈਜੂਏਸ਼ਨ ਲੈਬ ਹੈ, ਉੱਧਰ ਸਾਡੇ ਕੋਲੇ ਨਿਊਕਲੀਅਰ ਦੇ ਐਕਸਪੈਰੀਮੈਂਟਸ ਨੇ ਜੀ ਜਿਹੜੇ ਕਿ ਸਿਰਫ BRC ਭਾਭਾ ਐਟੋਮਿਕ ਰਿਸਰਚ ਸੈਂਟਰ ਇੰਡੀਆ ਦੀ ਜੋ ਹੈ ਆਰਗੇਨਾਈਜੇਸ਼ਨ ਉਹਨਾਂ ਦੀ ਪਰਮਿਸ਼ਨ ਦੇ ਨਾਲ ਹੀ ਅਸੀਂ ਪ੍ਰੋਵਾਈਡ ਕਰਦੇ ਹਾਂ। ਰੇਡੀਓ ਐਕਟਿਵ ਸੋਰਸ ਨੇ, ਰੇਡੀਏਸ਼ਨ ਨਿਕਲਦੀਆਂ ਨੇ, ਉਹ ਅਸੀਂ ਕਿਤੇ ਮਾਰਕੀਟ ਦੇ ਵਿੱਚੋਂ ਪਰਚੇਜ਼ ਵੀ ਨਹੀਂ ਕਰ ਸਕਦੇ। ਉਹ ਸਪੈਸ਼ਲੀ ਸਿਰਫ ਔਰ ਸਿਰਫ BRC ਸਾਨੂੰ ਪਰਮਿਸ਼ਨ ਨਾਲ ਲੈਣੇ ਪੈਂਦੇ ਆ। ਅਸੀਂ ਉਸ ਤਰ੍ਹਾਂ ਦੇ ਜਿਹੜੇ ਸੋਰਸਿਸ ਨੇ, ਉਸ ਤਰ੍ਹਾਂ ਦੇ ਐਕਸਪੈਰੀਮੈਂਟਸ ਨੇ ਉਹ ਵੀ ਆਪਣੀ ਲੈਬ ਦੇ ਵਿੱਚ ਬੱਚਿਆਂ ਨੂੰ ਜਿਹੜਾ ਹੈਗਾ ਪ੍ਰੋਵਾਈਡ ਕਰੇ ਹੋਏ ਨੇ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਫੀਲਡ ਦਾ ਕੋਈ ਡੈਫੀਸ਼ੀਐਂਸੀ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਨਾ ਰਹਿ ਜੇ। ਬਹੁਤ ਸ਼ੁਕਰੀਆ ਜੀ ਗੱਲ ਕਰਨ ਦੇ, ਔਰ ਸਾਨੂੰ ਵੀ ਖੁਸ਼ੀ ਹੋਈ ਕਿ ਜਿਹੜੇ ਕਾਰਜ ਉਲੀਕੇ ਹੋਏ ਨੇ ਔਰ ਜਿਹੜੇ ਕੰਮ ਚੱਲ ਰਹੇ ਨੇ ਉਹਨਾਂ ਦੇ ਵਿੱਚ ਸੈਟਿਸਫੈਕਸ਼ਨ ਹੋਣੀ ਬਹੁਤ ਜ਼ਰੂਰੀ ਹੈ। ਔਰ ਸੈਟਿਸਫੈਕਸ਼ਨ ਆਪਣੇ ਮੂੰਹੋਂ ਬੋਲ ਕੇ ਆਪ ਗੱਲ ਕਰਦੀ ਹੈ, ਉਹ ਚਾਹੇ ਇਕਵਿਪਮੈਂਟ ਦੀ ਗੱਲ ਹੋਵੇ, ਚਾਹੇ ਬੱਚਿਆਂ ਦੀ ਸਟੱਡੀ ਦੀ ਗੱਲ ਹੋਵੇ, ਤੇ ਚਾਹੇ ਅਧਿਆਪਕ ਦੁਆਰਾ ਆਪ ਇੱਕ ਸੈਟਿਸਫੈਕਸ਼ਨ ਦਰਸਾਉਣ ਦੀ ਗੱਲ ਹੋਵੇ। ਸ਼ੁਕਰੀਆ। ਇੱਕ ਇਹਦੇ ਵਿੱਚ ਮੈਂ ਵੀਰ ਜੀ ਗੱਲ ਐਡ ਕਰਾਂਗਾ ਕਿ ਸਾਡੇ ਪ੍ਰੋਫੈਸਰ ਸਾਹਿਬ ਰੇਡੀਏਸ਼ਨ ਫਿਜ਼ਿਕਸ ਦੇ ਮਾਹਰ ਨੇ ਅਤੇ ਅਸੀਂ ਭਵਿੱਖ ਦੇ ਵਿੱਚ ਸੋਚ ਰਹੇ ਹਾਂ ਕਿ ਇਹਨਾਂ ਲਈ ਜਿਹੜਾ ਹੈ ਕੋਈ ਇਸ ਤਰ੍ਹਾਂ ਦੀ ਲੈਬ ਤਿਆਰ ਕੀਤੀ ਜਾਵੇ ਤਾਂ ਕਿ ਆਪਣੇ ਜਿਹੜੇ ਖੋਜ ਕਾਰਜ ਜਿਹੜੇ ਉਹਨਾਂ ਨੂੰ ਅੱਗੇ ਵਧਾ ਸਕਣ। ਅਤੇ ਇਸ ਲਈ ਜਿਹੜਾ ਹੈ ਜਿਵੇਂ ਆਪ ਜੀ ਪੁੱਛ ਰਹੇ ਸੀ ਕਿ ਕੱਲ੍ਹ ਭੈਣ ਜੀ ਵੀ ਗੱਲ ਕਰ ਰਹੇ ਸੀ ਕਿ ਅਸੀਂ ਹੋਰ ਕੀ ਕੰਟਰੀਬਿਊਟ ਕਰ ਸਕਦੇ ਹਾਂ, ਤਾਂ ਇਹਨਾਂ ਨੂੰ ਆਪਣੀ ਜਿਹੜੇ
ਥੋੜ੍ਹੇ ਇਕਵਿਪਮੈਂਟ ਕਾਸਟਲੀ ਵੀ ਹੁੰਦੇ ਆ, 10 ਤੋਂ 15 ਲੱਖ ਜਾਂ 20 ਲੱਖ ਤੱਕ ਦੀ ਵੀ ਉਹਨਾਂ ਦੀ ਕਾਸਟ ਜਾਂਦੀ ਹੈ। ਉਹਦੇ 'ਚੋਂ ਖੋਜ ਕਾਰਜ ਕਰਕੇ ਜਿਹੜਾ ਹੈ, ਕਿਉਂਕਿ ਬਠਿੰਡੇ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਦਾ ਅਸੀਂ ਦੇਖਦੇ ਹਾਂ ਕਿ ਕੈਂਸਰ ਦੇ ਜਿਹੜੇ ਕੇਸਿਸ ਬਹੁਤ ਆਉਂਦੇ ਨੇ, ਤੇ ਜਿਹੜੀ ਪ੍ਰੋਫੈਸਰ ਸਾਹਿਬ ਦੀ ਰਿਸਰਚ ਹੈ ਉਹ ਰੇਡੀਏਸ਼ਨ ਸ਼ੀਲਡਿੰਗ ਦੇ ਜਿਹੜੇ ਖੇਤਰ ਦੇ ਵਿੱਚ ਕਾਫੀ ਉੱਗੀ ਹੈ, ਤੇ ਉਹਨੂੰ ਹੋਰ ਅੱਗੇ ਵਧਾਉਣ ਦੇ ਲਈ ਸਾਨੂੰ ਜਿਹੜਾ ਹੈ ਉਹ ਜਿਹੜੀ ਉਸ ਤਰ੍ਹਾਂ ਦੀ ਇੱਕ ਸਪੈਸ਼ਲਾਈਜ਼ਡ ਲੈਬ ਦੀ ਵੀ ਸਖਤ ਲੋੜ ਹੈ। ਤਾਂ ਉਹਦੇ ਲਈ ਅਸੀਂ ਹੁਣ ਕੁਝ ਪਲਾਨ ਕਰ ਰਹੇ ਹਾਂ, ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜੀ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਛੇਤੀ ਹੀ ਉਹ ਇਹਨਾਂ ਵਾਸਤੇ ਉੱਦਾਂ ਦੀ ਲੈਬ ਵੀ ਅਸੀਂ ਬਣਾ ਸਕਾਂਗੇ, ਤਾਂ ਕਿ ਉਹ ਆਪਣੇ ਖੋਜ ਕਾਰਜਾਂ ਨੂੰ ਹੋਰ ਉਤਸ਼ਾਹ ਤੇ ਵਧੇਰੇ ਇਫੈਕਟਿਵ ਤਰੀਕੇ ਨਾਲ ਅੱਗੇ ਵਧਾ ਸਕਣ। ਥੈਂਕ ਯੂ। ਤਕਰੀਬਨ ਇਸ ਲੈਬ ਦੇ ਵਿੱਚ ਜਿਹੜਾ ਹੈ ਇਲੈਕਟ੍ਰੋਨਿਕਸ ਦੇ ਜਿਹੜੇ ਐਕਸਪੈਰੀਮੈਂਟਸ ਨੇ ਜਾਂ ਕੰਡੈਂਸ ਮੈਟਰ ਫਿਜ਼ਿਕਸ ਦੇ, ਜਿਵੇਂ ਇਹਨਾਂ ਨੇ ਕਿਹਾ ਨਿਊਕਲੀਅਰ ਫਿਜ਼ਿਕਸ ਦੇ, ਤੋਂ ਇੱਦਾਂ ਦੇ ਜਿਹੜੇ ਐਕਸਪੈਰੀਮੈਂਟਸ ਨੇ ਇੱਥੇ ਉਹ ਬੱਚਿਆਂ ਨੂੰ ਕਰਵਾਏ ਜਾਂਦੇ ਨੇ, ਤਾਂ ਕਿ ਉਹ ਥਿਊਰੀ ਦੇ ਨਾਲ ਨਾਲ, ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਵਿਦਿਆਰਥੀ ਜਿਹੜਾ ਹੈ ਉਹ ਐਕਸਪੈਰੀਮੈਂਟਲ ਜਿਹੜਾ ਹੈ ਉਹ ਹੱਥੀਂ ਜਿਹੜਾ ਹੈ ਕਰਕੇ ਦੇਖਣ, ਔਰ ਜਿਹੜੇ ਕਲਾਸਰੂਮਸ ਦੇ ਵਿੱਚ ਜਿਹੜਾ ਉਹ ਪੜ੍ਹਦੇ ਨੇ ਥਿਊਰੀ ਦੇ ਰੂਪ ਦੇ ਵਿੱਚ, ਉਹਨਾਂ ਨੂੰ ਇੱਥੇ ਆ ਕੇ ਪ੍ਰੈਕਟੀਕਲੀ ਦੇਖ ਵੀ ਸਕਣ। ਤਾਂ ਤੁਸੀਂ ਜਿੰਨਾ ਵੀ ਦੇਖੋ ਕਿ ਮਾਡਰਨ ਲੈਬ ਇਕਵਿਪਮੈਂਟ ਹੈਗਾ, ਚਾਹੇ ਉਹ ਜਿਹੜਾ CROs ਨੇ, ਚਾਹੇ ਆਹ ਬ੍ਰੈਡ ਬੋਰਡਸ ਨੇ ਇਨ ਦਾ ਫਾਰਮ ਜਿਹੜੇ ਇਲੈਕਟ੍ਰੋਨਿਕਸ ਦੇ ਐਕਸਪੈਰੀਮੈਂਟ ਫਾਰਮ ਕਰਨ ਦੇ ਲਈ, ਜਾਂ ਬਿਲਕੁਲ ਪਰਲੇ ਪਾਸੇ ਤੁਸੀਂ ਦੇਖ ਰਹੇ ਹੋ ਸਾਹਮਣੇ, ਤਾਂ ਉੱਥੇ ਜਿਹੜਾ ਨਿਊਕਲੀਅਰ ਫਿਜ਼ਿਕਸ ਦੇ ਐਕਸਪੈਰੀਮੈਂਟਸ ਨੇ, GM ਕਾਊਂਟਰਸ ਵਗੈਰਾ ਜਾਂ ਹੋਰ ਇਸ ਤਰ੍ਹਾਂ ਦੇ ਰੇਡੀਏਸ਼ਨ ਡਿਟੈਕਸ਼ਨ ਨਾਲ ਜਿਹੜੇ ਸੰਬੰਧਿਤ ਜਿਹੜੇ ਇਕਵਿਪਮੈਂਟਸ ਨੇ, ਉਹ ਵੀ ਆਪ ਜੀ ਦੇਖ ਸਕਦੇ ਹੋ। ਸੋ MSc ਦੇ ਵਿਦਿਆਰਥੀਆਂ ਨੂੰ ਫਿਰ ਇੱਦਾਂ ਦੇ ਜਿਹੜੇ ਐਕਸਪੈਰੀਮੈਂਟਸ ਕਰਵਾਏ ਜਾਂਦੇ ਨੇ ਜੀ। ਜਿਹੜਾ ਜਿਵੇਂ ਮੈਂ ਦੂਸਰੀ ਲੈਬ 'ਚ ਗੱਲ ਕਰ ਰਿਹਾ ਸੀ ਕਿ ਸਾਨੂੰ ਜਿਹੜਾ ਰੇਡੀਏਸ਼ਨ ਫਿਜ਼ਿਕਸ ਜਾਂ ਇਕੱਲੀ ਰੇਡੀਏਸ਼ਨ ਫਿਜ਼ਿਕਸ ਹੀ ਨਹੀਂ, ਕੰਡੈਂਸ ਮੈਟਰ ਫਿਜ਼ਿਕਸ ਦੀ ਲੈਬ ਐਸਟੈਬਲਿਸ਼ ਕਰਨ ਵਾਸਤੇ, ਕਿਉਂਕਿ ਫਿਜ਼ਿਕਸ ਦੀ ਸਾਡੀ ਜਿਹੜੀਆਂ ਸਪੈਸ਼ਲਾਈਜੇਸ਼ਨਸ ਨੇ ਡਿਪਾਰਟਮੈਂਟ ਦੇ ਵਿੱਚ, ਉਹ ਜਿਹੜੀਆਂ ਸਪੈਸ਼ਲਾਈਜੇਸ਼ਨਸ ਜਿਹੜੀਆਂ ਮੁੱਖ ਤੌਰ 'ਤੇ, ਜਿਵੇਂ ਪ੍ਰੈਸ ਸਾਹਿਬ ਨੇ ਰੇਡੀਏਸ਼ਨ ਫਿਜ਼ਿਕਸ ਦੇ, ਮੇਰਾ ਥਿਓਰੈਟੀਕਲ ਫਿਜ਼ਿਕਸ ਦਾ ਹੈ, ਨਿਊਕਲੀਅਰ ਫਿਜ਼ਿਕਸ ਦਾ ਹੈ। ਇਸ ਤਰ੍ਹਾਂ ਹੀ ਨਾਲ ਹੀ ਪ੍ਰੋਫੈਸਰ ਲੈਬ 'ਚ ਆ ਚੁੱਕੇ ਨੇ ਡਾਕਟਰ ਰਾਜਨ, ਉਹ USA ਤੋਂ ਆਏ ਨੇ, ਲੰਮਾ ਸਮਾਂ ਉਹ 3 ਸਾਲ ਉੱਥੇ ਲਗਾ ਕੇ ਆਏ ਨੇ, ਤੇ ਉਹਨਾਂ ਦਾ ਕੰਡੈਂਸ ਮੈਟਰ ਫਿਜ਼ਿਕਸ ਜਾਂ ਸੋਲਿਡ ਸਟੇਟ ਫਿਜ਼ਿਕਸ ਦੇ ਵਿੱਚ ਹੈਗਾ। ਇਸ ਤਰ੍ਹਾਂ ਹੀ ਆਸਟਰੋਫਿਜ਼ਿਕਸ ਤੇ ਪਾਰਟੀਕਲ ਫਿਜ਼ਿਕਸ ਦੇ ਵਿੱਚ, ਇਸ ਤਰ੍ਹਾਂ ਹੀ ਕੰਡੈਂਸ ਮੈਟਰ ਫਿਜ਼ਿਕਸ ਦੇ ਵਿੱਚ, ਜਿੱਥੇ ਸਾਡੇ ਕੋਲ IIT ਰੁੜਕੀ ਤੋਂ ਤੇ ਨਾਲ ਹੀ ਜਿਹੜਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿਹੜੇ ਸਾਡੇ ਅਧਿਆਪਕ ਸਾਹਿਬਾਨ ਨੇ ਟ੍ਰੇਨਿੰਗ ਲੈ ਕੇ ਆਏ ਹੋਏ ਨੇ, ਉਹਨਾਂ ਲਈ ਵੀ ਜਿਹੜੀ ਸਪੈਸ਼ਲਾਈਜ਼ਡ ਜਿਹੜੀ ਲੈਬੋਰਟਰੀਜ਼ ਨੇ, ਤਾਂ ਕਿ ਅਸੀਂ ਆਪਣੇ ਰਿਸਰਚ ਨੂੰ ਵੀ ਅੱਗੇ ਵਧਾ ਸਕੀਏ, ਉਹ ਸਾਨੂੰ ਲੋੜੀਂਦੀਆਂ ਨੇ, ਤੇ ਉਹਦੇ ਲਈ ਅਸੀਂ ਹੁਣ ਅੱਗੇ ਪਲਾਨ ਕਰ ਰਹੇ ਹਾਂ ਕਿ ਕਿਵੇਂ ਅਸੀਂ ਉਹਨਾਂ ਨੂੰ ਜਿਹੜਾ ਹੈ ਉਹ ਲੈਬੋਰਟਰੀਜ਼ ਨੂੰ ਬਣਾ ਸਕੀਏ। ਸਭ ਤੁਸੀਂ ਤੁਹਾਡੇ ਡਿਪਾਰਟਮੈਂਟ ਔਰ ਤੁਹਾਡੀ ਲੈਬ ਬਾਰੇ ਸਾਡੀ ਆਪਣੀ ਬੋਟਨੀ ਲੈਬ ਹੈ ਜੀ। ਸੋ ਇੱਥੇ ਜਿਹੜੇ ਸਾਡੇ ਬੋਟਨੀ ਡਿਪਾਰਟਮੈਂਟ ਦੇ ਜਿਹੜੇ ਸਟੂਡੈਂਟਸ ਹੈ, ਉਹਨਾਂ ਨੂੰ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪਲਾਂਟਸ ਹੈ, ਡਿਫਰੈਂਟ ਕੈਟਾਗਰੀ ਦੇ ਪਲਾਂਟਸ ਹੁੰਦੇ ਹੈ, ਬ੍ਰਾਇਓਫਾਈਟਸ ਹੈ, ਟੈਰਿਡੋਫਾਈਟਸ ਹੈ, ਜਿਮਨੋਸਪਰਮਸ ਹੈ। ਸੋ ਉਹਨਾਂ ਦੇ ਬਾਰੇ ਅਸੀਂ ਪੂਰੀ ਪੜ੍ਹਾਈ ਕਰਾਈ ਜਾਂਦੀ ਹੈ, ਤੇ ਜਿਹੜੇ ਵੀ ਪਲਾਂਟਸ ਦਾ ਇੰਟਰਨਲ ਸਟਰਕਚਰ ਹੈ ਜਾਂ ਕੁਝ ਆਪਾਂ ਨੂੰ ਜਿਹੜੇ ਇੱਧਰ ਨਹੀਂ ਮਿਲਦੇ, ਜਿਹੜੇ ਪਲਾਂਟਸ ਆਪਾਂ ਨੂੰ ਇਸ ਏਰੀਆ 'ਚ ਨਹੀਂ ਮਿਲਦੇ, ਉਹਨਾਂ ਵਾਸਤੇ ਆਪਾਂ ਬੱਚਿਆਂ ਦੇ ਜਨਰਲੀ ਟ੍ਰਿਪਸ ਵਗੈਰਾ ਲੈ ਜਾਂਦੇ ਹੁੰਦੇ ਆ। ਠੰਡੇ ਇਲਾਕਿਆਂ ਦੇ ਜਿਹੜੇ ਪਲਾਂਟਸ ਹੈ, ਉੱਥੋਂ ਆਪਾਂ ਲਿਆ ਕੇ ਬੱਚਿਆਂ ਨੂੰ ਹਰਬੇਰੀਅਮ ਤਿਆਰ ਕਰਵਾਈ ਜਾਂਦੀ ਹੈ, ਤਾਂ ਕਿ ਜਿਹੜੇ ਬੱਚੇ ਹੈ ਇਨ ਫਿਊਚਰ ਅਗਰ ਕੋਈ ਇਸ ਤਰ੍ਹਾਂ ਦਾ ਪਲਾਂਟ ਮਿਲਦਾ ਹੈ, ਉਹਨੂੰ ਆਪਣੇ ਆਪ ਆਇਡੈਂਟੀਫਾਈ ਕਰ ਸਕਣ। ਤੇ ਨਾਲ ਦੀ ਨਾਲ ਅਸੀਂ ਐਡਵਾਂਸ ਟ੍ਰੇਨਿੰਗ ਵੀ ਦਿੰਦੇ ਹਾਂ ਬੋਟਨੀ ਦੇ ਵਿੱਚ, ਜਿਵੇਂ ਕਿ DNA, RNA ਐਂਡ ਪ੍ਰੋਟੀਨ ਆਈਸੋਲੇਸ਼ਨ, ਜਿਹੜਾ ਕਿ ਅੱਜ ਕੱਲ੍ਹ ਦੀ ਡਿਮਾਂਡ ਹੈ ਬੱਚਿਆਂ ਦੀ। ਤੇ ਬੱਚਿਆਂ ਨੂੰ ਅਸੀਂ ਲੈਬ ਵਿੱਚ ਇਹਨਾਂ ਚੀਜ਼ਾਂ ਨੂੰ ਆਈਸੋਲੇਟ ਕਰਨਾ, ਇਹਨਾਂ ਨੂੰ ਕਰੈਕਟਰਾਈਜ਼ ਕਰਨਾ, ਇਹਨਾਂ ਨੂੰ ਅਲੱਗ ਕਰਨਾ ਤੇ ਆਇਡੈਂਟੀਫਾਈ ਕਰਨਾ, ਉਹ ਸਭ ਅਸੀਂ ਇਹਨਾਂ ਨੂੰ ਐਡਵਾਂਸ ਟ੍ਰੇਨਿੰਗ ਵੀ ਨਾਲ ਨਾਲ ਦਿੱਤੀ ਜਾਂਦੀ ਹੈ। ਇਹਦਾ ਫਿਊਚਰ ਕੀ ਹੈ? ਮਤਲਬ ਜੇਕਰ ਬੋਟਨੀ ਦੀ ਸਟੱਡੀ ਬੱਚੇ ਹਾਸਲ ਕਰਦੇ ਆ, ਤਾਂ ਬੱਚਿਆਂ ਦਾ ਫਿਊਚਰ ਕੀ ਹੈ ਇਹਦੇ ਵਿੱਚ? ਕਿੱਦਾਂ ਫਿਊਚਰ ਜਨਰੇਟ ਹੁੰਦਾ ਹੈ? ਇਹ ਜਿੰਨੀ ਵੀ ਐਡਵਾਂਸ ਸਾਇੰਸਿਸ ਹੈ, ਸਾਡੀ ਬਾਇਓਟੈਕ ਹੈ, ਮਾਈਕਰੋਬਾਇਓ ਹੈ, ਜਾਂ ਹੋਰ ਜਿਹੜੀ ਬਾਇਓਕੈਮਿਸਟਰੀ ਹੈ, ਇਹਨਾਂ ਦਾ ਜਿਹੜਾ ਬੇਸ ਹੈ ਉਹ ਬੋਟਨੀ ਹੀ ਹੈ। ਜੇ ਸਟੂਡੈਂਟ ਸਾਡਾ BSc MSc ਬੋਟਨੀ ਕਰਦਾ ਹੈ, ਉਹ ਇਹਨਾਂ ਫੀਲਡ ਵਿੱਚ ਵੀ ਜਾ ਸਕਦਾ ਹੈ ਐਜ਼ ਏ ਟੀਚਰ, ਐਜ਼ ਏ ਰਿਸਰਚਰ। ਦੂਸਰਾ, ਬਹੁਤ ਸਾਰੀ ਫਾਰਮਾਸਿਊਟੀਕਲ ਇੰਡਸਟਰੀਜ਼ ਹੈ, ਜਾਂ ਜਿਹੜੀ ਜਿਵੇਂ ਪਤੰਜਲੀ ਹੋ ਗਿਆ ਜਾਂ ਆਯੁਰਵੈਦਿਕ ਕੰਪਨੀ ਹੈ, ਉਹਨਾਂ 'ਚ ਵੀ ਸਾਡੇ ਸਟੂਡੈਂਟ ਦਾ ਕਾਫੀ ਬ੍ਰਾਈਟ ਫਿਊਚਰ ਰਹਿੰਦਾ ਹੈ। ਨਾਲ ਨਾਲ ਆਪਾਂ ਆਪਣੇ ਸਟੂਡੈਂਟਸ ਨੂੰ ਇੱਥੇ ਕੁਝ ਸਰਟੀਫਾਈਡ ਕੋਰਸਿਸ ਵੀ ਕਰਾਉਂਦੇ ਹੁੰਦੇ ਆ, ਜਿਵੇਂ ਮਸ਼ਰੂਮ ਕਲਟੀਵੇਸ਼ਨ ਹੈ ਜਾਂ ਫਲੋਰੀਕਲਚਰ ਹੈ। ਇਹ ਕਰਕੇ ਬੱਚਾ ਆਪਣੀ ਸਕਿੱਲ ਐਨਹਾਂਸਮੈਂਟ ਜਿਹੜੀ ਡਿਵੈਲਪਮੈਂਟ ਹੈ ਉਹ ਵੀ ਕਰ ਸਕਦਾ ਹੈ, ਤੇ ਜਿਹੜੀ ਸੈਲਫ ਇੰਪਲਾਈਬਿਲਿਟੀ ਹੈ ਉਹ ਵੀ ਜਨਰੇਟ ਹੁੰਦੀ ਹੈ। ਥੈਂਕ ਯੂ ਵੈਰੀ ਮਚ ਸਰ। ਜੀ ਮੈਂ ਆਪਦੇ ਨਾਲ ਗੱਲ ਸਾਂਝੀ ਕਰਾਂ ਕਿ ਬਾਬਾ ਇਕਬਾਲ ਸਿੰਘ ਜੀ ਬੜਾ ਲੰਮਾ ਸਮਾਂ ਜਿਹੜਾ ਹੈ ਉਹ ਵੱਡੇ ਅਫਸਰ ਦੇ ਤੌਰ ਤੇ ਹਿਮਾਚਲ ਦੇ ਵਿੱਚ ਵੀ ਕਾਰਜਰਤ ਰਹੇ ਨੇ, ਤੇ ਉਹਨਾਂ ਦਾ ਜਿਹੜਾ ਹੈ ਉਹ ਬਨਸਪਤੀ ਵਿਗਿਆਨ ਦਾ ਬੜਾ ਹੀ ਵੱਡਾ ਤਜਰਬਾ, ਕਿਉਂਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਜਿਹੜੀ ਵਿੱਦਿਆ ਹਾਸਲ ਕੀਤੀ ਹੈ,
ਤੇ ਉਸ ਤੋਂ ਬਾਅਦ ਜਦੋਂ ਹਿਮਾਚਲ 'ਚ ਪੋਸਟਡ ਰਹੇ ਹੈ ਤਾਂ ਉੱਥੋਂ ਦੇ ਜਿਹੜੇ ਵਸਨੀਕ ਨੇ, ਉੱਥੋਂ ਦੇ ਲੋਕ ਨੇ, ਉਹਨਾਂ ਨੂੰ ਗਾਈਡ ਕਰਦੇ ਰਹੇ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਜਿਹੜਾ ਵਾਤਾਵਰਣ ਹੈ, ਠੰਡਾ ਵਾਤਾਵਰਣ ਹੈ ਜਾਂ ਪਹਾੜਾਂ ਦੇ ਵਿੱਚ ਜਿਸ ਤਰ੍ਹਾਂ ਹੈ, ਤਾਂ ਕਿਸ ਤਰ੍ਹਾਂ ਦੀ ਜਿਹੜੀ ਪਲਾਂਟੇਸ਼ਨ ਕਰ ਸਕਦੇ ਹੋ ਤਾਂ ਕਿ ਤੁਸੀਂ ਸੈਲਫ ਸਫੀਸ਼ੀਐਂਟ ਵੀ ਹੋ ਸਕੋ ਤੇ ਆਪਣੀ ਲੋੜਾਂ ਵੀ ਪੂਰੀਆਂ ਕਰ ਸਕੋ। ਤਾਂ ਉਹਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਦੁਆਰਾ ਬਹੁਤ ਵੱਡਾ ਯੋਗਦਾਨ ਹੈ। ਅੱਜ ਵੀ ਹਿਮਾਚਲ ਦੇ ਲੋਕ ਉਹਨਾਂ ਨੂੰ ਯਾਦ ਕਰਦੇ ਨੇ, ਉਹਨਾਂ ਦੇ ਅਫਸਰ ਦੇ ਤੌਰ ਤੇ ਜਿਹੜਾ ਹੈ ਕਾਰਜ ਕੀਤੇ ਹੋਇਆਂ ਨੂੰ, ਕਿਉਂਕਿ ਪ੍ਰੈਸ ਸਾਹਿਬ ਹੁਣੇ ਹੀ ਬਨਸਪਤੀ ਵਿਗਿਆਨ ਬੋਟਨੀ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਸੀ ਤਾਂ ਮੇਰੇ ਚੇਤੇ ਦੇ ਵਿੱਚ ਉਹਨਾਂ ਦੁਆਰਾ ਕੀਤੇ ਕਾਰਜ ਸਹਿਜੇ ਹੀ ਆ ਗਏ ਕਿ ਜਦੋਂ ਤੱਕ ਉਹ ਰਿਟਾਇਰ ਨਹੀਂ ਹੋਏ ਸੀ ਤਾਂ ਉਹ ਬਾਬਾ ਤੇਜਾ ਸਿੰਘ ਜੀ ਦਾ ਹੁਕਮ ਮੰਨ ਕੇ ਉਹ ਲੰਮਾ ਸਮਾਂ ਜਿਹੜਾ ਹੈ ਉਹ ਨਾਮਬਾਣੀ ਦੇ ਵਿੱਚ ਵੀ ਰੱਤੇ ਰਹਿੰਦੇ ਸੀ ਤੇ ਨਾਲ ਆਪਣਾ ਜਿਹੜਾ ਹੈ ਉਹ ਬੜੀ ਲਗਨ ਦੇ ਨਾਲ, ਬੜੀ ਮਿਹਨਤ ਦੇ ਨਾਲ ਉਸ ਇਲਾਕੇ ਦੇ ਲੋਕਾਂ ਨੂੰ, ਉਸ ਇਲਾਕੇ ਦੀ ਲੋਕਾਂ ਦੀ ਭਲਾਈ ਲਈ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਜਿਹੜੇ ਬਨਸਪਤੀ ਵਿਗਿਆਨ ਦੀਆਂ ਖੋਜਾਂ ਨੇ ਆਪਣੀਆਂ, ਜਿਹੜੀ ਉਹਨਾਂ ਦੀ ਵਿੱਦਿਆ ਹਾਸਲ ਕੀਤੀ ਸੀ, ਉਹਦੇ ਰਾਹੀਂ ਜਿਹੜਾ ਹੈ ਉਹ ਉਹਨਾਂ ਦੀ ਜਿਹੜਾ ਹੈ ਉਹ ਅਗਵਾਈ ਦਿੰਦੇ ਰਹੇ, ਉਹਨਾਂ ਨੂੰ ਜਿਹੜਾ ਹੈ ਗਾਈਡੈਂਸ ਦਿੰਦੇ ਰਹੇ ਕਿ ਇਸ ਤਰ੍ਹਾਂ ਦੀ ਜਿਹੜੀ ਤੁਸੀਂ ਜਿਹੜੀ ਫਸਲ ਬੀਜੋ ਤੇ ਜਿਹਦੇ ਨਾਲ ਤੁਹਾਨੂੰ ਆਰਥਿਕ ਤੌਰ ਤੇ ਵੀ ਫਾਇਦਾ ਹੋਏਗਾ ਤੇ ਨਾਲ ਜਿਹੜਾ ਹੈ ਤੁਸੀਂ ਆਪਣੀ ਲੋੜਾਂ ਵੀ ਪੂਰੀਆਂ ਕਰ ਸਕੋਗੇ। ਥੈਂਕ ਯੂ ਸਰ। ਇਹ ਵੀਰ ਜੀ ਜਿੱਦਾਂ ਨਾਲ ਦੀ ਲੈਬ ਸੀਗੀ ਤਾਂ ਜਿਹੜੇ ਸਾਡੇ UG ਦੇ ਵਿਦਿਆਰਥੀ ਨੇ, BSc ਜਿਹੜਾ ਹੈ ਬੋਟਨੀ ਦੇ ਵਿਦਿਆਰਥੀ ਨੇ, ਤੇ ਕਾਫੀ ਜਿਹੜਾ ਹੈ ਉਹ ਐਕਸਪੈਰੀਮੈਂਟ ਇੱਦਾਂ ਦੇ ਵੀ ਨੇ ਜਿਨ੍ਹਾਂ 'ਚ ਥੋੜ੍ਹੀ ਜਿਹੀ ਹੋਰ ਸਪੈਸ਼ਲਾਈਜੇਸ਼ਨ ਦੀ ਲੋੜ ਹੁੰਦੀ ਹੈ। ਤਾਂ ਇੱਦਾਂ ਦੀ ਜਿਹੜੇ ਇਕੁਇਪਮੈਂਟਸ ਨੇ, ਇੱਦਾਂ ਦੇ ਜਿਹੜੇ ਇੰਸਟਰੂਮੈਂਟਸ ਨੇ ਜਿਹਦੇ ਬਾਰੇ ਸਾਡੇ ਪ੍ਰੈਸ ਸਾਹਿਬ ਆਪ ਜੀ ਨਾਲ ਹੋਰ ਜਾਣਕਾਰੀ ਸਾਂਝੀ ਹਾਸਲ ਕਰ ਸਕਦੇ ਤੇ ਇੱਦਾਂ ਦੇ ਇਕੁਇਪਮੈਂਟਸ ਵੀ ਨਾਲ ਜਿਹੜਾ ਹੈ ਉਹ ਹਰ ਇੱਕ ਲੈਬੋਰਟਰੀ ਦੇ ਵਿੱਚ, ਜਿਵੇਂ ਕਿ ਦੱਸਿਆ ਗਿਆ ਪਿਛਲੀ ਫਿਜ਼ਿਕਸ ਲੈਬ ਦੇ ਵਿੱਚ ਕਿ ਵਿਦਿਆਰਥੀਆਂ ਦੀ ਲੋੜ ਤੇ ਉਹਨਾਂ ਦੀ ਜਿਹੜੀ ਡਿਗਰੀ ਦੇ ਅਨੁਸਾਰ ਜਿਹੜਾ ਹੋਰ ਇਕੁਇਪਮੈਂਟਸ ਦੀ ਲੋੜ ਹੈ ਤਾਂ ਫਿਰ ਉਹਨਾਂ ਦਾ ਪ੍ਰਬੰਧ ਇੱਥੇ ਕੀਤਾ ਗਿਆ। ਪ੍ਰੈਸ ਸਾਹਿਬ ਆਪ ਜੀ ਨਾਲ ਉਹ ਸਾਂਝੀ ਕਰਨਗੇ ਜਾਣਕਾਰੀ। ਜਿਵੇਂ ਟਿਸ਼ੂ ਕਲਚਰ ਦਾ ਆਪਣਾ ਅੱਜ ਕੱਲ੍ਹ ਬਹੁਤ ਡਿਮਾਂਡ ਹੈ ਤੇ ਆਪਾਂ ਪਲਾਂਟਸ ਨੂੰ ਨੇਚਰਲ ਕੰਡੀਸ਼ਨ ਤੋਂ ਹਟ ਕੇ ਆਪਾਂ ਲੈਬਸ ਵਿੱਚ ਕਿਸ ਤਰ੍ਹਾਂ ਗਰੋ ਕਰ ਸਕਦੇ ਹਾਂ, ਉਹਦੇ ਵਾਸਤੇ ਟਿਸ਼ੂ ਕਲਚਰ ਇੱਕ ਬਹੁਤ ਹੀ ਵਧੀਆ ਬੱਚਿਆਂ ਵਾਸਤੇ ਫਿਊਚਰ ਪ੍ਰੋਸਪੈਕਟਸ ਹੋ ਸਕਦਾ ਹੈ। ਤੇ ਟਿਸ਼ੂ ਕਲਚਰ ਦੀ ਵੀ ਟ੍ਰੇਨਿੰਗ ਆਪਾਂ ਆਪਣੇ ਬੋਟਨੀ ਦੇ ਸਟੂਡੈਂਟਸ ਨੂੰ ਦਿੰਦੇ ਹੁੰਦੇ ਹਾਂ। ਸੋ ਉਹਦੇ ਵਾਸਤੇ ਕਿ ਸਾਡਾ ਇੰਸਟਰੂਮੈਂਟ, ਇਹ ਬੜੀ ਰਿਕੁਆਇਰਮੈਂਟ ਹੈ ਇਸ ਇੰਸਟਰੂਮੈਂਟ ਦੀ, ਲੈਮੀਨਰ 에ਅਰ ਫਲੋ ਦੀ। ਜਿੰਨਾ ਵੀ ਸਾਡਾ ਕਲਚਰ ਐਕਸਪੈਰੀਮੈਂਟ ਹੈ ਜਾਂ ਆਪਾਂ ਬਾਹਰਲੇ ਇੱਕ ਸਿੰਪਲ ਲੀਫ ਤੋਂ ਆਪਾਂ ਪੂਰੇ ਪਲਾਂਟਸ ਬਣਾਉਣੇ ਹੁੰਦੇ ਹੈ। ਸੋ ਉਹ ਇੱਕ ਲੀਫ ਤੋਂ ਆਪਾਂ ਹਜ਼ਾਰਾਂ ਪਲਾਂਟ ਜਿਹੜੇ ਪ੍ਰੋਡਿਊਸ ਕਰਨੇ ਹੈ, ਉਹਦੇ ਵਾਸਤੇ ਸਾਨੂੰ ਇਹ ਇੰਸਟਰੂਮੈਂਟ ਦੀ ਲੋੜ ਹੁੰਦੀ ਹੈ। ਸੋ ਇਹਦੇ ਅੰਦਰ ਸਾਰੇ ਐਕਸਪੈਰੀਮੈਂਟ ਹੁੰਦੇ ਹੈ ਤੇ ਉਸ ਤੋਂ ਬਾਅਦ ਜਿਹੜੇ ਪਲਾਂਟਸ ਇੱਥੇ ਡਿਵੈਲਪ ਹੁੰਦੇ ਹੈ, ਕਿਉਂਕਿ ਇਹਦੇ ਅੰਦਰ ਜਦੋਂ ਆਪਾਂ ਆਫਟਰ 1 ਮੰਥ 2 ਮੰਥ ਤੇ ਜਿਹੜੇ ਪਲਾਂਟਸ ਡਿਵੈਲਪ ਹੁੰਦੇ ਆ ਉਹਨਾਂ ਨੂੰ ਆਪਾਂ ਫਿਰ ਫੀਲਡ ਵਿੱਚ ਨੇਚਰ ਦੇ ਨਾਲ ਕੋਲੈਬੋਰੇਟ ਕਰਕੇ ਉੱਥੇ ਹੀ ਗਰੋ ਕਰਨੇ ਹੁੰਦੇ ਆ। ਕਿਉਂਕਿ ਅੱਜ ਕੱਲ੍ਹ ਦੀ ਡਿਮਾਂਡ ਹੈ, ਕਿਉਂਕਿ ਤੁਸੀਂ ਕਈ ਪਲਾਂਟਸ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਸੇਵ ਨੇਚਰ ਵਿੱਚ ਨਹੀਂ ਕਰ ਸਕਦੇ, ਲੈਬ ਕੰਡੀਸ਼ਨ 'ਚ ਸਾਨੂੰ ਕਰਨਾ ਹੁੰਦਾ ਹੈ। ਸੋ ਉਹਦੇ ਵਾਸਤੇ ਆਪਾਂ ਬੱਚਿਆਂ ਨੂੰ ਇਹ ਟ੍ਰੇਨਿੰਗ ਵੀ ਇੱਥੇ ਪ੍ਰੋਵਾਈਡ ਕਰਦੇ ਹੁੰਦੇ ਹਾਂ। ਕਿੱਦਾਂ ਲੱਗਿਆ ਜੀ ਇੱਥੋਂ ਦੇ ਸਾਇੰਸ ਦੇ ਜਿਹੜੇ ਐਕਸਪੈਰੀਮੈਂਟ ਨੇ ਦੇਖ ਕੇ? ਬਹੁਤ ਵਧੀਆ ਲੱਗਾ। ਅੱਜ ਕੱਲ੍ਹ ਦੇ ਜ਼ਮਾਨੇ 'ਚ ਇਹ ਲੋੜ ਸੀ ਇਹੀ ਲੋੜ। ਹਾਂ, ਇਹ ਲੋੜ। ਅਸੀਂ ਵੀ ਪੂਰਾ ਸੈਟੀਸਫਾਈਡ ਹਾਂ। ਜੋ ਇਨਫਰਾਸਟ੍ਰਕਚਰ ਹੈ, ਜੋ ਵੀ ਯੂਨੀਵਰਸਿਟੀ ਦੀ ਤਰਫੋਂ ਸਾਨੂੰ ਹੈਲਪ ਚਾਹੀਦੀ ਹੁੰਦੀ ਹੈ, ਉਹ ਸਾਨੂੰ ਟਾਈਮਲੀ ਮਿਲਦੀ ਹੁੰਦੀ ਹੈ ਤੇ ਜਿੰਨੇ ਵੀ ਸਾਡੇ ਏਮ ਹੈ ਉਹ ਅਸੀਂ ਪੂਰੇ ਕਰ ਪਾ ਰਹੇ ਹਾਂ ਇੱਥੇ ਰਹਿ ਕੇ। ਤੇ ਅੱਗੇ ਅਸੀਂ ਆਪਣੇ ਬਾਹਰ ਵੀ ਜਾਂਦੇ ਹਾਂ ਆਊਟਰੀਚ ਵਾਸਤੇ, ਸਕੂਲਾਂ 'ਚ ਵੀ ਜਾਂਦੇ ਹਾਂ। ਸਰ ਸਾਡੇ ਨਾਲ ਆਪਾਂ ਜਾਂਦੇ ਹਾਂ, ਪੇਰੈਂਟਸ ਨੂੰ ਵੀ ਅਸੀਂ ਬਾਹਰ ਜਾ ਕੇ ਮਿਲਣੇ ਹੁੰਦੇ ਹਾਂ ਤੇ ਪੇਰੈਂਟਸ ਦੀ ਵੀ ਫੀਡਬੈਕ ਲਈਦੀ ਹੈ। ਸੋ ਪੇਰੈਂਟਸ ਵੀ ਇਸ ਏਰੀਆ ਦੇ ਬਹੁਤ ਸੈਟੀਸਫਾਈ ਹੈ ਕਿ ਜਿਹੜੀ ਇਹ ਯੂਨੀਵਰਸਿਟੀ ਨਸ਼ਿਆਂ ਤੋਂ ਬਚਾਉਣ ਵਾਸਤੇ ਬਾਬਾ ਜੀ ਨੇ ਖੋਲ੍ਹੀ ਹੈ ਤੇ ਜਿਹੜੀ ਐਥੀਕਲ ਵੈਲਿਊ ਜਿਹੜੇ ਬੱਚੇ 'ਚੋਂ ਗਾਇਬ ਹੋ ਗਈ ਅੱਜ ਦੇ ਟਾਈਮ ਵਿੱਚ, ਤੇ ਉਹ ਬਹੁਤ ਸ਼ੁਕਰਗੁਜ਼ਾਰ ਹੈ ਲੋਕ ਕਿ ਇਸ ਏਰੀਆ 'ਚ ਯੂਨੀਵਰਸਿਟੀ ਖੁੱਲ੍ਹੀ ਹੈ। ਇਹ ਵੀਰ ਜੀ ਇੱਕ ਹੋਰ ਜਿਹੜੀ ਉਹਨਾਂ ਨੇ ਗੱਲ ਕਹੀ ਕਿ ਇਹਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਇਕੱਲੇ ਸਿੱਖ ਸਮਾਜ ਤੋਂ ਹੀ ਨਹੀਂ, ਦੂਸਰੇ ਸਮਾਜ ਤੋਂ ਵੀ, ਜੈਨ ਸਮਾਜ ਤੋਂ, ਅਗਰਵਾਲ ਸਮਾਜ ਤੋਂ ਜਿਹੜਾ ਹੈ ਵਿਦਿਆਰਥੀ ਇੱਥੇ ਬੜੇ ਵੱਡੀ ਗਿਣਤੀ 'ਚ ਆ ਕੇ ਪੜ੍ਹਾਈ ਹਾਸਲ ਕਰਦੇ ਨੇ। ਜਿਵੇਂ ਇੱਥੇ ਕਾਲਾਂ ਵਾਲੀ ਜਗ੍ਹਾ ਹੈ, ਇੱਥੋਂ ਜੈਨੀ ਪਰਿਵਾਰਾਂ ਦੇ ਬਹੁਤ ਸਾਰੇ ਬੱਚੇ ਇੱਥੇ ਆ ਕੇ, ਕਿਉਂਕਿ ਉਹਨਾਂ ਪਰਿਵਾਰਾਂ ਨੂੰ ਭਰੋਸਾ ਹੈ ਕਿ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਇੱਥੇ ਇੱਕ ਸੁਰੱਖਿਅਤ ਮਾਹੌਲ ਮਿਲੇਗਾ ਔਰ ਇੱਕ ਅੱਛੀ ਮਿਆਰੀ ਐਜੂਕੇਸ਼ਨ ਮਿਲੇਗੀ। ਸੋ ਇਹ ਆਪਣੇ ਆਪ 'ਚ ਹੀ ਬੜਾ ਕਮਾਲ ਦੀ ਜਿਹੜਾ ਹੈ ਉਹ ਵਿਸ਼ਾ ਹੈ ਕਿ ਇਕੱਲਾ ਜਿਵੇਂ ਅਕਸਰ ਤੌਰ ਤੇ ਦੇਖ ਲੈਂਦੇ ਹਾਂ ਕਿ ਬਾਬਾ ਜੀ ਨੇ ਸਥਾਪਿਤ ਕੀਤਾ ਅਕਾਲ ਯੂਨੀਵਰਸਿਟੀ ਹੈ, ਕਿਸੇ ਇੱਕ ਧਰਮ ਫਿਰਕੇ ਜਾਂ ਸਭ ਦਾ ਸਰਬ ਸਾਂਝਾ ਹੈ। ਇਹਦੇ 'ਚ ਕਿਸੇ ਵੀ ਵਰਗ ਤੋਂ, ਕਿਸੇ ਵੀ ਸਮਾਜ ਤੋਂ ਵਿਦਿਆਰਥੀ ਆ ਕੇ ਵਿਦਿਆ ਹਾਸਲ ਕਰ ਸਕਦੇ। ਇਹ ਉਪਰਾਲਾ ਕਿਵੇਂ ਲੱਗਿਆ ਜਾਂ ਇਹ ਲੋਕਾਂ ਦਾ ਥਾਟ ਕਿਵੇਂ ਲੱਗਿਆ? ਹਾਲਾਂਕਿ ਮੈਂ ਮੋਟੇ ਰੂਪ 'ਚ ਕਹਾਂ ਤਾਂ ਸਭ ਨੂੰ ਇਹ ਲੱਗਦਾ ਹੁੰਦਾ ਕਿ ਜੇ ਅਕਾਲ ਯੂਨੀਵਰਸਿਟੀ ਹੈ ਜਾਂ ਕਲਗੀਧਰ ਟਰਸਟ ਦਾ ਹੈ ਤਾਂ ਵੀ ਹੋ ਸਕਦਾ ਸਿਰਫ ਸਿੱਖ ਪਰਿਵਾਰਾਂ ਦੇ ਬੱਚੇ ਉੱਥੇ ਪੜ੍ਹ ਸਕਣ, ਪਰ ਜਿੱਦਾਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਮੁਸਲਿਮ ਬੱਚੇ ਵੀ ਨੇ, ਹਿੰਦੂ ਵੀ ਨੇ, ਬੁੱਧ ਵੀ ਨੇ, ਜੈਨੀ ਵੀ ਨੇ। ਜਿਹੜਾ ਸਾਨੂੰ ਗੁਰਬਾਣੀ ਕਹਿੰਦੀ ਹੈ ਕਿ ਸਭੇ ਸਾਂਝੀਵਾਲ ਸਦਾਇਨ, ਇਹ ਉਪਰਾਲਾ ਕਿਵੇਂ ਲੱਗਿਆ ਔਰ ਲੋਕਾਂ ਦੇ ਮਨ 'ਚ ਇਹ ਸੋਚ ਜਾਣੀ ਕਿ ਸਾਰੇ ਸਾਂਝੀਵਾਲਤਾ ਨਾਲ ਇੱਥੇ ਪੜ੍ਹ ਸਕਦੇ ਆ, ਇਕੱਠੇ ਰਹਿ ਸਕਦੇ ਆ? ਇਹ ਬਹੁਤ ਵਧੀਆ ਚੀਜ਼ ਹੈ। ਇੱਕ ਤੇ ਪਿਆਰ ਵੱਧਦਾ ਹੈ ਤੇ ਪਤਾ ਲੱਗਦਾ ਵੀ ਇੱਕ ਸਿੱਖ ਧਰਮ ਐਸਾ ਹੈ ਕਿ ਜਿਹੜਾ ਸਾਰਿਆਂ ਨੂੰ ਆਪਣੇ
ਗਾਇਸ਼ਾਲਾ ਧਰਮ ਹੀ ਇਹ ਸਿਖਾਉਂਦਾ ਹੈ। ਸਾਡਾ ਧਰਮ ਹੀ ਇਹੀ ਸਿਖਾਉਂਦਾ ਵੀ ਸਾਰੇ ਇੱਕ ਨੇ, ਇੱਕ ਨੇ, ਇੱਕੋ ਹੀ ਜਗ੍ਹਾ ਤੋਂ ਆਏ। ਇੱਕ ਦੇ ਪੁੱਤਰ ਆਏ ਹਾਂ, ਤੇ ਇੱਕ ਹੈਗੇ। ਪ੍ਰਭਜੋਤ, ਤੁਹਾਡਾ ਤਜਰਬਾ ਕੀ ਹੈ? ਕਿਉਂਕਿ ਤੁਸੀਂ ਇੱਕ ਤਾਂ ਜਿਹੜਾ ਸਾਡਾ ਸੈਂਟਰ ਹੱਬ ਹੈ ਬੜੂ ਸਾਹਿਬ, ਤੁਸੀਂ ਉੱਥੇ ਰਹਿ ਕੇ ਆਏ ਹੋ, ਠੀਕ ਹੈ। ਬਾਬਾ ਜੀ ਦਾ ਲਗਾਤਾਰਤਾ ਉੱਥੇ ਬਣੀ ਹੋਈ ਸੀ। ਉਸ ਤੋਂ ਬਾਅਦ ਤੁਸੀਂ ਹੁਣ ਅਕਾਲ ਯੂਨੀਵਰਸਿਟੀ ਆ ਗਏ ਹੋ। ਇਹ ਬਾਬਾ ਜੀ ਦਾ ਸੁਪਨਾ ਸੀ ਬਹੁਤ ਵੱਡਾ। ਤੁਹਾਡਾ ਬੀਇੰਗ ਅ ਸਟੂਡੈਂਟ ਕਿਵੇਂ ਇੱਕ ਐਕਸਪੀਰੀਅੰਸ ਰਿਹਾ ਇਸ ਕਲਗੀਧਰ ਟਰਸਟ ਨਾਲ ਜੁੜਨ ਤੋਂ ਲੈ ਕੇ ਹੁਣ ਤੱਕ? I have a wonderful experience here. So, Babaji oversaw my schooling for 14 years in Badu Sahib as well. When I was young, I was a kid. I started studying in Badu Sahib since nursery. I spent 14 years there. Then I graduated from Delhi. That also was guided by Babaji. I studied at Indian School of Business and Finance, which is a private institute affiliated with the University of London. So I completed my graduation from there, and now Babaji directed me to complete my MA Economics from Akal University. So under his direction I joined here. It is a wonderful experience over here. It is equipped with all modern educational facilities, and the teachers are wonderful, the staff is wonderful, the students are wonderful. Moreover, Babaji established this university to complete Dasਵੇਂ ਪਾਤਸ਼ਾਹ Guru Gobind Singh Ji's fourth bachan over here, Talwandi Sabo. So Baba Ji directed me that you are going to Guru Sahib's place, ਨਾਮ ਬਾਣੀ ਨਾਲ ਜੁੜਿਆ ਰਹੀ। ਮਤਲਬ ਕਿ ਉਹ ਸਭ ਬਹੁਤ ਵਧੀਆ ਜਿੱਥੇ। ਬਾਬਾ ਜੀ ਨਾਲ ਕਿਵੇਂ, ਤੁਸੀਂ ਬਾਬਾ ਜੀ ਨੂੰ ਕਿੰਨੀ ਕੁ ਵਾਰੀ ਮਿਲਦੇ ਸੀ ਜਾਂ ਬਾਬਾ ਜੀ ਨਾਲ ਕੀ ਬਚਨ ਹੋਇਆ ਸੀ? ਬਾਬਾ ਜੀ ਨੇ ਮੈਨੂੰ ਆਪਣੇ ਬੱਚਿਆਂ ਵਾਂਗ ਹੀ ਪਾਲਿਆ ਸੀ ਜੀ। ਮਤਲਬ ਕਿ ਮੈਂ ਜਿਹੜੇ ਮੰਮੀ ਪਾਪਾ ਨੇ ਵੀਰ ਜੀ, ਉਹਨਾਂ ਨੇ ਆਪਣੀ ਪੂਰੀ ਲਾਈਫ ਕੁਆਰੇ ਹੁੰਦਿਆਂ ਤੋਂ ਬਾਬਾ ਜੀ ਦੇ ਨਾਲ ਜੋ ਦਿੱਲੀ ਦੇ ਵਿੱਚ ਜਦੋਂ ਬਿਲਕੁਲ ਸਟਾਰਟ ਹੋਇਆ ਸੀ ਬਰੂ ਸਾਹਿਬ, ਉਦੋਂ ਤੋਂ ਬਹਾਦਰ ਅੰਕਲ ਹੁੰਦੇ ਸੀਗੇ ਦਿੱਲੀ। ਹਾਂ, ਯੈਸ, ਜਿਹੜੇ ਇਹਨਾਂ ਦੇ ਮੰਮਾ ਨੇ, ਅਸੀਂ ਜਿਵੇਂ ਮਤਲਬ ਛੋਟੀਆਂ, ਜਿਵੇਂ 18 ਸਾਲ ਦੀ ਉਮਰ ਤੋਂ ਹੀ, ਮਤਲਬ ਮੈਂ ਤਾਂ ਖੈਰ ਬਰੂ ਸਾਹਿਬ 5 ਸਾਲ ਦੀ ਉਮਰ ਵਿੱਚ ਹੀ ਚਲੀ ਗਈ, ਬਟ ਫਿਰ ਦਿੱਲੀ ਵਿੱਚ ਹੀ ਮੈਂ ਰਹਿੰਦੀ ਸੀਗੀ। ਅਤੇ ਇਹਨਾਂ ਦੇ ਮੰਮਾ ਨੇ ਉਹ ਰਜੌਰੀ ਗਾਰਡਨ ਹੁੰਦੇ ਸੀਗੇ, ਅਤੇ ਉਹ ਬਾਬਾ ਜੀ ਦੇ ਦਰਸ਼ਨ ਕਰਨ ਆਏ ਅਤੇ ਸੇਵਾ 'ਚ ਲੱਗ ਗਏ। ਫਿਰ ਉਹਨਾਂ ਨੇ ਬਰੂ ਸਾਹਿਬ ਆ ਕੇ ਟੀਚਿੰਗ ਸ਼ੁਰੂ ਕਰਤੀ। ਫਿਰ ਇਹਨਾਂ ਦੇ ਜਿਹੜੇ ਵਾਪਸ ਇਹਨਾਂ ਦੇ ਦਾਦਾ ਜੀ ਨੇ ਬਹਾਦਰ ਅੰਕਲ, ਉਹ ਵੈਰੀ ਫਸਟ ਸੇਵਾਦਾਰ ਜਿਹੜੇ ਕਿ ਬਰੂ ਸਾਹਿਬ ਦੇ ਸਭ ਤੋਂ ਪਹਿਲੇ ਜਿਹੜੇ ਸੇਵਾਦਾਰ ਸੀ, ਜਿਹੜੇ ਬਾਬਾ ਜੀ ਨਾਲ ਜਾ ਕੇ ਦਿੱਲੀ ਦੇ ਵਿੱਚ ਉਗਰਾਈਆਂ ਕਰਦੇ ਸੀਗੇ। ਬਾਬਾ ਜੀ ਨਾਲ ਪੂਰੇ ਕੰਧੇ ਨਾਲ ਕੰਧਾ ਮਿਲਾ ਕੇ, ਜਿਵੇਂ ਸਾਡੇ ਦੁੱਗਲ ਫੈਮਿਲੀ ਸੀ, ਬੇਦੀ ਫੈਮਿਲੀ ਸੀ, ਉਵੇਂ ਹੀ ਬਹਾਦਰ ਅੰਕਲ ਹੋਰਾਂ ਦੀ ਫੈਮਿਲੀ। ਫਿਰ ਉਹਨਾਂ ਦੇ ਬੇਟੇ ਯਾਨੀ ਇਹਨਾਂ ਦੇ ਪਾਪਾ ਸੋਨੂ ਵੀਰ ਜੀ, ਉਹ 16-17 ਸਾਲ ਦੇ ਯੰਗ ਉਮਰ, ਉਹਨਾਂ ਨੇ ਬਾਬਾ ਜੀ ਦੀ ਵੈਨ ਚਲਾ ਕੇ ਸਾਰੀ ਬੀਬੀਆਂ ਨੂੰ ਬਿਠਾ ਕੇ ਜਾ ਕੇ ਗੁਰਾਈਆਂ ਕਰਨੀਆਂ, ਪ੍ਰੋਗਰਾਮ। ਸੋ ਇਹਨਾਂ ਦੇ ਜਿਹੜੇ ਪੈਰੈਂਟਸ ਨੇ ਮਤਲਬ ਕਿ ਯੰਗਸਟ ਜਦੋਂ 14-15 ਸਾਲ ਤੋਂ ਹੀ ਲੱਗੇ ਰਹੇ, ਦਾਦਾ ਜੀ ਇਹਨਾਂ ਦੇ। ਸੋ ਇਹ ਬਹੁਤ ਪੁਰਾਣਾ ਪਰਿਵਾਰ, ਲਾਈਕ ਲਾ ਲਓ 35-40 ਸਾਲ ਆਈ ਥਿੰਕ ਸੋ ਨਾ, ਦਾਦਾ ਜੀ ਵਰੀ ਸਾਰੇ ਇਹਨਾਂ ਦੇ ਚਾਚਾ ਜੀ ਮਤਲਬ ਇਹ ਜੁੜੇ ਹੋਏ ਨੇ। ਸੋ ਇਹਨਾਂ ਪਰਿਵਾਰ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਕਿ ਅੱਜ ਕਲਗੀਧਰ ਟਰੱਸਟ ਦੇ ਜਿੰਨੇ ਵੀ ਉਪਰਾਲੇ ਜਿੱਥੇ ਤੱਕ ਪਹੁੰਚਿਆ ਹੈ, ਉਹਦੇ ਵਿੱਚ ਇਹ ਜੜ ਵਾਲੇ ਸੇਵਾਦਾਰ ਨੇ ਬੇਸਿਕਲੀ, ਮੈਂ ਕਹਾਂਗੀ। ਹਾਂ, ਇਹ ਜੜ ਵਾਲੇ ਬਾਬਾ ਜੀ ਦੇ ਸੇਵਾਦਾਰ ਨੇ, ਇਹ ਉਹਨਾਂ ਦੀ ਪਰਵਰਿਸ਼ ਹੈ। ਬਾਬਾ ਜੀ ਨਾਲ ਤੁਸੀਂ ਕਿਹਾ ਕਿ ਮੈਨੂੰ ਬੱਚਿਆਂ ਵਾਂਗੂ ਪਾਲਿਆ, ਕੋਈ ਯਾਦ ਸਾਂਝੀ ਕਰੋ ਤਾਂ ਕਿ ਅਸੀਂ ਮਹਾਂਪੁਰਖਾਂ ਦੀਆਂ ਯਾਦਾਂ ਤੁਹਾਡੇ ਨਵੀਂ ਜਨਰੇਸ਼ਨ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਰੱਖ ਸਕੀਏ। ਹਾਂ, ਮੈਨੂੰ ਇੱਕ ਤਾਂ ਬਾਬਾ ਜੀ ਨੇ ਪ੍ਰੇਮ ਬਹੁਤ ਕੀਤਾ। ਮੈਂ ਜਦ ਵੀ ਬਾਬਾ ਜੀ ਕੋਲ ਜਾਂਦਾ ਸੀ, ਬਾਬਾ ਜੀ ਬਹੁਤ ਥਾਪੀਆਂ ਦਿੰਦੇ ਸੀ ਆਪਣੇ ਸੀਨੇ ਨਾਲ ਲਾ ਕੇ। ਬਾਬਾ ਜੀ ਹਮੇਸ਼ਾ ਬਹੁਤ ਪ੍ਰੇਮ ਕਰਦੇ ਸੀ। ਇਹੀ ਕਹਿੰਦੇ ਤੂੰ ਆਪਣਾ ਬੱਚਾ ਹੈ, ਮਤਲਬ ਤੂੰ ਬੱਚਾ ਹੈ, ਤੂੰ ਸੇਵਾ ਕਰਨੀ ਹੈ, ਤੂੰ ਗੁਰੂ ਸਾਹਿਬ ਦੀ ਸੇਵਾ ਕਰਨੀ ਹੈ, ਨਾ ਰੋਲ ਮਾਡਲ ਬਣਨਾ ਹੈ, ਨਾ ਰੋਸ਼ਨ ਕਰਨਾ ਹੈ। ਬਾਬਾ ਜੀ ਨੇ ਹਮੇਸ਼ਾ ਬਹੁਤ ਪ੍ਰੇਮ ਕੀਤਾ। ਬਾਬਾ ਜੀ ਨੇ ਕਿਸੇ ਪਾਸੋਂ ਕੋਈ ਕਮੀ ਨਹੀਂ ਆਉਣ ਦਿੱਤੀ, ਭਾਵੇਂ ਐਜੂਕੇਸ਼ਨ ਹੈ, ਭਾਵੇਂ ਕੋਈ ਚੀਜ਼ ਹੈ। ਬਾਬਾ ਜੀ ਨੇ ਸਭ ਕੁਝ ਮੇਰਾ ਆਪ ਹੀ ਕੀਤਾ ਜੀ, ਨਰਸਰੀ ਤੋਂ ਲੈ ਕੇ 12ਵੀਂ ਤੱਕ। ਪਹਿਲਾਂ ਬਾਬਾ ਜੀ ਨੇ ਮੈਨੂੰ ਆਪ ਪੜ੍ਹਾਇਆ, ਫਿਰ ਦਿੱਲੀ ਵੀ ਬਾਬਾ ਜੀ ਨੇ ਮੈਨੂੰ ਆਪ ਹੀ ਪੜ੍ਹਾਇਆ ਸੀ। ਉੱਥੇ ਫੀਸ ਵੀ ਜ਼ਿਆਦਾ ਸੀ, ਪਰ ਬਾਬਾ ਜੀ ਨੇ ਆਪ ਹੀ ਆਪਣੇ ਅਕਾਊਂਟ 'ਚੋਂ ਮੈਨੂੰ ਸਭ ਕੁਝ ਕਰਕੇ ਬਾਬਾ ਜੀ ਨੇ ਮੈਨੂੰ ਪੜ੍ਹਾਇਆ ਸ਼ੁਰੂ ਤੋਂ। ਮੈਂ ਦੇਖਿਆ ਬਚਪਨ ਮੈਂ ਇੱਕ ਚੀਜ਼ ਸ਼ੇਅਰ ਕਰਨਾ ਚਾਹਾਂਗੀ। ਇਹ ਜਦੋਂ ਰਿੜਦਾ ਸੀਗਾ ਨਾ, ਅਤੇ ਬਾਬਾ ਜੀ ਦਿੱਲੀ ਆਏ ਹੁੰਦੇ ਸੀ। ਇਹ 2 ਭਰਾ ਹੈਗੇ ਨੇ, ਅਤੇ ਇਹਦੀ ਮੰਮਾ ਨਿਰਮਲ ਭੈਣ ਜੀ ਬਾਬਾ ਜੀ ਦੇ ਕੋਲ ਕਮਰੇ 'ਚ ਬੱਚਿਆਂ ਨੂੰ ਛੱਡ ਦੇਣਾ, ਅਤੇ ਆਪ ਕਿਚਨ 'ਚ ਜਾ ਕੇ ਸੇਵਾ ਕਰ ਰਹੇ, ਲੰਗਰ 'ਚ ਸੇਵਾ ਕਰ ਰਹੇ ਨੇ। ਅਤੇ ਇਹ ਮਤਲਬ ਰਿੜਦੇ ਬਾਬਾ ਜੀ ਦੇ ਅੱਗੇ ਪਲਿਆ ਹੈਗਾ ਬੇਸਿਕਲੀ। ਸੋ ਭਾਗਾਂ ਵਾਲਾ। ਹਾਂਜੀ, ਮੈਂ ਮੈਂ ਕੋਈ ਲਾਈਕ ਫਿਊਚਰ ਤੇ ਨਹੀਂ ਮੈਂ ਪ੍ਰੈਡਿਕਟ ਕਰਦੀ, ਪਰ ਮੇਰੀ ਰੂਹ ਕਹਿੰਦੀ ਹੈ ਇਹ ਵਾਲਾ ਜਿਹੜਾ ਬੱਚਾ ਹੈ ਨਾ, ਇਹ ਅਕਾਲ ਯੂਨੀਵਰਸਿਟੀ ਦਾ ਫਿਊਚਰ ਦਾ ਵਾਈਸ ਚਾਂਸਲਰ ਹੋਏਗਾ ਇੱਥੇ। ਸਤਿ ਸ਼੍ਰੀ ਅਕਾਲ।
ਸਾਡੇ ਜਿਹੜੇ ਹੈ ਅਕੈਡਮਿਕ ਪ੍ਰੋਗਰਾਮਸ ਚੱਲ ਰਹੇ ਆ, ਬਹੁਤ ਸਾਰੇ ਆਫਿਸਿਸ ਨੇ, ਲੈਬੋਰਟਰੀਜ਼ ਨੇ, ਕਲਾਸਰੂਮਸ ਨੇ। ਔਰ ਇਹਦੇ ਵਿੱਚ ਵਿਦਿਆਰਥੀ ਜਿਹੜਾ ਹੈ, ਜਦੋਂ ਸਰਦੀਆਂ ਦਾ ਮੌਸਮ ਹੁੰਦਾ ਤਾਂ ਧੁੱਪ ਬੜੀ ਖਿੜਦੀ ਹੈ ਤੇ ਇੱਥੇ ਵਿਦਿਆਰਥੀ ਬੈਠ ਕੇ ਪੜ੍ਹ ਵੀ ਸਕਦੇ ਨੇ ਆਪਣੇ ਵਿਹਲੇ ਸਮੇਂ, ਦੁਪਹਿਰ ਨੂੰ ਲੰਚ ਟਾਈਮ ਵੀ ਬੈਠ ਸਕਦੇ ਨੇ। ਔਰ ਗਰਮੀਆਂ ਦੇ ਵਿੱਚ ਮੌਸਮ ਠੀਕ ਹੋਵੇ, ਇੱਥੇ ਆ ਕੇ ਬੈਠ ਕੇ ਪੜ੍ਹ ਸਕਦੇ ਨੇ, ਕੋਈ ਗੱਲਬਾਤ ਕਰ ਸਕਦੇ ਨੇ। ਔਰ ਇਸ ਤਰ੍ਹਾਂ ਦਾ ਜਿਹੜਾ ਬਿਊਟੀਫੁਲ ਮਾਹੌਲ ਜਿਹੜਾ ਹੈ, এনवायरमेंट ਹੈ, ਉਹ ਬਹੁਤ ਜ਼ਰੂਰੀ ਹੁੰਦਾ ਜਦੋਂ ਤੁਸੀਂ ਪੜ੍ਹਾਈ ਕਰਨੀ ਹੈ, ਕੋਈ ਚਿੰਤਨ ਕਰਨਾ ਹੈ, ਕੋਈ ਆਪਣੀ ਕੋਈ ਵਿੱਦਿਆ ਵਧੀਆ ਤਰੀਕੇ ਨਾਲ ਹਾਸਲ ਕਰਨੀ ਹੈ। ਅਸਲ ਜਿਹੜਾ ਹੈ ਆਪ ਜੀ ਨਾਲ ਜੇ ਆਪਾਂ ਨਕਸ਼ਾ ਸਾਂਝਾ ਕਰੀਏ, ਇੱਥੇ ਜਿਹੜਾ ਐਂਟਰੀ ਗੇਟ ਤੇ ਹੈਗਾ ਮੇਨ ਰਿਸੈਪਸ਼ਨ ਤੇ, ਤਾਂ ਉਹਦੇ 'ਚ ਇੱਥੇ ਇੱਕ ਬਿਲਡਿੰਗ ਜਿਹੜੀ ਹੈ ਉਹ ਤਸੱਵਰ ਕੀਤੀ ਗਈ ਸੀ, ਪਲਾਨ ਕੀਤੀ ਗਈ ਸੀ। ਔਰ ਉਹ ਬਿਲਡਿੰਗ ਜਿਹੜਾ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਵਾਸਤੇ ਕੀਤੀ ਗਈ ਸੀ। ਤੇ ਮੇ ਬੀ ਸ਼ਾਇਦ ਕਿਉਂਕਿ ਜੇ ਬਿਲਡਿੰਗ ਬਣਦੀ ਹੈ ਤਾਂ ਬਾਕੀ ਜਿਹੜੀ ਟੋਟਲ ਸਟਰਕਚਰ ਹੈ ਉਹਨੂੰ ਹਵਾ ਦੀ ਰੋਸ਼ਨੀ ਦੀ ਘਾਟ ਨਾ ਹੋਵੇ, ਇਸ ਕਰਕੇ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਪਰਲੀ ਸਭ ਤੋਂ ਟੌਪ ਵਾਲੀ ਜਿਹੜਾ ਫਲੋਰ ਦੇ ਉੱਤੇ ਕੀਤਾ ਗਿਆ। ਔਰ ਇਹਦੇ 'ਚ ਤੁਸੀਂ ਦੇਖੋ ਕਿ ਬੇਸਮੈਂਟਸ ਹੈਗੀਆਂ ਬਿਲਡਿੰਗ ਦੇ ਨੀਚੇ, ਔਰ ਪਾਰਕਿੰਗ ਬਹੁਤ ਵੱਡੀ ਅਵੇਲੇਬਲ ਹੈ, ਔਰ ਬਹੁਤ ਸਾਰੀ ਫੈਸਿਲਿਟੀਜ਼ ਅਵੇਲੇਬਲ ਹੈ। ਔਰ ਜਿਹੜਾ ਸਾਡਾ ਜਿਹੜੇ ਸਫਾਈ ਕਰਮਚਾਰੀ ਨੇ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਵੀ ਹੈ ਨਿਚਲੇ ਪਾਸੇ। ਔਰ ਇਸ ਤਰ੍ਹਾਂ ਸਾਡੇ ਕੋਲ ਜਿਹੜਾ ਹੈ ਇਹ ਅਲੱਗ-ਅਲੱਗ ਜਿਹੜੇ ਬਲਾਕਸ ਨੇ, ਅਲੱਗ-ਅਲੱਗ ਜਿਹੜੀਆਂ ਸਟਰਕਚਰਸ ਨੇ, ਜਿਵੇਂ ਇੱਥੇ ਕੈਂਟੀਨ ਦੀ ਫੈਸਿਲਿਟੀ ਹੈ ਵਿਦਿਆਰਥੀਆਂ ਵਾਸਤੇ, ਚਾਹ ਪਾਣੀ ਵਾਸਤੇ, ਫੈਕਲਟੀ ਵਾਸਤੇ, ਤੇ ਮੈਸ ਦੀ ਜਿਹੜੀ ਫੈਸਿਲਿਟੀ ਹੈ ਇੱਧਰ ਨਾਲ ਹੀ ਉਹ ਵੀ ਦਿੱਤੀਆਂ ਗਈਆਂ ਨੇ। ਸੋ ਬਹੁਤ ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਇਹਨਾਂ ਬਿਲਡਿੰਗਸ ਦੇ ਵਿੱਚ ਦਿੱਤੀਆਂ ਗਈਆਂ ਨੇ। ਔਰ ਤੁਸੀਂ ਦੇਖੋ ਕਿ ਸਾਡਾ ਜਿਹੜਾ ਇੱਕ ਹੋਰ ਨਿਸ਼ਾਨਾ ਵੀ ਹੈ ਵੀਰ ਜੀ ਉਹਨਾਂ ਨੂੰ ਜਿਹੜਾ ਹੈ ਉਹ ਦਿਖਾਣਾ ਕਿ ਸਾਡੇ ਕੋਲ ਜਿਹੜੀ ਲਾਇਬ੍ਰੇਰੀ ਹੈ, ਜਿਵੇਂ ਤੁਸੀਂ ਥੋੜ੍ਹੀ ਦੇਰ ਪਹਿਲਾਂ ਕਿਹਾ ਸੀ ਕਿ ਮੇਰੀ ਸਭ ਤੋਂ ਮਨਪਸੰਦ ਜਗ੍ਹਾ ਹੈ, ਔਰ ਉਹ ਬਣਾਈ ਵੀ ਬੜੇ ਸ਼ਾਨਦਾਰ ਤਰੀਕੇ ਨਾਲ ਗਈ ਹੈ, ਕਿਉਂਕਿ ਉੱਥੇ ਬੈਠ ਕੇ ਰੂਹ ਖੁਸ਼ ਹੋਵੇ ਤੇ ਉੱਥੇ ਮਨ ਲੱਗੇ। ਤਾਂ ਸਭ ਤੋਂ ਟੌਪ ਫਲੋਰ ਤੇ ਉਹ ਜਿਹੜੀ ਲਾਇਬ੍ਰੇਰੀ ਦੀ ਜਿਹੜੀ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਗਿਆ, ਜਿਹਦੇ 'ਚ AC ਬਲਾਕਸ ਨੇ, ਜਿਹਦੇ 'ਚ ਵਿਦਿਆਰਥੀ ਬੈਠ ਕੇ ਉਹ ਸਰਦੀ ਹੋਵੇ ਗਰਮੀ ਹੋਵੇ ਆਰਾਮ ਨਾਲ ਕੰਫਰਟੇਬਲੀ ਤਰੀਕੇ ਨਾਲ ਬੈਠ ਕੇ ਪੜ੍ਹ ਸਕਣ ਔਰ ਲੰਮੇ ਆਵਰਸ ਤੱਕ ਬੈਠ ਕੇ ਪੜ੍ਹ ਸਕਣ। ਤਾਂ ਉਸ ਤਰੀਕੇ ਨਾਲ ਜਿਹੜੀ ਆ ਉਹ ਲਾਇਬ੍ਰੇਰੀ ਦੀ ਫੈਸਿਲਿਟੀ ਜਨਰੇਟ ਕੀਤੀ ਗਈ। ਇੱਕ ਚੀਜ਼ ਨਾ ਮੈਂ ਵੀਰ ਜੀ ਹੋਰ ਐਡ ਕਰਨੀ ਚਾਹਾਂਗੀ, ਹੁਣੇ ਚਰਨਜੀਤ ਭੈਣ ਜੀ ਵੀ ਸ਼ੇਅਰ ਕਰ ਰਹੇ ਸੀਗੇ ਕਿ ਜਿਹੜਾ ਇਹ ਆਪਾਂ ਹਲੇ ਨਾ ਇੱਥੇ ਜਿਹੜਾ ਬਾਬਾ ਜੀ ਦਾ ਕੀ ਸੁਪਨਾ ਸੀਗਾ ਕਿ ਇੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਲਰਨਿੰਗ ਸੈਂਟਰ ਬਣਨਾ, ਇਹ ਜਗ੍ਹਾ ਉਹਦੇ ਵਾਸਤੇ ਛੱਡੀ ਹੈ। ਕਹਿੰਦੇ ਸੀ ਨਾ, ਹਾਂ, ਲਰਨਿੰਗ ਸੈਂਟਰ ਸਾਰੀ ਜ਼ਬਾਨਾਂ ਵਿੱਚ ਟ੍ਰਾਂਸਲੇਸ਼ਨਸ ਹੋਣਗੀਆਂ ਤੇ ਇੱਥੇ ਜਿਹੜੇ ਪ੍ਰਚਾਰਕ ਸਕਾਲਰਸ ਜਿਹੜੇ ਇੱਥੋਂ ਪੈਦਾ ਹੋ ਕੇ ਇੱਥੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਡਿਫਰੈਂਟ ਲੈਂਗੁਏਜਸ ਦੇ ਵਿੱਚ ਉਹਦਾ ਗਿਆਨ ਲੈ ਕੇ, ਹੈ ਨਾ, ਉਹਨੂੰ ਫਿਰ ਵੱਖਰੇ ਮੁਲਕਾਂ 'ਚ ਜਾ ਕੇ ਉੱਥੇ ਜਾ ਕੇ ਉਹਨਾਂ ਦੀ ਲੈਂਗੁਏਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰਨਗੇ। ਜਿਵੇਂ ਕਿ ਹਿੰਦੂ ਬਨਾਰਸ ਕਾਸ਼ੀ ਵਿੱਚ ਸਕਾਲਰਸ ਬੰਦੇ ਸੀਗੇ, ਫਿਰ ਉਹਨਾਂ ਨੇ ਜਾ ਕੇ ਆਪਣਾ ਹਿੰਦੂਜ਼ਮ ਦਾ ਪ੍ਰਚਾਰ ਕੀਤਾ, ਹੈ ਨਾ। ਤੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਭੇਜੇ ਸੀ ਆਪਣੇ 5 ਸਿੱਖ, ਫਿਰ ਬਾਅਦ 'ਚ ਗੁਰੂ ਸਾਹਿਬ ਨੇ ਕਿਹਾ ਸੀ ਸਾਡੀ ਆਪਣੀ ਕਾਸ਼ੀ ਵੀ ਹੋਏਗੀ, ਬੇਸਿਕਲੀ ਤੇ ਉਹੀ ਚੀਜ਼ ਹੈ। ਤੇ ਹੁਣ ਜਿਹੜਾ ਕਿ ਆਪਾਂ ਕੋਲ ਫੰਡ ਨਹੀਂ ਹੈਗੇ, ਬੇਸਿਕਲੀ ਮਸਾ ਆਪਾਂ ਲੋਨ ਕਲੀਅਰ ਕੀਤਾ ਹੈ ਨਾ, ਤੇ ਇਹ ਫੰਡ ਨਾ ਹੋਣ ਕਰਕੇ ਇਹ ਪ੍ਰੋਜੈਕਟ ਜਿਹੜਾ ਹਾਲੇ ਸਾਡਾ ਰੁਕ ਗਿਆ, ਕਿਉਂਕਿ ਇੱਥੇ ਮੇਨ ਗੁਰੂ ਕਾਸ਼ੀ ਦਾ ਮਤਲਬ ਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਰਨਿੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪੜ੍ਹਾਈ ਦੇ ਸਕਾਲਰਸ ਪੈਦਾ ਕਰਨੇ ਸਭ ਤੋਂ ਵੱਡਾ, ਦੁਨੀਆ ਨੂੰ ਪਤਾ ਚੱਲੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਹ ਕੀ ਮੈਸੇਜ ਦਿੰਦੀ ਹੈਗੀ ਹੈ। ਬਟ ਫੰਡ ਨਾ ਹੋਣ ਕਰਕੇ ਇਹ ਹਾਲੇ ਸਾਡਾ ਪ੍ਰੋਜੈਕਟ ਬਿਲਕੁਲ ਹੀ ਰੁਕਿਆ ਹੋਇਆ, ਸੋਚਦੇ ਵੀ ਨਹੀਂ। ਬਟ ਜੇ ਬਾਬਾ ਜੀ ਨੇ ਇਹ ਸੋਚਿਆ ਤੇ ਇਹ ਬਣ ਜਾਏਗਾ, ਬਣੇਗਾ ਜ਼ਰੂਰ, ਛੇਤੀ ਬਣ ਜਾਏਗਾ। ਹਾਂਜੀ, ਹਾਂ। ਇਹ ਜਿਹੜੇ ਵਿੱਚ ਛੱਡੇ ਨੇ ਨਾ, ਇਹਨਾਂ ਦਾ ਇੱਕ ਹੋਰ ਫਾਇਦਾ ਵੀ ਹੈਗਾ, ਜਿਹੜੀ ਹਵਾ ਆਉਂਦੀ ਹੈ ਉਹ ਦੋਨੋਂ ਪਾਸੇ ਜਾਂਦੀ ਹੈ ਜੀ। ਬੜਾ ਟੈਕਨੀਕਲੀ ਔਰ ਬੜਾ ਸੋਚ ਕੇ ਲੰਮੀ ਸੋਚ ਨਾਲ ਬਣਾਈ। ਜਿਹੜੀ ਬਾਹਰ ਦੀ ਹਵਾ ਨਾ ਉਹ ਵੀ ਇਹਨੂੰ ਤਾਜ਼ੀ ਹਵਾ ਪਾਉਂਦੀ ਹੈ ਬਿਲਡਿੰਗ ਵਿੱਚ। ਇਨਫਰਾਸਟ੍ਰਕਚਰ ਬਾਬਾ ਜੀ ਦਾ ਜਿਹੜਾ ਡਿਵੈਲਪ ਕੀਤਾ ਗਿਆ ਜੀ, ਇਸ ਤਰ੍ਹਾਂ ਡਿਵੈਲਪ ਕੀਤਾ ਗਿਆ ਕਿਉਂਕਿ ਜਿਹੜੇ ਸਾਡੇ ਸਕਾਲਰਸ ਨੇ ਜਾਂ ਫੈਕਲਟੀ ਮੈਂਬਰਸ ਨੇ ਇਕੱਲੇ ਭਾਰਤ ਜਾਂ ਪੰਜਾਬ ਤੋਂ ਹੀ ਨਹੀਂ ਹੈਗੇ, ਬਾਹਰਲੇ ਦੁਨੀਆ ਤੋਂ ਵੀ ਲੋਕ ਆ ਕੇ ਇੱਥੇ ਪੜ੍ਹਾ ਰਹੇ ਨੇ। ਜਿਵੇਂ ਮੈਂ ਆਪ ਜੀ ਨਾਲ ਦੱਸਿਆ ਕਿ ਹਾਰਵਰਡ ਤੋਂ ਜਾਂ ਪੈਰਿਸ ਤੋਂ ਜਾਂ ਲੰਡਨ ਤੋਂ, ਉਹਨਾਂ ਜਗ੍ਹਾਵਾਂ ਤੋਂ ਵੀ ਜਿਹੜੇ ਸਾਡੇ ਨੌਜਵਾਨ ਟ੍ਰੇਨਿੰਗ ਹਾਸਲ ਕਰਕੇ ਇੱਥੇ ਆ ਕੇ ਉਹ ਆਪਣੀ ਜਿਹੜੀ ਹੁਨਰ ਦੇ ਨਾਲ, ਆਪਣੀ ਜਿਹੜੀ ਵਿੱਦਿਆ ਦੇ ਨਾਲ ਇੱਥੋਂ ਦੇ ਜਿਹੜੇ ਵਿਦਿਆਰਥੀ ਪੜ੍ਹਨ ਵਾਲੇ ਆ ਉਹਨਾਂ ਨੂੰ ਤਰਾਸ਼ ਰਹੇ ਨੇ। ਤੇ ਇਹ ਬਹੁਤ ਵੱਡਾ ਵਿਜ਼ਨ ਤੇ ਮਿਸ਼ਨ ਹੈ ਸਾਡੇ ਵਾਈਸ ਚਾਂਸਲਰ ਸਾਹਿਬ ਦੁਆਰਾ, ਜਿਹੜਾ ਬਾਬਾ ਜੀ ਤੋਂ ਸੇਧ ਲੈ ਕੇ, ਅਗਵਾਈ ਲੈ ਕੇ ਇਸ ਤਰ੍ਹਾਂ ਦੀ ਜਿਹੜੀ ਫੈਕਲਟੀ, ਇਸ ਤਰ੍ਹਾਂ ਦਾ ਸਟਾਫ ਜਿਹੜਾ ਹੈ ਉਹ ਲਿਆਂਦਾ ਗਿਆ ਔਰ ਉਹਨਾਂ ਨੂੰ ਇੱਥੇ ਲਗਾਤਾਰ ਜਿਹੜਾ ਹੈ ਫੈਸਿਲਿਟੀਜ਼ ਦੇ ਰਹੇ ਨੇ ਤਾਂ ਕਿ ਉਹ ਆਪਣੀ ਜਿਹੜੀਆਂ ਆਰਥਿਕ ਲੋੜਾਂ ਜਾਂ ਹੋਰ ਤਰ੍ਹਾਂ ਦੀਆਂ, ਜਿਹੜਾ ਤੁਸੀਂ ਦੇਖੋ ਸਟਾਫ ਬਿਲਡਿੰਗ ਵੀ ਅੰਦਰ ਹੀ ਹੈ, ਤਾਂ ਕਿ ਵੱਧ ਤੋਂ ਵੱਧ ਸਮਾਂ ਆਪਣੀ ਪੜ੍ਹਾਈ, ਬੱਚਿਆਂ ਦੀ ਪੜ੍ਹਾਈ ਲਈ, ਆਪਣੀ ਰਿਸਰਚ ਲਈ ਦੇ ਸਕਣ। ਤਾਂ ਉਹ ਉਸੇ ਨੂੰ ਧਿਆਨ 'ਚ ਰੱਖਦੇ ਹੋਏ ਇਸ ਤਰ੍ਹਾਂ ਦੀ ਜਿਹੜੀ ਸਟਾਫ ਬਿਲਡਿੰਗ ਦੀ ਜਿਹੜੀ ਬਣਾਈ ਗਈ, ਤਾਂ ਕਿ ਜਿਹੜੇ ਸ਼ਾਮ ਨੂੰ ਉਹ ਆਪਣੇ ਬੱਚਿਆਂ ਕੋਲ ਵੀ ਜਾ ਸਕਣ ਤੇ ਜਦੋਂ ਸਮਾਂ ਹੋਵੇ ਆ ਕੇ ਰਿਸਰਚ ਵਾਲਾ ਕੰਮ ਵੀ ਕਰ ਸਕਣ। ਤਾਂ ਇੱਕ ਬਹੁਤ ਵੱਡੀ ਸੋਚ ਦੇ ਨਾਲ ਸਾਰਾ ਇਹ ਪ੍ਰਬੰਧ ਕੀਤਾ ਗਿਆ
ਔਰ ਇਹਦੇ ਵਿੱਚ ਅਸੀਂ ਦੇਖਾਂਗੇ ਕਿ ਹੁਣ ਇਸ ਤੋਂ ਬਾਅਦ ਵੀਰ ਜੀ ਆਪਾਂ ਲਾਇਬ੍ਰੇਰੀ ਵੱਲ ਵੀ ਵਧਾਂਗੇ ਜੀ। ਤੇ ਲੇਕਿਨ ਮੇਰੀ ਬੇਨਤੀ ਹੈ, ਕਿਉਂਕਿ ਆਪ ਜੀ ਸਵੇਰ ਦੇ ਜਿਹੜਾ ਹੈ ਉਹ ਆਏ ਹੋਏ ਹੋ ਤੇ ਸਾਨੂੰ ਆਓ ਭਗਤ ਦਾ ਵੀ ਮੌਕਾ ਨਹੀਂ ਮਿਲ ਰਿਹਾ, ਤੇ ਹੁਣ ਇਹੀ ਆਓ ਭਗਤ ਹੈ ਜਿਹੜੀ ਤੁਸੀਂ ਆ ਸਾਰਾ ਕੁਝ ਸਾਨੂੰ ਦਿਖਾ। ਕਿਵੇਂ ਲੱਗਿਆ ਜੀ ਸਾਰੀ ਯੂਨੀਵਰਸਿਟੀ ਦੇ ਉੱਤੇ ਨਜ਼ਰ ਮਾਰ ਕੇ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਇੱਕ ਵਿਅਕਤੀ ਦੀ ਸੋਚ ਕਿੰਨੀ ਵੱਡੀ ਹੋ ਸਕਦੀ ਹੈ ਕਿ ਅਸੀਂ ਇੱਕ ਸੂਰਜ ਦੇ ਵਾਂਗੂ ਆਪਣੀ ਕੌਮ ਨੂੰ ਤੇ ਸਿੱਖਿਆ ਨੂੰ ਫੈਲਾਈਏ। ਕਿਵੇਂ ਲੱਗਿਆ ਬਾਬਾ ਜੀ ਦਾ ਇਹ ਮਿਸ਼ਨ ਇੱਥੇ ਆ ਕੇ? ਬਹੁਤ ਵਧੀਆ ਲੱਗਿਆ ਜੀ ਸਾਨੂੰ ਬਾਬਾ ਜੀ ਦਾ ਮਿਸ਼ਨ। ਅਸੀਂ ਤਾਂ ਪਹਿਲਾਂ ਸੋਚਿਆ ਵੀ ਨਹੀਂ ਸੀ ਕਦੀ ਇਦਾਂ ਦਾ ਬਣੇਗਾ, ਨਾ ਹੀ ਵੇਖਿਆ ਸੀ ਪਹਿਲਾਂ ਕਦੀ, ਤੇ ਉਹ ਬਣਾਤਾ ਉਹਨਾਂ ਨੇ ਤੇ ਬਣ ਰਿਹਾ ਅੱਗੋਂ। ਤੁਹਾਡਾ ਕੀ ਸੁਨੇਹਾ ਜੀ? ਬਹੁਤ ਵਧੀਆ ਸੁਨੇਹਾ ਹੋਈ ਹੈ ਕਿ ਕਲਗੀਆਂ ਵਾਲਾ ਵਧਾਵੇ ਤੇ ਜਿੰਨੀ ਕਿ ਸਾਡੀ ਲਾਈਫ ਹੈਗੀ ਹੈ ਇਹਦੇ ਨਾਲ ਜੁੜੇ ਰਹੀਏ ਤੇ ਆਪਣਾ ਵਿਸਤਾਰ ਕਰ ਲਈਏ। ਜਿਹੜੀ ਸੰਗਤ ਤੁਹਾਡੇ ਨਾਲ ਦੀ ਉੱਥੇ ਹੈ, ਮਤਲਬ ਅਮਰੀਕਾ ਦੀ ਧਰਤੀ ਤੇ ਰਹਿੰਦੀ ਹੈ ਜਾਂ ਜਿਹੜੇ ਹੋਰ ਵਿਦੇਸ਼ਾਂ ਦੇ ਵਿੱਚ ਸੱਜਣ ਰਹਿੰਦੇ ਆ, ਜਿਹੜੇ ਹਾਲੇ ਤੱਕ ਇੱਥੇ ਨਹੀਂ ਪਹੁੰਚ ਪਾਏ, ਜਿਨ੍ਹਾਂ ਨੇ ਨਹੀਂ ਵੇਖਿਆ ਕਿ ਬਾਬਾ ਜੀ ਨੇ ਜਿਹੜਾ ਸੁਪਨਾ ਸਿਰਜਿਆ ਸੀ ਜਾਂ ਲਿਆ ਸੀ ਉਹ ਸੱਚ ਹੋਣ ਵੱਲ ਵਧਿਆ ਹੋਇਆ, ਉਹਨਾਂ ਲਈ ਤੁਹਾਡੇ ਆਪਣੇ ਤਜਰਬਾ ਪਹਿਲੀ ਨਜ਼ਰੋਂ ਤੁਹਾਨੂੰ ਕੀ ਲੱਗਿਆ ਤੇ ਕਿਵੇਂ ਸੋਚਦੇ ਹੋ? ਉਹਨਾਂ ਲਈ ਕੀ ਸੁਨੇਹਾ? ਸੁਨੇਹਾ ਪਹੁੰਚਾਵਾਂਗੇ ਤੇ ਜ਼ਰੂਰ, ਪਰ ਜਿਹੜੇ ਬੇਮੁਖ ਨੇ ਉਹ ਨਹੀਂ ਕਾਬੂ ਆਉਂਦੇ, ਜਿਹੜੇ ਗੁਰਮੁਖ ਨੇ ਉਹਨਾਂ ਦੇ ਥੋੜ੍ਹੇ ਬਹੁਤੇ ਕਾਬੂ ਕਰਾਂਗੇ ਇਸ ਵਾਰ ਜੋੜਨ ਦੇ। ਜਿਹੜੇ ਬੇਮੁਖ ਨੇ ਉਹ ਤਾਂ ਬਸ ਜਿਹੜਾ ਹੁਣ ਕੀ ਕਹੀਏ ਤੇ ਕੀ ਗੱਲ, ਚਲੋ ਉਹਨਾਂ ਨਾਲ ਵੀ ਸਮੱਤ ਆ ਜਾਣੀ ਹੈ। ਉਹਨਾਂ ਦੀ ਕਿਰਪਾ ਨਾਲ ਸਾਰਾ ਕੁਝ ਹੋ ਸਕਦਾ। ਕਰਾਂਗੇ ਕੋਸ਼ਿਸ਼ ਵੀ ਸੱਚੇ ਪਾਤਸ਼ਾਹ ਵੱਧ ਤੋਂ ਵੱਧ ਇਸ ਪਾਸੇ ਜੁੜੋ, ਕਲਗੀਆਂ ਦਾ ਸੁਪਨਾ ਪੂਰਾ ਕਰੋ। ਇਸ ਤੋਂ ਵੱਡਾ ਸੁਨੇਹਾ ਕੋਈ ਨਹੀਂ ਹੋ ਸਕਦਾ ਕਿ ਅਸੀਂ ਦਸਮ ਪਿਤਾ ਦਸ਼ਮੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਖੇ ਹੋਏ ਵਾਕਾਂ ਔਰ ਬਾਬਾ ਜੀ ਦੁਆਰਾ ਚਲਾਏ ਗਏ ਇਸ ਵਿਖੜੇ ਜਿਹੜੇ ਪੈਂਡੇ ਆ, ਇਸ ਪੈਂਡੇ ਨੂੰ ਸਰ ਕਰਨ ਦੇ ਜਿਹੜੇ ਕਦਮ ਨੇ, ਉਸ ਮੰਜ਼ਿਲ ਵੱਲ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਜਿਹੜਾ ਯੋਗਦਾਨ ਹੈ ਉਹ ਦਈਏ। ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਔਰ ਅਕਾਲ ਅਕੈਡਮੀਆਂ ਦੀ ਇਹ ਪੂਰੀ ਚੇਨ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰੀਏ। ਮੈਂ ਬੜੀ ਜਲਦੀ ਇਹ ਪ੍ਰੋਗਰਾਮ ਅਸੀਂ ਉਲੀਕ ਰਹੇ ਹਾਂ ਸਾਰੀ ਸੰਗਤ ਦੇ ਸਹਿਯੋਗ ਨਾਲ ਕਿ 2 ਯੂਨੀਵਰਸਿਟੀਜ਼ ਔਰ 129 ਜਿਹੜੀਆਂ ਅਕੈਡਮੀਆਂ ਨੇ ਉਹ ਸਾਰਿਆਂ ਦੀ ਇੱਕ ਕੜੀ ਔਰ ਲੜੀ ਤੁਹਾਡੇ ਸਾਹਮਣੇ ਰੱਖਾਂ, ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਪੰਜਾਬ ਔਰ ਪੰਜਾਬ ਤੋਂ ਬਾਹਰਲੇ ਉਹ ਇਲਾਕੇ ਜਿੱਥੇ ਕਲਪਨਾ ਨਹੀਂ ਕੀਤੀ ਜਾ ਸਕਦੀ ਸੱਸਾ ਵੀ ਸਿੱਖਿਆ ਦਾ, ਸੱਸਾ ਵੀ ਸੋਚਣ ਦੀ, ਉੱਥੇ ਵੀ ਅਕੈਡਮੀਆਂ ਨੇ ਕਿਵੇਂ ਸਿੱਖਿਆ ਦਾ ਸੰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੜੀ ਜਲਦ ਮਿਲਾਂਗੇ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।